ऑफिस जाना होता सबने। Yes, please. Let us start. Good morning, ji, everyone. Good morning, sir. Hello, sir. Good morning. Good morning, ji. Let us start. Today we will discuss NAPSILA examination, paper number 1. ਅਸੀਂ ਪੜ੍ਹ ਰਹੇ ਸੀ recovery of areas of land revenue. Recovery of areas of land revenue, the Punjab Land Revenue Act 1887. अपनी अपनी बुक्स निकाल लो जी। The Punjab Land Revenue Act 1887 from section 81. From section 81 ਇਹ ਜਿਹੜਾ ਚੈਪਟਰ ਸੀ ਸਟਾਰਟ ਹੁੰਦਾ ਸੀਗਾ ਸੈਕਸ਼ਨ 61 67 ਤੋਂ process to recover the areas of land revenue। ਕੋਈ ਏਰੀਆ ਜਿਹੜਾ ਬਕਾਇਆ ਹੈਗਾ ਲੈਂਡ ਰੈਵਨਿਊ ਦਾ ਉਹਨੂੰ ਰਿਕਵਰ ਕਰਨ ਦਾ ਕੀ ਪ੍ਰੋਸੈਸ ਹੈਗਾ, ਕੀ ਤਰੀਕਾ ਹੈਗਾ, ਉਹ ਸੈਕਸ਼ਨ 67 ਦੇ ਵਿੱਚ ਦੱਸੇ ਸੀ ਸਾਰੇ ਮੋਡ। ਕਿਹੜੇ ਕਿਹੜੇ ਮੋਡ ਨੇ 68 ਦੇ ਵਿੱਚ ਜਿਵੇਂ ਦੱਸਿਆ ਸੀਗਾ ਬਾਈ ਇਸ਼ੂ ਰਿਟ ਆਫ ਡਿਮਾਂਡ ਸਮਨ ਜਾਰੀ ਕਰਕੇ, 69 ਦੇ ਵਿੱਚ ਵਾਰੰਟ ਜਾਰੀ ਕੀਤਾ ਗਿਆ ਸੀ, 70 ਦੇ ਵਿੱਚ ਖੜੀ ਫਸਲ ਨੂੰ ਅਸੀਂ ਅਟੈਚ ਕਰ ਰਹੇ ਸੀਗੇ। ਫਿਰ ਜਿਹੜੀ ਨਾਲ ਦੇ ਗੁਆਂਢੀ ਨੂੰ ਵੀ ਕਿਸੇ ਨੂੰ ਜਿਹੜੀ ਲੈਂਡ ਹੈ ਬਾਕੀਦਾਰ ਦਿੱਤੀ ਜਾ ਸਕਦੀ ਹੈ, ਅਟੈਚ ਵੀ ਕੀਤੀ ਜਾ ਸਕਦੀ ਹੈ, ਬੋਲੀ ਵੀ ਕੀਤੀ ਜਾ ਸਕਦੀ ਹੈ, ਤੇ ਜਿਹੜੀ ਇਹਦੀ ਅਸੈਸਮੈਂਟ ਹੈ ਉਹ ਨਲ ਵੀ ਕੀਤੀ ਜਾ ਸਕਦੀ ਹੈ। ਇਹ ਸਾਰੇ ਜਿਹੜੇ ਹੈਗੇ ਪ੍ਰੋਸੈਸ ਹੈਗੇ ਆ। ਅੱਗੇ ਡਿਟੇਲ 'ਚ ਅਸੀਂ ਪੜ੍ਹ ਰਹੇ ਹਾਂ ਫਿਰ ਕਿਹੜੇ ਕਿਹੜੇ ਪ੍ਰੋਸੈਸ ਨੂੰ ਕਿਵੇਂ ਕਿਵੇਂ ਅਡੋਪਟ ਕੀਤਾ ਜਾਣਾ ਹੈਗਾ। ਸੈਕਸ਼ਨ 81 ਤੋਂ ਸਟਾਰਟ ਕਰਾਂਗੇ ਜੀ। ਪਬਲੀਕੇਸ਼ਨ ਆਫ ਪ੍ਰੋਕਲੇਮੇਸ਼ਨ। ਜੇ ਤੁਹਾਡੇ ਪਾਸ ਜਿਹੜੀ ਮੇਰੀ ਲਿਖੀ ਬੁੱਕ ਹੈਗੀ ਹੈ ਉਹ ਹੈਗੀ ਤਾਂ ਉਹ ਨਿਕਾਲ ਲਓ। ਉਹਦਾ ਪੇਜ ਨੰਬਰ 277 ਉਹਦੇ ਵਿੱਚ ਡਿਟੇਲ ਦੇ ਵਿੱਚ ਬਿਲਕੁਲ ਸਰਲ ਭਾਸ਼ਾ ਦੇ ਵਿੱਚ ਪੰਜਾਬੀ 'ਚ ਲਿਖਿਆ ਹੋਇਆ ਹੈਗਾ। ਇਹ ਸਾਰਾ ਜਿਹੜਾ ਚੈਪਟਰ ਹੈ ਪੂਰਾ ਦਾ ਪੂਰਾ ਉਹ ਬੁੱਕ ਦੇ ਵਿੱਚ ਹੈਗਾ। ਉਹ ਵਾਲੀ ਗ੍ਰੀਨ ਵਾਲੀ ਜਿਹੜੀ ਬੁੱਕ ਹੈਗੀ ਹੈ ਉਹਦਾ ਹੈਗਾ ਚੈਪਟਰ ਇਹ ਚੈਪਟਰ ਨੰਬਰ 6 ਏਰੀਜ਼ ਆਫ ਲੈਂਡ ਰੈਵਨਿਊ ਦੀ ਵਸੂਲੀ ਸੰਬੰਧੀ ਜਾਣਕਾਰੀ, ਭਾਗ ਨੰਬਰ 6 ਅਧਿਆਇ ਨੰਬਰ 44 ਤੇ ਪੇਜ ਨੰਬਰ 277 ਜਿੱਥੋਂ ਅੱਜ ਅਸੀਂ ਪੜਾਂਗੇ। ਜੇ ਕਿਸੇ ਕੋਲ ਹੈਗੀ ਹੈ ਬੁੱਕ ਆਪਣਾ ਪੇਜ ਨਿਕਾਲ ਲਓ ਜਿਹਦਾ 277। ਪਬਲੀਕੇਸ਼ਨ ਆਫ ਪ੍ਰੋਕਲੇਮੇਸ਼ਨ। ਪ੍ਰੋਕਲੇਮੇਸ਼ਨ ਮਤਲਬ ਮਨਾਦੀ। ਮਨਾਦੀ ਕਾਹਦੇ ਲਈ? ਮਨਾਦੀ ਬੋਲੀ ਕਰਨ ਵਾਸਤੇ, ਠੀਕ ਹੈ। ਸੇਲ ਕਰਨ ਵਾਸਤੇ ਕੋਈ ਪ੍ਰਾਪਰਟੀ ਜਿਹੜੀ ਉਹਦੀ ਮਨਾਦੀ ਹੈ, ਮਨਾਦੀ ਦੀ ਪਬਲੀਕੇਸ਼ਨ ਕਿਵੇਂ ਹੁੰਦੀ ਹੈ? ਮਤਲਬ ਮਨਾਦੀ ਦੀ ਅੱਗੇ ਪਬਲੀਕੇਸ਼ਨ ਕਰਨਾ, ਬੋਲੀ ਦਾ ਇਸ਼ਤਿਹਾਰ ਜਿਹੜਾ ਹੈਗਾ ਉਹਨੂੰ ਕਿਸ ਤਰੀਕੇ ਨਾਲ ਅਸੀਂ ਪਬਲਿਸ਼ ਕਰਨਾ ਹੈ। ਇਹਦੇ ਵਿੱਚ ਕੀ ਹੈਗਾ, ਵਿਕਰੀ ਦੀ ਇੱਕ ਘੋਸ਼ਣਾ ਦੀ ਕਾਪੀ ਬਾਕੀਦਾਰ ਨੂੰ ਦਿੱਤੀ ਜਾਵੇਗੀ। ਜਿਹੜਾ ਬਾਕੀਦਾਰ ਹੈ ਉਸ ਨੂੰ ਤਾਂ ਨੋਟਿਸ ਜਾਰੀ ਹੋਏਗਾ ਵੀ ਅਸੀਂ ਦੇਖੋ ਇਹ ਮਨਾਮੀ ਕਰਨ ਲੱਗੇ ਹਾਂ, ਜੇ ਤੇਰੇ ਕੋਲ ਫਿਰ ਵੀ ਕੋਈ ਪੈਸੇ ਦਾ ਇੰਤਜ਼ਾਮ ਬਣਦਾ ਹੈ ਤੂੰ ਪੈਸੇ ਜਮ੍ਹਾਂ ਕਰਵਾ ਸਕਦਾ ਹੈ ਉਸ ਤੋਂ ਪਹਿਲਾਂ, ਠੀਕ ਹੈ। A copy of the proclamation shall be served on the defaulter and the posted in the conspicuous place। ਇੱਥੇ ਤੁਹਾਡੀ ਬੁੱਕਸ ਦੇ ਵਿੱਚ ਜਿੱਥੇ ਪੋਸਟਡ ਲਿਖਿਆ ਨਾ ਇੱਥੇ ਪੇਸਟਡ ਵਰਡ ਹੈਗਾ, ਪੋਸਟਡ ਨਹੀਂ ਹੈਗਾ ਪੇਸਟਡ। ਇਹ ਕਰ ਲਓ ਉਹਦੀ ਜਗ੍ਹਾ ਤੇ ਪੇਸਟਡ ਇਨ ਏ conspicuous part of the office of ਤਹਿਸੀਲਦਾਰ। ਇਹ ਕਾਪੀ ਤਹਿਸੀਲਦਾਰ ਦੇ ਆਫਿਸ ਦੇ ਵਿੱਚ ਜਿਹੜਾ ਨੋਟਿਸ ਬੋਰਡ ਬਣਿਆ ਹੋਇਆ ਹੁੰਦਾ ਸਾਡਾ ਉੱਥੇ ਚਸਪਾ ਕੀਤੀ ਜਾਂਦੀ ਹੈ। ਦੈਨ ਫਿਰ ਕੀ ਹੈਗਾ, ਕਾਪੀ ਡਿਫਾਲਟਰ ਨੂੰ ਦੇਣ ਤੋਂ ਬਾਅਦ, ਤਹਿਸੀਲਦਾਰ ਨੂੰ ਦੇਣ ਤੋਂ ਬਾਅਦ ਇੱਕ ਕਾਪੀ ਜਿਹੜਾ ਕਲੈਕਟਰ ਦੇ ਜਿਹੜੇ ਨੋਟਿਸ ਬੋਰਡ ਹੁੰਦਾ ਹੈ, ਕਲੈਕਟਰ ਦੇ ਨੋਟਿਸ ਬੋਰਡ ਤੇ ਵੀ ਚਸਪਾ ਕਰਵਾਈ ਜਾਂਦੀ ਹੈ ਇੱਕ ਕਾਪੀ। The proclamation shall be further published in the manner prescribed in section 22। ਸੈਕਸ਼ਨ 22 ਦੇ ਵਿੱਚ ਮਨਾਦੀ ਦਾ ਜਿਹੜਾ ਤਰੀਕਾ ਦੱਸਿਆ ਗਿਆ ਢੋਲ ਵਜਾ ਕੇ ਪੀਪਾ ਖੜਕਾ ਕੇ ਹੈ ਜੀ, ਉਹ ਜਿਹੜਾ ਪ੍ਰੋਸੈਸ ਹੈ ਉਹ ਅਡਾਪਟ ਕੀਤਾ ਜਾਏਗਾ ਸਾਰਾ ਦਾ ਸਾਰਾ। ਨੈਕਸਟ ਵਾਲਾ ਸੈਕਸ਼ਨ ਹੈਗਾ ਸੈਕਸ਼ਨ 82। 82 ਦੇ ਵਿੱਚ ਕੀ ਹੈ, ਟਾਈਮ ਐਂਡ ਕੰਡਕਟ ਆਫ ਦਾ ਸੇਲ। ਕਿਸ ਸਮੇਂ ਜਿਹੜੀ ਸੇਲ ਹੈਗੀ ਹੈ ਉਹ ਕੰਡਕਟ ਕੀਤੀ ਜਾਣੀ ਚਾਹੀਦੀ ਹੈ। The sale shall not be placed on a Sunday or other holiday। ਕੋਈ ਸੰਡੇ ਦਾ ਦਿਨ ਨਹੀਂ ਰੱਖਿਆ ਜਾਏਗਾ ਸੇਲ ਕਰਨ ਵਾਸਤੇ, ਆਕਸ਼ਨ ਕਰਨ ਵਾਸਤੇ, ਬੋਲੀ ਕਰਨ ਵਾਸਤੇ, ਤੇ ਨਾ ਹੀ ਕੋਈ ਜਿਹੜੀ ਗੈਸਟ ਹੌਲੀਡੇ ਹੁੰਦੀ ਹੈ ਉਹ ਟਾਈਮ ਰੱਖਿਆ ਜਾਏਗਾ। ਤੇ ਨਾਲ ਜਿਹੜਾ ਟਾਈਮ ਰੱਖਿਆ ਜਾਣਾ ਹੈ ਜਦੋਂ ਕਲੈਕਟਰ ਦੇ ਬੋਰਡ ਦੇ ਉੱਪਰ ਨੋਟਿਸ ਲੱਗ ਗਿਆ, ਠੀਕ ਹੈ, ਉਹ ਬੋਰਡ ਲੱਗਣ ਤੋਂ ਬੋਰਡ ਦੇ ਉੱਪਰ ਨੋਟਿਸ ਲੱਗਣ ਤੋਂ ਬਾਅਦ ਘੱਟੋ ਘੱਟ 30 ਡੇਜ਼ ਤੋਂ ਬਾਅਦ ਹੀ ਜਿਹੜੀ ਆਕਸ਼ਨ ਹੈਗੀ ਆ ਉਹ ਹੋਣੀ ਚਾਹੀਦੀ ਹੈ।
मतलब कहने का भाव है वो ओपन अपॉर्चुनिटी शुड बी गिवन टू ऑल द पर्सनस और इंक्लूडिंग डिफाल्टर। हर बंदे ਨੂੰ पूरी अपॉर्चुनिटी मिलनी चाहिए है, बोली देने वाले ਨੂੰ भी ਤੇ डिफाल्टर ਨੂੰ भी। ਕਿ ਕੋਈ ਪੈਸੇ ਜਮ੍ਹਾਂ ਕਰਾਉਣਾ ਚਾਹੁੰਦਾ ਹੈ ਤਾਂ ਪੈਸੇ ਆ 30 ਦਿਨ ਦੇ ਅੰਦਰ ਆਲਾ ਇੰਤਜ਼ਾਮ ਕਰ ਸਕਦਾ ਹੈ। ਮੇਬੀ ਉਹਨੂੰ ਤਹਿਸੀਲ ਦੀ ਨੋਟਿਸ ਤੋਂ ਨਾ ਪਤਾ ਲੱਗਿਆ ਹੋਵੇ ਜਾਂ ਉਹਨੇ ਨੋਟਿਸ ਨਾ ਲਿਆ ਹੋਵੇ, ਅਸੀਂ ਕਲੈਕਟਰ ਕੋਲੇ ਨੋਟਿਸ, ਕਲੈਕਟਰ ਦੇ ਜਿਹੜਾ ਆਫਿਸ ਹੈ ਉਹਦੇ 'ਤੇ ਨੋਟਿਸ ਲਗਾ ਦਿੱਤਾ ਤੇ ਫਿਰ ਵੀ ਉਸ ਤੋਂ ਬਾਅਦ 30 ਦਿਨ ਦੇ ਵਿੱਚ ਜਿਹੜਾ ਸਮਾਂ ਹੈਗਾ ਉਹ ਦੇਣਾ ਬਣਦਾ ਹੈਗਾ। 30 ਦਿਨਾਂ ਤੋਂ ਬਾਅਦ ਹੀ ਜਿਹੜੀ ਅਸੀਂ ਹੈਗੀ ਹੈ ਆਪਸ਼ਨ ਕਰ ਸਕਦੇ ਹਾਂ। ਕਲੈਕਟਰ ਦੇ ਨੋਟਿਸ ਬੋਰਡ ਦੇ ਉੱਪਰ ਨੋਟਿਸ ਲੱਗਣ ਤੋਂ 30 ਡੇਜ਼ ਦਾ ਜਿਹੜਾ ਸਮਾਂ ਹੈਗਾ ਉਹ ਦੇਣ ਉਪਰੰਤ ਹੀ ਜਿਹੜੀ ਬੋਲੀ ਕੀਤੀ ਜਾ ਸਕਦੀ ਹੈ। सॉरी सर, हाँ जी। की सर जनाब की सर चल रहा है कि पढ़ने जा ਹੈ ਜੀ, सॉरी सर मैं हुणे आया हूं की पढ़ा ਆਪਾਂ ਪੜ੍ਹ ਰਹੇ ਹਾਂ ਲੈਂਡ ਪੰਜਾਬ ਲੈਂਡ ਰੈਵਨਿਊ ਐਕਟ 1887 ਪੇਪਰ ਨੰਬਰ 1 थैंक यू सर। ਸੈਕਸ਼ਨ 82 ਨਿਕਾਲ ਲਓ ਜੀ। ਸੈਕਸ਼ਨ 82 ਆਪਾਂ ਇਸ ਤੋਂ ਪਹਿਲਾਂ ਇੱਕ ਸੈਕਸ਼ਨ ਪੜ੍ਹਿਆ 81 ਜਿਹਦੇ ਚ ਹੈਗੇ ਮੁਨਾਦੀ ਕਿਵੇਂ ਕਰਾਣੀ ਹੈ। ਠੀਕ ਹੈ, ਮੁਨਾਦੀ ਕਰਾਉਣ ਦਾ ਤਰੀਕਾ ਕੀ ਹੈ ਜੀ। ਅਸੀਂ ਬੋਲੀ ਕਰਨੀ ਹੈ, ਸਿਰਫ ਇੱਕ ਨੋਟਿਸ ਜਿਹੜਾ डिफाल्टर ਨੂੰ ਦਿੱਤਾ ਜਾਏਗਾ, ਦੂਜਾ ਨੋਟਿਸ ਜਾਏਗਾ ਤਹਿਸੀਲ ਦੇ ਬਾਹਰਲੇ ਪਾਸੇ ਲੱਗੇਗਾ ਤਹਿਸੀਲਦਾਰ ਦੇ ਨੋਟਿਸ ਬੋਰਡ ਤੇ ਤੀਜਾ ਜਿਹੜਾ ਨੋਟਿਸ ਹੈਗਾ ਉਹ ਲੱਗੇਗਾ ਕਲੈਕਟਰ ਦੇ ਨੋਟਿਸ ਬੋਰਡ ਤੇ ਲੱਗੇਗਾ। ਕਲੈਕਟਰ ਦੇ ਨੋਟਿਸ ਬੋਰਡ ਤੇ ਲੱਗਣ ਤੋਂ ਬਾਅਦ 30 ਦਿਨਾਂ ਦਾ ਜਿਹੜਾ ਸਮਾਂ ਦਿੱਤਾ ਜਾਏਗਾ। 30 ਦਿਨਾਂ ਤੋਂ ਬਾਅਦ ਜਿਹੜੀ ਹੈਗੀ ਅਸੀਂ ਆਕਸ਼ਨ ਕਰ ਸਕਦੇ ਹਾਂ, ਨਿਲਾਮੀ ਕਰ ਸਕਦੇ ਹਾਂ। ਕੋਈ ਜ਼ਮੀਨ ਸੇਲ ਕਰਨੀ ਹੋਵੇ ਟੂ ਰਿਕਵਰ ਦ ਏਰੀਅਰਸ ਆਫ ਦ ਲੈਂਡ ਰੈਵਨਿਊ। ਦੈਨ ਹੈਗਾ ਸਾਡੇ ਕੋਲ ਪਾਵਰ टाइम एंड कंडक्ट ऑफ द सेल, मतलब किस समय ਤੇ ਜਿਹੜੀ ਸੇਲ ਕੀਤੀ ਜਾਣੀ ਹੈ, ਕਦੋਂ ਉਹਦਾ ਸਮਾਂ ਹੋਣਾ ਚਾਹੀਦਾ ਹੈ। ਸੰਡੇ ਜਾਂ ਕੋਈ ਗੈਸਟਡ ਜਿਹੜੀ ਹੌਲੀਡੇ ਹੈ ਉਸ ਨੂੰ ਅਸੀਂ ਜਿਹੜੀ ਆਕਸ਼ਨ ਹੈਗੀ ਹੈ ਨਹੀਂ ਕਰਾਣੀ ਹੁੰਦੀ। 30 ਡੇਜ਼ ਦਾ ਜਿਹੜਾ ਸਮਾਂ ਜਿਹੜਾ ਬੀਤਣਾ ਚਾਹੀਦਾ ਹੈਗਾ ਨੋਟਿਸ ਬੋਰਡ ਤੇ ਲੱਗਣ ਤੋਂ ਬਾਅਦ, ਮੁਨਾਦੀ ਹੋਣ ਤੋਂ ਬਾਅਦ 30 ਦਿਨਾਂ ਦੇ ਸਮੇਂ ਤੋਂ ਬਾਅਦ ਹੀ ਜਿਹੜੀ ਹੈਗੀ ਹੈ ਅਸੀਂ ਆਕਸ਼ਨ ਕਰਵਾ ਸਕਦੇ ਹਾਂ। ਦਿਸ ਸੇਲ ਸ਼ੈਲ ਬੀ ਪਬਲਿਕ ਆਕਸ਼ਨ। ਜਿਹੜੀ ਇਹ ਸੇਲ ਕਰਵਾਉਣੀ ਹੁੰਦੀ ਹੈ ਇਹ ਬੰਦ ਕਮਰੇ 'ਚ ਨਹੀਂ ਹੋਣੀ ਚਾਹੀਦੀ, ਇਹ ਪਬਲਿਕ ਦੇ ਵਿੱਚ, ਆਮ ਜਨਤਾ ਦੇ ਵਿੱਚ ਓਪਨ, ਚਾਹੇ ਪਿੰਡ ਦੇ ਵਿੱਚ ਜਾ ਕੇ ਹੋਵੇ ਚਾਹੇ ਕਿਸੇ ਆਫਿਸ 'ਚ ਹੋਵੇ, ਫਿਰ ਵੀ ਖੁੱਲੇ ਉਹਦੇ ਵਿੱਚ ਜਿਹੜੀ ਕਿ ਜਿੱਥੇ ਆਮ ਜਨਤਾ ਨੂੰ ਆਉਣ ਦਾ ਮੌਕਾ ਹੋਵੇ, ਮਿਲ ਬੈਠ ਕੇ ਬੋਲੀ ਕਰ ਸਕੇ। ਦ ਸੇਲ ਸ਼ੈਲ ਬੀ ਬਾਈ ਪਬਲਿਕ ਆਕਸ਼ਨ ਐਂਡ ਸ਼ੈਲ ਬੀ ਕੰਡਕਟਡ ਆਈਦਰ ਬਾਈ ਦ ਕਲੈਕਟਰ ਇਨ ਪਰਸਨ ਔਰ ਬਾਈ ਦ ਰੈਵਨਿਊ ਆਫਿਸਰ ਸਪੈਸ਼ਲੀ ਅਪਾਇੰਟਡ ਬਾਈ ਹਿਮ ਇਨ ਦਿਸ ਬਿਹਾਫ। ਮਤਲਬ ਕਲੈਕਟਰ ਵੱਲੋਂ ਯਾਨੀ ਕਿ ਅਸਿਸਟੈਂਟ ਕਲੈਕਟਰ ਯਾਨੀ ਕਿ ਤਹਿਸੀਲਦਾਰ ਨਾਇਬ ਤਹਿਸੀਲਦਾਰ ਵੱਲੋਂ ਹੀ ਜਿਹੜੀਆਂ ਹੈਗੀਆਂ ਨੇ ਇਹ ਜਿਹੜੀਆਂ ਬੋਲੀਆਂ ਕਰਾਈਆਂ ਜਾਂਦੀਆਂ ਨੇ ਜਦੋਂ ਕੋਈ ਲੈਂਡ ਸੇਲ ਕਰਨੀ ਹੋਵੇ। ਸੈਕਸ਼ਨ 83 ਚ ਕੀ ਕਿਹਾ ਗਿਆ? ਪਾਵਰ ਟੂ ਪੋਸਟਪੋਨ ਦਾ ਸੇਲ। ਜੇਕਰ ਅਸੀਂ ਮੁਨਾਦੀ ਕਰਵਾ ਦਿੱਤੀ, ਠੀਕ ਹੈ, ਤਾਂ ਇਹ ਸੈਕਸ਼ਨ 83 ਕਹਿੰਦਾ ਹੈ ਅਸੀਂ ਬਾਉਂਡ ਨਹੀਂ ਹੋ ਗਏ ਵੀ ਅਸੀਂ ਮੁਨਾਦੀ ਦਾ ਨੋਟਿਸ ਕੀਤਾ ਸੀਗਾ, ਅਸੀਂ ਮੁਨਾਦੀ ਕਰਾਈ ਸੀਗੀ ਵੀ ਅਸੀਂ ਸੇਲ ਕਰਨੀ ਹੈਗੀ ਹੈ, ਤਾਂ ਅਸੀਂ ਬਾਉਂਡ ਨਹੀਂ ਹੋ ਗਏ। ਤਾਂ ਸਾਨੂੰ 83 ਸੈਕਸ਼ਨ ਦੇ ਵਿੱਚ ਜੇ ਕੋਈ ਰੀਜ਼ਨ ਐਸਾ ਬਣਦਾ ਹੈਗਾ, ਪਾਰਟੀ ਆ ਕੇ ਕੋਈ ਪੈਸੇ ਦਿੰਦੀ ਹੈ ਜਾਂ ਕੋਈ ਹੋਰ ਕਾਰਨ ਬਣਦਾ ਹੈਗਾ, ਤਾਂ ਜਿਹੜੀ ਬੋਲੀ ਹੈਗੀ ਹੈ ਉਹ ਪੋਸਟਪੋਨ ਕੀਤੀ ਜਾ ਸਕਦੀ ਹੈ। ਫॉर ਫਰਦਰ ਕਿਸੇ ਹੋਰ ਡੇਟ ਦੇ ਲਈ ਪੋਸਟਪੋਨ ਕੀਤੀ ਜਾ ਸਕਦੀ ਹੈ। ਕੋਈ ਕਾਰਨ ਹੋ ਗਿਆ, ਕੋਈ ਰੀਜ਼ਨ ਹੋ ਗਿਆ, ਠੀਕ ਹੈ, ਤਹਿਸੀਲਦਾਰ ਮੌਕੇ ਤੇ ਨਹੀਂ ਜਾ ਰਿਹਾ, ਕੋਈ ਇਸ ਤੋਂ ਵੀ ਇੰਪੋਰਟੈਂਟ ਕੰਮ ਨਿਕਲਿਆ ਆ, ਤਾਂ ਜਿਹੜੀ ਹੈਗੀ ਹੈ ਤਾਂ ਕਲੈਕਟਰ ਮੇ ਫਰੋਮ ਟਾਈਮ ਟੂ ਟਾਈਮ ਪੋਸਟਪੋਨ ਦਾ ਸੇਲ। ਦੈਨ ਹੈ ਸੈਕਸ਼ਨ 84 ਸਟੇ ਆਫ ਦਾ ਸੇਲ। ਜਿਹੜੀ ਸੇਲ ਹੈਗੀ ਹੈ ਇਹਨੂੰ ਸਟੇ ਕੀਤਾ ਜਾ ਸਕਦਾ ਹੈ ਇਫ at any time before the bidding at the auction। ਬੋਲੀ ਹੋਣ ਤੋਂ ਪਹਿਲਾਂ ਜਾਂ ਜੋ ਬੋਲੀ ਜਦੋਂ ਤੱਕ ਕੰਪਲੀਟ ਨਾ ਹੋ ਗਈ ਹੋਵੇ, ਜਾਂ the defaulter pays the arrears in respect of which the property has been proclaimed। ਜੇ ਜਿਹੜੀ ਲੈਂਡ ਨੂੰ ਅਸੀਂ ਸੇਲ ਕਰਨ ਜਾ ਰਹੇ ਹਾਂ, ਜੇ ਉਸ ਲੈਂਡ ਦੇ ਅਗੇਂਸਟ ਜਿੰਨੀ ਰਿਕਵਰੀ ਕਿਸੇ ਬਾਕੀਦਾਰ ਦੇ ਵੱਲ ਖੜੀ ਹੈਗੀ ਆ ਉਹ ਆ ਕੇ ਪੇਮੈਂਟ ਜਮ੍ਹਾਂ ਕਰਵਾ ਦਿੰਦਾ ਹੈਗਾ, ਤਾਂ ਜਿਹੜੀ ਸੇਲ ਹੈਗੀ ਹੈ ਉਹਨੂੰ ਸਟੇ ਕੀਤਾ ਜਾ ਸਕਦਾ ਹੈ। ਟੂਗੈਦਰ ਵਿਦ ਦ ਕਾਸਟ ਆਫਿਸਰ ਕੰਡਕਟਿੰਗ ਦਾ ਸੇਲ, ਜਿਹੜਾ ਆਫਿਸਰ ਸੇਲ ਕਰਨ ਵਾਸਤੇ ਗਿਆ ਹੈਗਾ, ਜੇ ਉੱਥੇ ਜਾ ਕੇ ਉਹ ਪੇਮੈਂਟ ਜਮ੍ਹਾਂ ਕਰਵਾ ਦਿੰਦਾ ਹੈਗਾ, ਰਿਕਵਰੀ ਸਾਰੀ ਤੇ ਜਿਹੜੀ ਸੇਲ ਹੈਗੀ ਹੈ ਉਸ ਨੂੰ ਸਟੇ ਕੀਤਾ ਜਾ ਸਕਦਾ, ਰੁਕੀ ਜਾ ਸਕਦੀ ਹੈ। ਕੋਈ ਜ਼ਰੂਰੀ ਨਹੀਂ ਹੈਗੀ ਵੀ ਹੁਣ ਸਟੇ ਅਸੀਂ ਤਾਂ ਮੁਨਾਦੀ ਕਰਾਈ ਵੀ ਜਿਸ ਤਰ੍ਹਾਂ ਬੋਲੀ ਕਰਾਂਗੇ, ਨਹੀਂ। ਬੋਲੀ ਕਰਨ ਦਾ ਮਕਸਦ ਸਿਰਫ ਇਹ ਹੈਗਾ ਵੀ ਰਿਕਵਰੀ ਵਸੂਲ ਕਰਨੀ ਹੈ। ਜੇ ਰਿਕਵਰੀ ਤੁਹਾਡੇ ਕੋਲੇ ਆ ਗਈ ਤਾਂ ਤੁਸੀਂ ਜਿਹੜੀ ਸਟੇ ਹੈਗੀ ਹੈ, ਸੇਲ ਹੈਗੀ ਹੈ, ਉਸ ਨੂੰ ਸਟੇ ਕਰ ਸਕਦੇ ਹੋ। ਨੈਕਸਟ ਹੈ ਸੈਕਸ਼ਨ 85 ਪੇਮੈਂਟ ਆਫ ਡਿਪੋਜ਼ਿਟ ਬਾਈ ਹਾਈਐਸਟ ਬਿਡਰ। ਜਿਹੜਾ ਹਾਈਐਸਟ ਬਿਡਰ ਹੈਗਾ, ਜਿਹਨੇ ਸਭ ਤੋਂ ਵੱਧ ਬੋਲੀ ਦਿੱਤੀ ਹੈ, ਉਹਦੀ ਜਿਹੜੀ ਪੇਮੈਂਟ ਹੈ ਕਦੋਂ ਲੈਣੀ ਹੁੰਦੀ ਹੈ? ਪੇ ਟੂ ਦਾ ਆਫਿਸਰ ਡਿਪੋਜ਼ਿਟ 25%। ਤੁਹਾਨੂੰ ਸਾਰਿਆਂ ਨੂੰ ਜਵਾਨੀ ਪਤਾ ਹੋਏਗਾ, ਤੁਸੀਂ ਬਹੁਤ ਸਾਰਿਆਂ ਨੇ ਬੋਲੀ 'ਚ ਭਾਗ ਲਿਆ ਹੋਏਗਾ, ਬਥੇਰੀਆਂ ਨਿਲਾਮੀਆਂ ਤੁਸੀਂ ਕਰਾਈਆਂ ਹੋਣੀਆਂ। 25% ਜਿਹੜੀ ਅਮਾਊਂਟ ਹੈਗੀ ਆਪਾਂ ਮੌਕੇ ਤੇ ਲੈਂਦੇ ਹਾਂ ਹਾਈਐਸਟ ਬਿਡਰ ਤੋਂ, ਠੀਕ ਹੈ। ਐਂਡ ਸ਼ੈਲ ਔਨ ਦਾ ਪੇਮੈਂਟ ਦੇਅਰ ਆਫ ਵੀ ਡਿਕਲੇਅਰ ਟੂ ਬੀ ਦਾ ਪਰਚੇਜ਼ਰ। ਜਦੋਂ ਉਹ ਪੇਮੈਂਟ ਜਮ੍ਹਾਂ ਕਰਵਾਉਂਦਾ ਹੈ ਤਾਂ ਉਸ ਵਿਅਕਤੀ ਨੂੰ ਅਸੀਂ ਜਿਹੜਾ ਹੈਗਾ ਪਰਚੇਜ਼ਰ ਡਿਕਲੇਅਰ ਕਰ ਦਿੰਦੇ ਹਾਂ। ਨੈਕਸਟ ਹੈ ਸੈਕਸ਼ਨ 86
consequences of the failure to pay the deposit. If the person who made the highest bid fails to pay the deposit, ਜਿਹੜੀ 25% amount ਹੈਗੀ ਹੈ ਉਹਨੇ ਜਮ੍ਹਾਂ ਨਹੀਂ ਕਰਾਈ ਹੈਗੀ, shall forthwith be put up again and sold, expenses attending to the first sale. ਉਹਨੇ ਪੈਸੇ ਜਮ੍ਹਾਂ ਨਹੀਂ ਕਰਵਾਏ ਹੈਗੇ ਤਾਂ ਜਿਹੜੀ ਬੋਲੀ ਹੈ ਦੁਬਾਰਾ ਕਰਵਾਈ ਜਾਏਗੀ, ਠੀਕ ਹੈ। ਔਨ ਦਾ ਰੀਸੇਲ ਮੇ ਬੀ ਰਿਕਵਰਡ, ਜੇ ਕੋਈ ਰੀਸੇਲ ਜੋ ਆਪਾਂ ਕਰਵਾਉਣਾ, ਜੇ ਉਸ ਦਿਨ ਸੇਲ ਆਪਾਂ ਨਹੀਂ ਕਰਵਾ ਸਕੇ ਤਾਂ ਸੈਕੰਡ ਡੇ ਜਾਂ ਫਸਟ ਕੋਈ ਨੈਕਸਟ ਡੇ ਤੇ ਜਦੋਂ ਕੋਈ ਅਸੀਂ ਦੁਬਾਰਾ ਸੇਲ ਕਰਵਾਉਂਦੇ ਆ ਤਾਂ ਪਹਿਲੀ ਸੇਲ ਦੇ ਉੱਪਰ ਜੇ ਕੋਈ ਸਾਡੀ ਕਾਸਟ ਖਰਚਾ ਹੋਇਆ ਹੈਗਾ ਤਾਂ ਉਸ ਵਿਅਕਤੀ ਤੋਂ ਜਿਹੜੀ ਰਿਕਵਰੀ ਕੀਤੀ ਜਾ ਸਕਦੀ ਹੈ, ਐਜ਼ ਏ ਏਰੀਅਰ ਆਫ ਲੈਂਡ ਰੈਵਨਿਊ ਰਿਕਵਰੀ ਕੀਤੀ ਜਾ ਸਕਦੀ ਹੈ। 87 ਸੈਕਸ਼ਨ ਜਿਹੜਾ ਹੈਗਾ ਇਹ ਰਿਪੀਲ ਹੋ ਚੁੱਕਿਆ ਹੈ। ਸੈਕਸ਼ਨ 88 ਟਾਈਮ ਫॉर ਦਾ ਪੇਮੈਂਟ ਇਨ ਫੁੱਲ। 25% ਅਮਾਉਂਟ ਤਾਂ ਅਸੀਂ ਮੌਕੇ ਤੇ ਲੈਂਦੇ ਆ ਹਾਈਐਸਟ ਬਿਡਰ ਤੋਂ, ਪਰਚੇਜ਼ਰ ਤੋਂ। ਬਾਕੀ ਜਿਹੜੀ ਅਮਾਉਂਟ 75% ਜਿਹੜੀ ਅਮਾਉਂਟ ਬਚ ਗਈ ਹੈਗੀ ਉਹ 15 ਦਿਨਾਂ ਦੇ ਅੰਦਰ ਅੰਦਰ 15th ਡੇ ਫਰੋਮ ਦੈਟ ਔਨ ਵਿਚ ਦਾ ਪਰਚੇਜ਼ਰ ਵਾਸ ਡਿਕਲੇਅਰਡ। 25% ਅਮਾਉਂਟ ਜਦੋਂ ਜਮ੍ਹਾਂ ਹੋ ਗਈ ਉਸ ਤੋਂ ਬਾਅਦ 15 ਦਿਨ ਦਾ ਸਮਾਂ ਹੋਰ ਦਿੱਤਾ ਜਾਂਦਾ ਜਿਹੜੀ 75% ਜਿਹੜੀ ਅਮਾਉਂਟ ਹੈਗੀ ਹੈ ਜਮ੍ਹਾਂ ਕਰਾਉਣ ਦੀ ਖਾਤਰ। Next is section 89, procedure in default of the payment. ਜੇ 15% 25% ਅਮਾਉਂਟ ਜਮ੍ਹਾਂ ਕਰਵਾਤੀ ਵਿਅਕਤੀ ਨੇ ਤੇ ਬਾਕੀ 75% ਅਮਾਉਂਟ ਜਮ੍ਹਾਂ ਨਹੀਂ ਕਰਵਾਈ ਹੈਗੀ ਤਾਂ ਕੀ ਪ੍ਰੋਸੀਜਰ ਹੋਏਗਾ? ਜਿਹੜੀ 25% ਜਿਹੜੀ ਅਮਾਉਂਟ ਉਹਨੇ ਜਮ੍ਹਾਂ ਕਰਵਾਈ ਹੈਗੀ ਆ ਉਹ ਫੋਰਫਿਟ ਹੋ ਜਾਏਗੀ ਸਰਕਾਰ ਦੇ ਖਾਤੇ ਦੇ ਵਿੱਚ। be forfeited to the government and may if the collector with the previous sanction of the commissioner be applied in reduction of the arrears. ਜੇ ਕਲੈਕਟਰ ਚਾਹੇ ਤਾਂ ਜਿਹੜੀ 25% ਅਮਾਉਂਟ ਉਹਨੇ ਜਮ੍ਹਾਂ ਕਰਾਈ ਸੀਗੀ ਉਹਨੂੰ ਫੋਰਫਿਟ ਵੀ ਕੀਤਾ ਜਾ ਸਕਦਾ, ਸਰਕਾਰ ਦੇ ਖਾਤੇ 'ਚ ਵੀ ਕੀਤਾ ਜਾ ਸਕਦਾ ਹੈ, ਜਾਂ ਫਿਰ ਜਿਹੜਾ ਡਿਫਾਲਟਰ ਹੈਗਾ ਕਮਿਸ਼ਨਰ ਦੀ ਪ੍ਰਵਾਨਗੀ ਉਪਰੰਤ, ਜਿਹੜਾ ਕਲੈਕਟਰ ਹੈ ਕਮਿਸ਼ਨਰ ਦੀ ਪ੍ਰਵਾਨਗੀ ਉਪਰੰਤ ਜਿਹੜਾ ਡਿਫਾਲਟਰ ਹੈ ਉਹਦੀ ਅਮਾਉਂਟ ਜਿੰਨੀ ਉਹਦੇ ਕੋਲ ਬਕਾਇਆ ਸੀ ਉਹਦੇ ਵਿੱਚੋਂ ਵੀ ਕਢਾਈ ਜਾ ਸਕਦੀ ਹੈ। ਇੰਨੀ ਅਮਾਉਂਟ ਡਿਫਾਲਟਰ ਦੇ ਅਕਾਊਂਟ ਦੇ ਵਿੱਚੋਂ ਵੀ ਐਡਜਸਟ ਕੀਤੀ ਜਾ ਸਕਦੀ ਹੈ। ਜਿਹੜੀ 25% ਅਮਾਉਂਟ ਜਮ੍ਹਾਂ ਕਰਾਈ ਹੈ ਵਿਅਕਤੀ ਨੇ ਤੇ 75% ਅਮਾਉਂਟ ਉਹ ਜਮ੍ਹਾਂ ਨਹੀਂ ਕਰਾਉਂਦਾ ਤਾਂ ਉਹ ਜਿਹੜੀ 25% ਅਮਾਉਂਟ ਜਮ੍ਹਾਂ ਕਰਾਈ ਵੀ ਉਹ ਖਤਮ ਹੋ ਜਾਂਦੀ ਹੈ, ਸਰਕਾਰ ਦੇ ਖਾਤੇ 'ਚ ਹੋਵੇ ਚਾਹੇ ਡਿਫਾਲਟਰ ਦੇ ਖਾਤੇ ਜਮ੍ਹਾਂ ਹੋਵੇ। ਤੇ ਜਿਹੜੀ ਬੋਲੀ ਹੈਗੀ ਹੈ ਫਿਰ ਉਹ ਦੁਬਾਰਾ ਫਿਰ ਕਰਵਾਈ ਜਾਏਗੀ। ਸੈਕਸ਼ਨ 90 ਹੈ ਰਿਪੋਰਟ ਆਫ ਸੇਲ ਟੂ ਦਾ ਕਮਿਸ਼ਨਰ। ਜਦੋਂ ਵੀ ਕੋਈ ਅਸੀਂ ਸੇਲ ਕਰਦੇ ਹਾਂ ਕਲੈਕਟਰ ਵੱਲੋਂ ਸੇਲ ਕੀਤੀ ਜਾਂਦੀ ਹੈ, ਬੇਸ਼ੱਕ ਅਸਿਸਟੈਂਟ ਕਲੈਕਟਰ ਕਰਵਾਵੇ ਜਾ ਕੇ, ਠੀਕ ਹੈ, ਤਹਿਸੀਲਦਾਰ ਕਰਵਾਵੇ, ਨਾਇਬ ਤਹਿਸੀਲਦਾਰ ਕਰਵਾਵੇ, ਪਰ ਜਿਹੜੀ ਉਹਦੀ ਰਿਪੋਰਟ ਹੈਗੀ ਹੈ ਕਿਉਂਕਿ ਕਮਿਸ਼ਨ ਸੇਲ ਕਰਨ ਤੋਂ ਪਹਿਲਾਂ ਜਿਹੜੀ ਪਰਮਿਸ਼ਨ ਹੈ ਉਹ ਅਸੀਂ ਕਲੈਕਟਰ ਤੋਂ ਕਮਿਸ਼ਨਰ ਤੋਂ ਲੈਂਦੇ ਹਾਂ। ਇਸੇ ਕਰਕੇ ਜਦੋਂ ਸੇਲ ਕਨਫਰਮ ਹੋ ਜਾਂਦੀ ਹੈ ਸਾਡੇ ਵੱਲੋਂ ਸੇਲ ਕਰ ਦਿੱਤੀ ਜਾਂਦੀ ਹੈ ਤਾਂ ਉਹਦੀ ਕਨਫਰਮੇਸ਼ਨ ਕਮਿਸ਼ਨਰ ਵੱਲੋਂ ਕੀਤੀ ਜਾਂਦੀ ਹੈ। ਸੇਲ ਦੀ ਸਾਰੀ ਰਿਪੋਰਟ ਫਿਰ ਅਸੀਂ ਥਰੂ ਕਲੈਕਟਰ ਕਮਿਸ਼ਨਰ ਕੋਲ ਭੇਜਦੇ ਹਾਂ। ਜਦੋਂ ਕਮਿਸ਼ਨਰ ਕਨਫਰਮ ਕਰ ਦਿੰਦੇ ਆ ਉਸਨੂੰ ਫਿਰ ਹੀ ਉਹ ਜਿਹੜੀ ਬੋਲੀ ਹੈਗੀ ਆ ਉਹ ਫਾਈਨਲ ਸਮਝੀ ਜਾਂਦੀ ਹੈ, ਸੋਰੀ ਸੇਲ ਫਾਈਨਲ ਸਮਝੀ ਜਾਂਦੀ ਹੈ। ਕਮਿਸ਼ਨਰ ਦੀ ਪ੍ਰਵਾਨਗੀ ਆਉਣ ਉਪਰੰਤ ਜੇਕਰ ਕਿਸੇ ਵਿਅਕਤੀ ਨੂੰ ਕੋਈ ਇਤਰਾਜ਼ ਹੋਵੇ, ਸੈਕਸ਼ਨ 91 ਹੈਗਾ, ਜੇਕਰ ਕਿਸੇ ਵਿਅਕਤੀ ਨੂੰ ਇਤਰਾਜ਼ ਕੋਈ ਹੋਵੇ ਵੀ ਜਿਹੜੀ ਆਕਸ਼ਨ ਹੋਈ ਹੈ, ਬੋਲੀ ਹੋਈ ਹੈ, ਇਹ ਮਿਲੀ ਭੁਗਤ ਨਾਲ ਹੋਈ ਹੈ, ਇਹ ਕਿਸੇ ਉੱਪਰ ਸਪੇਸ ਤੇ ਨਹੀਂ ਹੋਈ, ਜਾਂ ਕਿਸੇ ਦਾ ਪ੍ਰੋਪਰ ਨੋਟਿਸ ਨਹੀਂ ਕੀਤਾ ਗਿਆ, ਪ੍ਰੋਪਰ ਨੂੰ ਮਨਾਦੀ ਨਹੀਂ ਕਰਾਈ ਗਈ, ਠੀਕ ਹੈ, ਕਿਸੇ ਬੰਦ ਕਮਰੇ 'ਚ ਬੈਠ ਕੇ ਪਾਰਟੀਆਂ ਨੇ ਆਪਸ ਦੇ ਵਿੱਚ ਤਾਲਮੇਲ ਕਰਕੇ ਮਿਲੀ ਭੁਗਤ ਕਰਕੇ ਜਿਹੜੀ ਇਹ ਬੋਲੀ ਹੈਗੀ ਲੈ ਲਈ ਹੈਗੀ ਹੈ ਜ਼ਮੀਨ, ਠੀਕ ਹੈ, ਤਾਂ 30 ਡੇਜ਼ ਦੇ ਅੰਦਰ ਅੰਦਰ ਕੋਈ ਵੀ ਵਿਅਕਤੀ ਕਮਿਸ਼ਨਰ ਕੋਲ ਜਾ ਕੇ ਜਿਹੜੀ ਐਪਲੀਕੇਸ਼ਨ ਦੇ ਸਕਦਾ ਇਸ ਸੇਲ ਦੇ ਅਗੇਂਸਟ ਵੀ ਜਿਹੜੀ ਸੇਲ ਹੋਈ ਹੈ ਇਹਦੇ 'ਚ ਆਹ ਫਾਲਟ ਹੈਗੇ ਆ ਤੇ ਆਹ ਪ੍ਰੋਬਲਮ ਹੈਗੀ ਹੈ, ਸਾਨੂੰ ਨਹੀਂ ਪਤਾ ਚੱਲਿਆ, ਸਾਡਾ ਲਾਸ ਹੋ ਰਿਹਾ ਹੈ ਇਹਦੇ ਵਿੱਚ, ਵੀ ਫਲਾਣੀ ਜਿਹੜੀ ਇਰੈਗੂਲਰਿਟੀ ਜਿਹੜੀ ਹੈਗੀ ਹੈ, ਕੋਈ ਮਿਸਟੇਕ ਹੈ ਇਹਦੇ ਵਿੱਚ ਜਿਹੜੀ ਹੈਗੀ ਹੈ ਹੋਈ ਹੈ, ਜਿਹੜੀ ਪ੍ਰੋਪਰ ਹੈ ਬੋਲੀ ਕੰਡਕਟ ਨਹੀਂ ਕੀਤੀ ਗਈ। ਬਟ ਸਬਸੈਕਸ਼ਨ 2 'ਚ ਕੀ ਕਿਹਾ ਗਿਆ? ਬਟ ਅ ਸੇਲ ਸ਼ੈਲ ਨਾਟ ਬੀ ਸੈਟ ਅਸਾਈਡ ਔਨ ਦੈਟ ਗਰਾਊਂਡ ਅਨਲੈਸ ਦ ਐਪਲੀਕੈਂਟ ਪ੍ਰੂਵਸ। ਜਦੋਂ ਤੱਕ ਉਹ ਪ੍ਰੂਵ ਨਹੀਂ ਕਰ ਦਿੰਦਾ, ਸੈਟੀਸਫਾਈ ਨਹੀਂ ਕਰਾ ਦਿੰਦਾ ਕਮਿਸ਼ਨਰ ਨੂੰ, ਉਦੋਂ ਤੱਕ ਜਿਹੜੀ ਬੋਲੀ ਹੈਗੀ ਹੈ ਉਹ ਕੈਂਸਲ ਨਹੀਂ ਕੀਤੀ ਜਾਵੇਗੀ। ਸੈਕਸ਼ਨ 92 ਆਰਡਰ ਕਨਫਰਮਿੰਗ ਔਰ ਸੈਟਿੰਗ ਅਸਾਈਡ ਦਾ ਸੇਲ। 30 ਡੇਜ਼ ਦਾ ਸਮਾਂ ਦਿੱਤਾ ਗਿਆ ਹੈ ਆਮ ਜਨਤਾ ਨੂੰ ਐਪਲੀਕੇਸ਼ਨ ਦੇਣ ਦੇ ਲਈ। 30 ਦਿਨ ਦਾ ਸਮਾਂ ਜਦੋਂ ਕਮਿਸ਼ਨਰ ਕੋਲੇ ਬੋਲੀ ਤੋਂ ਬਾਅਦ 30 ਡੇਜ਼, ਜਦੋਂ 30 ਡੇਜ਼ ਦਾ ਸਮਾਂ ਬੀਤ ਜਾਂਦਾ ਹੈ ਤਾਂ ਕਮਿਸ਼ਨਰ ਹੈਗੇ ਆ ਜਿਹੜੇ ਉਹ ਇਸ ਸੇਲ ਨੂੰ ਕਨਫਰਮ ਕਰ ਸਕਦੇ ਆ। ਜੇਕਰ ਐਪਲੀਕੇਸ਼ਨ ਕਿਸੇ ਵਿਅਕਤੀ ਨੇ ਦਿੱਤੀ ਹੈ ਇਹਦੇ ਅਗੇਂਸਟ, ਜੇਕਰ ਐਪਲੀਕੇਸ਼ਨ ਰਿਜੈਕਟ ਹੋ ਜਾਂਦੀ ਹੈ ਤਾਂ ਜਿਹੜੀ ਇਹ ਬੋਲੀ ਹੈਗੀ ਹੈ ਇਹ ਕਨਫਰਮ ਕਰ ਦਿੱਤੀ ਜਾਂਦੀ ਹੈ, ਜਾਂ ਫਿਰ ਕਮਿਸ਼ਨਰ ਕੋਲ ਅਧਿਕਾਰ ਹੈਗਾ
ਜੇ ਕਮਿਸ਼ਨਰ ਨੂੰ ਲੱਗਦਾ ਵੀ ਕੋਈ ਇਰੈਗੂਲਰਿਟੀ ਜਿਹੜੀ ਹੈਗੀ ਹੈ ਕੰਡਕਟ ਕੀਤੀ ਗਈ ਹੈ, ਸੇਲ ਜਿਹੜੀ ਪ੍ਰੋਪਰ ਤਰੀਕੇ ਨਾਲ ਨਹੀਂ ਹੋਈ, ਤਾਂ ਜਿਹੜੀ ਕੇਸ ਆਇਆ ਹੈਗਾ ਤਾਂ ਉਸ ਨੂੰ ਜਿਹੜੀ ਬੋਲੀ ਹੈ ਉਸ ਨੂੰ ਸੈਟੀਸਫਾਈਡ ਵੀ ਕੀਤਾ ਜਾ ਸਕਦਾ ਹੈ ਸੇਲ ਨੂੰ। ਕਮਿਸ਼ਨਰ ਵੱਲੋਂ ਜਿਹੜਾ ਕੀਤਾ ਗਿਆ ਆਰਡਰ ਹੈਗਾ ਉਹ ਫਾਈਨਲ ਹੋਏਗਾ। ਦੈਨ ਸੈਕਸ਼ਨ 93, ਜੇਕਰ ਬੋਲੀ ਕਿਸੇ ਕਾਰਨ ਰੱਦ ਹੋ ਜਾਂਦੀ ਹੈ, ਸੈਟੀਸਫਾਈਡ ਹੋ ਜਾਂਦੀ ਹੈ ਕਮਿਸ਼ਨਰ ਵੱਲੋਂ, ਤਾਂ ਫਿਰ ਜਿਹੜੀ ਅਮਾਉਂਟ ਹੈ ਜਿਹੜੀ 25% ਜਿਹੜੀ ਆ 75% ਜਿਹੜੀ ਅਮਾਉਂਟ ਜਮ੍ਹਾਂ ਕਰਾਈ ਹੈ ਉਸ ਵਿਅਕਤੀ ਨੇ, ਪਰਚੇਜ਼ਰ ਨੇ, ਹੀ ਇਜ਼ ਐਂਟਾਈਟਲਡ ਟੂ ਗੈਟ ਬੈਕ ਆਵਰ ਮਨੀ, ਤਾਂ ਉਹ ਆਪਣਾ ਜਿਹੜਾ ਰਿਫੰਡ ਹੈਗਾ ਉਹ ਵਾਪਸ ਲੈ ਸਕਦਾ ਹੈ ਪਰਚੇਜ਼ਰ, ਕਿਉਂਕਿ ਪਰਚੇਜ਼ਰ ਦੇ ਵਿੱਚ ਕੋਈ ਇਹ ਕਿਹਾ ਗਿਆ ਵੀ ਪਰਚੇਜ਼ਰ ਨੇ ਅਮਾਉਂਟ ਜਮ੍ਹਾਂ ਕਰਾਈ ਹੈ, ਉਹਦੇ ਪੱਧਰ ਤੇ ਕੋਈ ਗਲਤੀ ਨਹੀਂ ਸੀਗੀ, ਬੋਲੀ ਦੇ ਵਿੱਚ ਕੋਈ ਪ੍ਰੋਬਲਮ ਸੀਗੀ, ਦੇਣ ਬੋਲੀ ਕਰਵਾਉਣ ਦੇ ਵਿੱਚ ਕੋਈ ਪ੍ਰੋਸੈਸ ਪ੍ਰੋਪਰ ਜਿਹੜਾ ਅਡਾਪਟ ਨਹੀਂ ਸੀ ਕੀਤਾ ਗਿਆ, ਜਿਸ ਕਰਕੇ ਇਹਦੀ ਬੋਲੀ ਹੈਗੀ ਰੱਦ ਕਰ ਦਿੱਤੀ ਗਈ, ਤਾਂ ਪਰਚੇਜ਼ਰ ਸ਼ੈਲ ਬੀ ਐਂਟਾਈਟਲਡ ਟੂ ਰਿਸੀਵ ਬੈਕ ਹਿਸ ਪਰਚੇਜ਼ ਮਨੀ, ਆਪਣੀ ਪਰਚੇਜ਼ ਮਨੀ ਨੂੰ ਉਹ ਵਾਪਸ ਲੈ ਸਕਦਾ ਹੈਗਾ। 94 ਦੇ ਵਿੱਚ ਪ੍ਰੋਕਲੇਮੇਸ਼ਨ ਆਫਟਰ ਪੋਸਟਪੋਨ ਔਰ ਔਨ ਰੀਸੇਲ, ਜੇਕਰ ਕਿਸੇ ਕਾਰਨ ਜਿਹੜੀ ਬੋਲੀ ਹੈਗੀ ਹੈ ਉਹ ਪੋਸਟਪੋਨ ਹੋ ਜਾਂਦੀ ਹੈ, ਸੇਮ ਜਿਹੜੀ ਤਰੀਕ ਨੀਤ ਕੀਤੀ ਗਈ ਸੀ ਆਕਸ਼ਨ ਕਰਨ ਦੀ ਖਾਤਰ, ਉਸ ਡੇਟ ਤੇ ਤਹਿਸੀਲਦਾਰ ਮੌਕੇ ਤੇ ਨਹੀਂ ਜਾ ਸਕਿਆ, ਠੀਕ ਹੈ, ਜਾਂ ਫਿਰ ਜਿਹੜੀ ਬੋਲੀ ਸੀਗੀ ਉਹ ਕਮਿਸ਼ਨਰ ਵੱਲੋਂ ਰੱਦ ਹੋ ਗਈ, ਦੁਬਾਰਾ ਰੀਸੇਲ ਕਰਵਾਉਣੀ ਹੈ, ਪੇਮੈਂਟ ਜਮ੍ਹਾਂ, ਜਾਂ ਫਿਰ ਰੀਜ਼ਨ ਇਹ ਵੀ ਹੋ ਸਕਦਾ ਵੀ ਉਸਨੇ 25% ਅਮਾਊਂਟ ਜਮ੍ਹਾਂ ਕਰਾਤੀ, ਬਾਕੀ 75% ਅਮਾਊਂਟ ਜਮ੍ਹਾਂ ਨਹੀਂ ਕਰਾਉਣ ਵਾਸਤੇ ਆਇਆ ਜਿਹੜਾ ਪਰਚੇਜ਼ਰ ਸੀਗਾ। ਰੀਜ਼ਨ ਮੇਰੀ ਕੋਈ ਵੀ ਹੋ ਸਕਦਾ ਹੈ, ਦੋ ਤਿੰਨ ਜਿਹੜੇ ਰੀਜ਼ਨ ਹੈਗੇ ਨੇ, ਕਾਰਨ ਹੋ ਸਕਦੇ ਨੇ, ਤਾਂ ਕਿ ਜਦੋਂ ਬੋਲੀ ਦੁਬਾਰਾ ਕਰਾਉਣੀ ਪੈ ਸਕਦੀ ਹੈ, ਜਦੋਂ ਬੋਲੀ ਦੁਬਾਰਾ ਕਰਾਉਣੀ ਪੈਂਦੀ ਹੈ ਤਾਂ ਫਿਰ ਦੁਬਾਰਾ ਫਿਰ ਉਹੀ ਜਿਹੜਾ ਪ੍ਰੋਕਲੇਮੇਸ਼ਨ ਦਾ ਜਿਹੜਾ ਪ੍ਰੋਸੈਸ ਹੈਗਾ ਉਹ ਅਡਾਪਟ ਕੀਤਾ ਜਾਵੇਗਾ। ਮਤਲਬ ਇੱਦਾਂ ਨਹੀਂ ਹੈਗਾ ਵੀ ਉਹ ਇੱਥੋਂ ਇੱਕ ਆਰਡਰ ਪਾਸ ਕਰਕੇ ਜਿਹੜੀ ਹੈਗੀ ਦੁਬਾਰਾ ਸੇਲ ਦੀ ਡੇਟ ਰੱਖੀ ਜਾਏਗੀ, ਨਹੀਂ, ਉਸੇ ਪਹਿਲੇ ਤਰੀਕੇ ਦੇ ਮੁਤਾਬਕ ਜਿਹੜੀ ਮਨਾਦੀ ਕਰਾਈ ਜਾਏਗੀ ਪਿੰਡ ਦੇ ਵਿੱਚ, ਉਸ ਲਈ ਨੋਟਿਸ ਜਾਰੀ ਕੀਤਾ ਜਾਵੇਗਾ ਡਿਫਾਲਟਰ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ, ਤਹਿਸੀਲਦਾਰ ਦੇ ਬੋਰਡ ਤੇ ਨੋਟਿਸ ਲੱਗੇਗਾ, ਕਲੈਕਟਰ ਦੇ ਬੋਰਡ ਤੇ ਨੋਟਿਸ ਲੱਗੇਗਾ, ਪ੍ਰੋਪਰ ਪਿੰਡ ਦੇ ਵਿੱਚ ਪੀਪਾ ਖੜਕਾ ਕੇ ਜਾਂ ਕਿਸੇ ਮਨਾਦੀ ਸਪੀਕਰ ਦੇ ਰਾਹੀਂ ਮਨਾਦੀ ਕਰਾਈ ਜਾਏਗੀ ਪ੍ਰੋਪਰ, ਦੁਬਾਰਾ ਫਰੈਸ਼, ਯਾਨੀ ਕਿ ਫਰੈਸ਼ ਪ੍ਰੋਕਲੇਮੇਸ਼ਨ ਹੋਏਗੀ, ਫਿਰ ਜਿਹੜੀ ਬੋਲੀ ਹੈ ਦੁਬਾਰਾ ਕੀਤੀ ਜਾ ਸਕਦੀ ਹੈ। ਸੈਕਸ਼ਨ 95 ਕੀ ਹੈਗਾ, ਔਨ ਦਾ ਕਨਫਰਮੇਸ਼ਨ, ਮੰਨ ਲਓ ਬੋਲੀ ਕੈਂਸਲ ਨਹੀਂ ਹੁੰਦੀ, ਬੋਲੀ ਕਮਿਸ਼ਨਰ ਵੱਲੋਂ ਜਿਹੜੀ ਹੈਗੀ ਆਪਸ਼ਨ ਹੈ ਜਿਹੜੀ ਉਹ ਕਨਫਰਮ ਕਰ ਦਿੱਤੀ ਜਾਂਦੀ ਹੈ ਕਮਿਸ਼ਨਰ ਵੱਲੋਂ, ਵਿਦਆਊਟ ਕੋਈ 30 ਦਿਨ ਦਾ ਸਮਾਂ ਪਾਸ ਹੋ ਗਿਆ, ਕਿਸੇ ਵਿਅਕਤੀ ਨੇ ਕੋਈ ਅੱਗੇ ਕਲੇਮ ਨਹੀਂ ਕੀਤਾ, ਕਿਸੇ ਨੇ ਕੋਈ ਐਪਲੀਕੇਸ਼ਨ ਨਹੀਂ ਦਿੱਤੀ, ਉਸ ਤੋਂ ਬਾਅਦ ਕਮਿਸ਼ਨਰ ਨੇ ਬੋਲੀ ਕਨਫਰਮ ਕਰ ਦਿੱਤੀ, ਔਨ ਕਨਫਰਮੇਸ਼ਨ ਆਫ ਸੇਲ possession and certificate to be granted to the purchaser, ਤਾਂ ਕੀ ਹੋਏਗਾ, ਜਾਂ ਤਾਂ ਸਰਟੀਫਿਕੇਟ ਦਿੱਤਾ ਜਾਏਗਾ, ਸਨਦ ਜਾਰੀ ਕੀਤੀ ਜਾਵੇਗੀ ਪਰਚੇਜ਼ਰ ਨੂੰ, ਤੇ ਇੱਕ ਨਾਲ ਉਹਨੂੰ ਜਿਹੜੀ ਪੋਜੀਸ਼ਨ ਦੀ ਕਾਰਵਾਈ ਹੈ ਉਹ ਪੋਜੀਸ਼ਨ ਦਿੱਤਾ ਜਾਵੇਗਾ। ਜਦੋਂ ਬੋਲੀ ਕਨਫਰਮ ਹੋ ਗਈ ਤਾਂ ਡਿਕਲੇਅਰ ਟੂ ਬੀ ਪਰਚੇਜ਼ਰ ਇਨਟੂ ਪੋਜੀਸ਼ਨ of the property sold and shall grant him a certificate to effect that he is a purchaser of that property, ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਸਰਟੀਫਿਕੇਟ ਦੇ ਵਿੱਚ ਕੀ ਹੈ, ਸਬਸੈਕਸ਼ਨ 2 ਦੇ ਵਿੱਚ ਕੀ ਕਿਹਾ ਗਿਆ, ਸੈਕਸ਼ਨ 95 ਪੜ੍ਹ ਰਹੇ ਆਪਾਂ, ਸਬਸੈਕਸ਼ਨ 2 ਚ ਕੀ ਕਿਹਾ ਗਿਆ, ਸਰਟੀਫਿਕੇਟ ਸ਼ੈਲ ਸਟੇਟ whether or not the property was sold for the recovery of the areas due inspector, ਦਰਸਾਇਆ ਜਾਵੇਗਾ ਸਰਟੀਫਿਕੇਟ ਦੇ ਵਿੱਚ ਵੀ ਜਿਹੜੀ ਜ਼ਮੀਨ ਅਸੀਂ ਸੇਲ ਕੀਤੀ ਹੈਗੀ ਹੈ, ਇਹਦੀ ਆਕਸ਼ਨ ਕਰਵਾਈ ਹੈਗੀ ਹੈ, ਇਹਦੇ ਵਿੱਚ ਇੰਨਾ ਬਕਾਇਆ ਰਹਿੰਦਾ ਸੀ ਫਲਾਣੇ ਵਿਅਕਤੀ ਦੇ ਵੱਲ, ਠੀਕ ਹੈ, ਉਹ ਜਿਹੜੀ ਹਾਈਐਸਟ ਬਿਡਰ ਨੂੰ ਜਿਹੜੀ ਪ੍ਰਾਪਰਟੀ ਹੈ ਇਹ ਰਿਕਵਰੀ ਕਰਨ ਦੀ ਖਾਤਰ ਜਿਹੜੀ ਆਕਸ਼ਨ ਕੀਤੀ ਗਈ ਹੈ, ਤੇ ਇਹ ਜਿਹੜਾ ਹੈਗਾ ਵਿਅਕਤੀ ਹੈਗਾ ਫਲਾਣਾ, ਇਸ ਨੂੰ ਪਰਚੇਜ਼ਰ ਡਿਕਲੇਅਰ ਕੀਤਾ ਜਾਂਦਾ ਹੈ। ਸਬਸੈਕਸ਼ਨ 3 ਚ ਕੀ ਕਿਹਾ ਗਿਆ, ਦਾ ਸਰਟੀਫਿਕੇਟ ਸ਼ੈਲ ਬੀ ਡੀਮਡ ਟੂ ਬੀ ਅ ਵੈਲਿਡ ਟ੍ਰਾਂਸਫਰ। ਦੇਖੋ ਇਹ ਬਹੁਤ ਇੰਪੋਰਟੈਂਟ ਵਰਡ ਹੈਗਾ, ਪਿਛਲੇ ਪੇਪਰਾਂ 'ਚ ਵੀ ਆਇਆ, ਤਹਿਸੀਲਦਾਰ ਦੇ ਐਗਜ਼ਾਮ ਜਿਹੜੇ ਹੈਗੇ, ਡਿਪਾਰਟਮੈਂਟ ਦੇ ਐਗਜ਼ਾਮ ਤਹਿਸੀਲਦਾਰਾਂ ਦੇ ਵੀ ਹੁੰਦੇ ਆ, ਜੋ ਡਾਇਰੈਕਟ ਕੋਟੇ 'ਚ ਤਹਿਸੀਲਦਾਰ ਸਿਲੈਕਟ ਹੋ ਕੇ ਆ ਜਾਂਦੇ ਆ ਪੀਸੀਐਸ ਅਲਾਈਡ ਦੇ ਵਿੱਚ, ਦੈਨ ਦੇ ਹੈਵ ਟੂ ਪਾਸ ਦ ਐਗਜ਼ਾਮੀਨੇਸ਼ਨ ਵਿਦਿਨ 2 ਈਅਰ, ਸ਼ਾਇਦ ਕੁਝ ਸਮਾਂ ਦਿੱਤਾ ਜਾਂਦਾ ਉਹਨਾਂ ਨੂੰ ਡਿਪਾਰਟਮੈਂਟ ਦਾ ਐਗਜ਼ਾਮ ਪਾਸ ਕਰਨ ਦੇ ਲਈ। ਉਹ 'ਚ ਵੀ ਇਹ ਪੇਪਰ ਕੁਐਸਚਨ ਆਇਆ ਸੀਗਾ ਵੀ ਕੀ ਜਿਹੜੀ ਸਨਦ ਜਾਰੀ ਕੀਤੀ ਜਾਂਦੀ ਹੈ, ਸਾਡੀ ਸੇਲ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ, ਕੀ ਉਹਨੂੰ ਰਜਿਸਟਰ ਕਰਾਉਣ ਦੀ ਜ਼ਰੂਰਤ ਹੈਗੀ ਜਾਂ ਨਹੀਂ ਹੈਗੀ। ਇਹ ਸੈਕਸ਼ਨ 95 ਦਾ ਸਬਸੈਕਸ਼ਨ 3 ਹੈਗਾ, ਜਿਹਦੇ ਵਿੱਚ ਸਪਸ਼ਟ ਕਿਹਾ ਗਿਆ ਹੈਗਾ, ਸਰਟੀਫਿਕੇਟ shall be deemed to a valid transfer of the property but need not be registered as a conveyance deed, ਇਹਨੂੰ ਜਿਹੜੀ ਹੈਗੀ ਹੈ ਰਜਿਸਟਰ ਕਰਾਉਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ, ਇਹਦੇ ਉੱਪਰ ਕੋਈ ਸਟੈਂਪ ਡਿਊਟੀ ਨਹੀਂ ਲਗਾਈ ਜਾਂਦੀ ਹੈਗੀ। ਇਹ ਸਬਸੈਕਸ਼ਨ 3 ਦੇ ਵਿੱਚ ਤੁਹਾਨੂੰ ਜੇ ਇੰਨਾ ਕੁਐਸਚਨ ਆਉਂਦਾ ਤਾਂ ਤੁਸੀਂ 95 ਦਾ ਸਬਸੈਕਸ਼ਨ 3 ਦਾ ਹਵਾਲਾ ਦੇ ਕੇ ਜਿਹੜਾ ਆਨਸਰ ਦਿਓਗੇ। Any suit brought in any court against the certificate purchaser dismissed with cause, ਕੋਈ ਵੀ ਜੇ ਕੋਈ ਵਿਅਕਤੀ ਇਸ ਪਰਚੇਜ਼ਰ ਦੇ ਅਗੇਂਸਟ ਕੋਈ ਦਾਅਵਾ ਦਾਇਰ ਕਰਦਾ ਹੈਗਾ, ਠੀਕ ਹੈ, ਤਾਂ ਉਹ ਡਿਸਮਿਸ ਹੋਇਆ ਸਮਝਿਆ ਜਾਵੇਗਾ। ਸਰਟੀਫਿਕੇਟ ਪਰਚੇਜ਼ ਸ਼ੈਲ ਬੀ ਡਿਸਮਿਸਡ ਵਿਦ ਕਾਸਟ,
ਨੈਕਸਟ ਹੈਗਾ ਦਾ ਸਰਟੀਫਾਈਡ ਪਰਚੇਜ਼ਰ ਸ਼ੈਲ ਬੀ ਇੰਟਾਈਟਲਡ all the rents and profits falling due in respect of the property may be ਇਹ ਜਿਹੜੀ ਪ੍ਰਾਪਰਟੀ ਹੈਗੀ ਹੈ ਉਹ ਕਿਸੇ ਕਿਰਾਏਦਾਰ ਦੇ ਕਬਜ਼ੇ ਦੇ ਵਿੱਚ ਹੋਵੇ, ਪਹਿਲਾਂ ਕਿਰਾਇਆ ਲੈਂਦਾ ਹੋਵੇ, ਜਿਹੜਾ ਮਾਲਕ ਸੀਗਾ ਡਿਫਾਲਟਰ ਕਿਰਾਇਆ ਲੈਂਦਾ ਹੋਵੇ, ਤਾਂ ਇਸ ਤੋਂ ਬਾਅਦ ਜੋ ਵੀ ਪ੍ਰੋਫਿਟਸ ਇਸ ਪ੍ਰਾਪਰਟੀ ਤੋਂ ਮਿਲਦੇ ਹੋਣਗੇ, ਜੇ ਕਿਰਾਇਆ ਮਿਲਦਾ ਹੋਵੇ ਚਾਹੇ ਕੋਈ ਟੈਨੈਂਟ ਹੋਵੇ, ਤਾਂ ਉਹ ਸਾਰੀ ਦੀ ਸਾਰੀ ਜਿਹੜੀ ਇੰਟਾਈਟਲਮੈਂਟ ਹੈਗੀ ਹੈ ਉਹ ਪਰਚੇਜ਼ਰ ਦੀ ਬਣ ਜਾਏਗੀ। ਜੇ ਕੋਈ ਕਿਰਾਇਆ ਮਿਲਦਾ ਤਾਂ ਪਰਚੇਜ਼ਰ ਨੂੰ ਮਿਲੇਗਾ, ਜੇ ਕੋਈ ਉਹਦੀ ਹੋਰ ਮਤਲਬ ਕਿ ਰੈਂਟ ਮਿਲਦਾ ਜਾਂ ਉਹਦੀ ਕੋਈ ਟੈਨੈਂਸੀ ਦਿੱਤੀ ਵੀ ਹੈ ਉਸਨੇ ਪਹਿਲੇ ਮਾਲਕ ਨੇ, ਤਾਂ ਉਹਦੀ ਸਾਰੀ ਜਿਹੜੀ ਅਮਾਊਂਟ ਹੈਗੀ ਆ ਉਹ ਹੁਣ ਜਿਹੜਾ ਪਰਚੇਜ਼ਰ ਹੈਗਾ ਉਹ ਹੱਕਦਾਰ ਹੋਏਗਾ। Then ਹੈ section 96 proceeds of sale। proceeds of sale ਮਤਲਬ proceeds of sale ਦੀ ਅਮਾਊਂਟ ਬੋਲੀ ਕਰ ਦਿੱਤੀ, ਮੰਨ ਲਓ ਬੋਲੀ 1 ਲੱਖ ਰੁਪਏ ਟੁੱਟ ਗਈ, 1 ਲੱਖ ਰੁਪਏ ਦੀ ਪ੍ਰਾਪਰਟੀ ਸੇਲ ਕਰ ਦਿੱਤੀ, ਠੀਕ ਹੈ। shall be applied payment of the arrears including cost, ਤਾਂ ਜਿਹੜੀ ਇਹ ਅਮਾਊਂਟ ਹੈਗੀ ਹੈ ਤਾਂ ਜਿਹੜੇ ਵੀ ਏਰੀਅਰ ਸੀਗੇ ਉਹਦੇ ਵਿੱਚ ਐਡਜਸਟ ਕੀਤੀ ਜਾਵੇਗੀ। ਅਮਾਊਂਟ ਜਿਹੜੀ ਮਿਲੀ ਪ੍ਰਾਪਰਟੀ ਵੇਚ ਕੇ, ਠੀਕ ਹੈ, ਉਹਦੇ ਵਿੱਚੋਂ ਖਰਚੇ ਕੱਢ ਕੇ, ਜਿਹੜੇ ਬੋਲੀ ਕਰਾਉਣ ਤੇ ਕੋਈ ਮਾੜਾ ਮੋਟਾ ਖਰਚਾ ਆਇਆ ਉਹ ਕੱਢ ਕੇ ਬਾਕੀ ਦੀ ਜਿਹੜੀ ਅਮਾਊਂਟ ਹੈਗੀ ਹੈ ਉਹ ਬਾਕੀਦਾਰ ਦੀ ਜਿਹੜੀ ਅਮਾਊਂਟ ਹੈਗੀ ਆ ਉਹਦੇ ਵਿੱਚੋਂ ਐਡਜਸਟ ਕੀਤੀ ਜਾਵੇਗੀ ਐਟ ਦਾ ਡੇਟ ਆਫ ਦਾ ਕਨਫਰਮੇਸ਼ਨ ਆਫ ਦਾ ਸੇਲ। ਜੇ ਕੋਈ ਅਮਾਊਂਟ ਬਚ ਗਈ, ਮੰਨ ਲਓ ਰਿਕਵਰੀ ਹੈਗੀ ਸੀਗੀ 1 ਲੱਖ ਰੁਪਏ ਦੀ, ਬੋਲੀ ਹੋ ਗਈ 2 ਲੱਖ ਰੁਪਏ ਦੀ, ਠੀਕ ਹੈ, ਤਾਂ ਜਿਹੜੀ ਅਮਾਊਂਟ ਬਚ ਗਈ ਸਰਪਲਸ ਇਫ ਐਨੀ ਸ਼ੈਲ ਬੀ ਪੇਡ ਟੂ ਦਾ ਪਰਸਨ, ਤਾਂ ਉਹ ਵਿਅਕਤੀ ਨੂੰ ਵਾਪਸ ਕਰ ਦਿੱਤੀ ਜਾਵੇਗੀ। ਜੇ ਓਨਰ ਜ਼ਿਆਦਾ ਹੈਗੇ ਆ ਉਸ ਪ੍ਰਾਪਰਟੀ ਦੇ, ਇੱਕ ਜਾਂ 2 ਓਨਰ ਹੈਗੇ ਤਾਂ ਉਹਨਾਂ ਦੇ ਹਿੱਸੇ 'ਚ ਬਣ ਦਿੱਤੀ ਜਾਵੇ। The surplus subsection 2 ਕੀ ਕਿਹਾ ਗਿਆ ਹੈ? The surplus shall not be paid to any creditor of a person whose property has been sold। ਜੇਕਰ ਕੋਈ ਕ੍ਰੈਡੀਟਰ ਹੈਗਾ, ਜੇ ਕਿਸੇ ਨੇ ਹੋਰ ਵਿਅਕਤੀ ਤੋਂ ਕਿਸੇ ਤੋਂ ਅਮਾਊਂਟ ਲਈ ਵੀ, ਉਸ ਜਿਹੜਾ ਡਿਫਾਲਟਰ ਹੈਗਾ, ਠੀਕ ਹੈ, ਉਹ ਕਹਿੰਦਾ ਬਾਕੀ ਦੀ ਅਮਾਊਂਟ ਮੈਨੂੰ ਦਿਓ, ਤਾਂ ਉਹਨੂੰ ਨਹੀਂ ਪੇ ਕੀਤੀ ਜਾਵੇਗੀ। ਇਫ ਦਾ ਪ੍ਰੋਸੀਡਸ ਆਫ ਦਾ ਸੇਲ ਫਾਲ ਸ਼ਾਰਟ, ਜੇਕਰ ਜਿਹੜੀ ਅਮਾਊਂਟ ਹੈਗੀ ਹੈ ਬਕਾਇਆ ਦੇ ਨਾਲੋਂ ਘੱਟ ਜਾਵੇ, ਠੀਕ ਹੈ, ਤਾਂ ਫਰਦਰ ਪ੍ਰੋਸੀਡਿੰਗ ਉਹਦੀ ਕੋਈ ਜਿਹੜੀ ਹੋਰ ਪ੍ਰਾਪਰਟੀ ਹੈਗੀ ਆ ਉਹਦੇ ਅਗੇਂਸਟ ਜਿਹੜੀ ਫਰਦਰ ਪ੍ਰੋਸੀਡਿੰਗ ਜਿਹੜੀ ਹੈਗੀਆਂ ਨੇ ਉਹ ਸਟਾਰਟ ਕੀਤੀਆਂ ਜਾ ਸਕਦੀਆਂ। ਚੈਪਟਰ 7 ਹੈਗਾ ਰਿਕਵਰੀ ਆਫ ਅਦਰ ਡਿਮਾਂਡਸ ਬਾਈ ਦਾ ਰੈਵਨਿਊ ਆਫੀਸਰਸ। ਇਹਦੇ ਵਿੱਚ ਕਿਹਾ ਹੈਗਾ ਸੈਕਸ਼ਨ 97 ਦੇ ਵਿੱਚ, ਇਟਸ ਨਾਟ ਮੋਰ ਇੰਪੋਰਟੈਂਟ, ਵੀ ਜੇ ਕੋਈ ਹੋਰ ਵੀ ਡਿਮਾਂਡ ਤੁਹਾਡੀ ਕੋਈ ਹੈਗੀ ਹੈ, ਉਹਨਾਂ ਦੀ ਵੀ ਕੋਈ ਆਪਸ਼ਨ ਮਤਲਬ ਕਿ ਕੋਈ ਪੇਮੈਂਟ ਸਮੇਂ ਸਿਰ ਨਹੀਂ ਦਿੰਦਾ ਹੈਗਾ, ਤਾਂ ਤੁਸੀਂ ਇਸ ਤਰੀਕੇ ਰਾਹੀਂ, ਇਸ ਪ੍ਰੋਸੈਸ ਰਾਹੀਂ ਸੈਕਸ਼ਨ 768 ਤੋਂ ਲੈ ਕੇ ਇਹ 96 ਜਿਹੜੇ ਹੈਗੇ ਆ ਸੈਕਸ਼ਨਸ ਹੈਗੇ ਆ, ਇਹ ਸਾਰੇ ਜਿਹੜੇ ਹੈਗੇ ਇਹ 'ਚੋਂ ਕੋਈ ਵੀ ਜਿਹੜਾ ਪ੍ਰੋਸੈਸ ਹੈ ਅਡਾਪਟ ਕਰਕੇ ਜਿਹੜੀ ਬਕਾਇਆ ਦੀ ਜਿਹੜੀ ਵਸੂਲੀ ਹੈਗੀ ਹੈ। ਵੈਨ ਏ ਵਿਲੇਜ ਆਫੀਸਰ ਰਿਕੁਆਇਰਡ fallen due and has not been paid to him, recover as the arrears if it were an arrear of land revenue। ਮਤਲਬ ਇਸੇ ਤਰੀਕੇ ਨਾਲ ਜੇ ਕੋਈ ਹੋਰ ਵੀ ਬਕਾਇਆ ਹੈਗਾ ਕਿਸੇ ਵਿਅਕਤੀ ਵੱਲ, ਉਹਨੂੰ ਏਰੀਅਰ ਆਫ ਲੈਂਡ ਰੈਵਨਿਊ ਦੀ ਤਰ੍ਹਾਂ ਹੀ ਅਸੀਂ ਵਸੂਲ ਕਰ ਸਕਦੇ ਹਾਂ। ਅਦਰ ਸਮਸ ਰਿਕਵਰੇਬਲ ਐਜ਼ ਏਰੀਅਰਸ ਆਫ ਲੈਂਡ ਰੈਵਨਿਊ, ਕੋਈ ਹੋਰ ਵੀ ਜਿਹੜੀ ਅਮਾਊਂਟ ਹੈਗੀ ਹੈ, ਜਿਵੇਂ ਕੋਈ ਫੀਸ ਹੈ, ਕੋਈ ਫਾਈਨ ਹੈ, ਕੋਈ ਕੋਸਟ ਹੈ, ਠੀਕ ਹੈ ਜੀ, ਕੋਈ ਨੰਬਰਦਾਰੀ ਹੈ, ਕੋਈ ਮਾਈਨਿੰਗ ਦੇ ਖਰਚੇ ਹੈਗੇ ਆ, ਕੋਈ ਨਵੀਂ ਨਹਿਰ ਪੁੱਟੀ ਸੀ ਉਹਦੇ ਕੋਈ ਲੋਕਲ ਰੇਟਸ ਸਰਕਾਰ ਨੇ ਲਗਾ ਦਿੱਤੇ, ਡਿਸਟ੍ਰਿਕਟ ਬੋਰਡ ਨੇ ਲਗਾ ਦਿੱਤੇ, ਕੋਈ ਅਮਾਊਂਟਸ ਲਗਾਤੀ ਸਾਰੇ ਮਾਲਕਾਂ ਨੂੰ, ਠੀਕ ਹੈ ਜੀ, ਤੇ ਇਰੀਗੇਸ਼ਨ ਦੇ ਕੋਈ ਚਾਰਜਸ ਜਿਹੜੇ ਹੈਗੇ ਆ, ਲੋਨ ਨੇ ਸਰਕਾਰ ਦੇ ਕੋਈ ਲੋਨ ਵਿਅਕਤੀ ਨੇ ਕਿਸੇ ਨੇ ਲੋਨ ਲਿਆ ਸੀ ਸਰਕਾਰ ਤੋਂ, ਇੰਡਸਟਰੀਅਲ ਵਰਕਰ ਕੋਈ ਹੈਗੇ ਨੇ ਉਹਨਾਂ ਨੂੰ ਕੋਈ ਲੋਨ ਦਿੱਤਾ ਸੀ ਗਵਰਨਮੈਂਟ ਨੇ, ਉਹਨਾਂ ਰਿਕਵਰੀ ਨਹੀਂ ਦੇ ਰਹੇ। ਮਤਲਬ ਕੋਈ ਵੀ ਜਿਹੜਾ ਬਕਾਇਆ ਹੈਗਾ ਆਪਾਂ ਦੇਖਦੇ ਹਾਂ ਰੋਜ਼ ਸਾਡੇ ਕੋਲੇ ਜਿਹੜੇ ਹੈਗੇ ਵਾਰੰਟ ਆਉਂਦੇ ਹੈਗੇ ਆ, ਹੋਰਾਂ ਡਿਪਾਰਟਮੈਂਟਾਂ ਦੇ ਵੀ ਆਉਂਦੇ ਨੇ। ਪਾਕਿਸਤਾਨ ਦਾ ਵਾਰ ਹੋਈ ਸੀ 1965 ਦੇ ਵਿੱਚ, ਉਸ ਵੇਲੇ ਵੀ ਲੋਕਾਂ ਨੂੰ ਇਸਟੈਬਲਿਸ਼ ਹੋਣ ਦੀ ਖਾਤਰ ਕੁਛ ਸਰਕਾਰ ਨੇ ਲੋਨ ਦਿੱਤੇ ਸੀਗੇ। ਕੋਈ ਅਗਜਨੀ ਵਗੈਰਾ ਹੋ ਜਾਂਦੀ ਹੈ, ਕੋਈ ਪੰਜਾਬੀ ਸੂਬਾ ਜਦੋਂ ਬਣਿਆ ਐਜੀਟੇਸ਼ਨ ਹੋਈ ਹੈ 1966 ਦੇ ਵਿੱਚ, ਠੀਕ ਹੈ, ਉਸ ਵੇਲੇ ਸਰਕਾਰ ਨੇ ਲੋਕਾਂ ਨੂੰ ਇਸਟੈਬਲਿਸ਼ ਹੋਣ ਦੀ ਖਾਤਰ, ਰੀਹੈਬਿਲਿਟੇਸ਼ਨ ਦੀ ਖਾਤਰ ਲੋਕਾਂ ਨੂੰ ਪੇਮੈਂਟਾਂ ਦਿੱਤੀਆਂ ਸੀਗੀਆਂ ਐਜ਼ ਏ ਮਤਲਬ ਕਿ ਲੋਨ ਫਰੀ ਇੰਟਰਸਟ ਉਹ ਦਿੱਤੇ ਸੀਗੇ, ਲੋਨ ਦਿੱਤੇ ਸੀਗੇ, ਇੰਟਰਸਟ ਫਰੀ ਲੋਨ ਦਿੱਤੇ ਸੀਗੇ। ਉਹ ਵੀ ਜੇ ਕੋਈ ਨਹੀਂ ਭਰਦਾ ਹੈਗਾ ਤਾਂ ਵੀ
ਇਸੇ ਮਤਲਬ ਕਿ ਐਕਟਾਂ ਦੇ ਅਧੀਨ ਵਸੂਲੀ ਕੀਤੀ ਜਾ ਸਕਦੀ ਹੈ। ਜੇ ਕੋਈ ਸ਼ੋਰਟੀ ਵੀ ਹੁੰਦਾ, ਸ਼ੋਰਟੀ ਕਿਸੇ ਵਿਅਕਤੀ ਦੀ ਕੋਈ ਸ਼ੋਰਟੀ ਦੇ ਜਾਂਦਾ, ਕੋਈ ਕਿਸ ਤੋਂ ਬਕਾਇਆ ਲੈਣਾ ਹੁੰਦਾ ਸਰਕਾਰ ਨੇ, ਉਹਦੀ ਕੋਈ ਸ਼ੋਰਟੀ ਦਾ, ਫਿਰ ਸ਼ੋਰਟੀ ਤੋਂ ਵੀ ਜਿਹੜੀ ਰਿਕਵਰੀ ਹੈ ਇਹ ਇਸੇ ਸੈਕਸ਼ਨ ਦੇ ਤਹਿਤ ਅਸੀਂ ਕਰ ਸਕਦੇ ਹੈਗੇ ਆ। नेक्स्ट चलो, नेक्स्ट है चैप्टर, इंपॉर्टेंट चैप्टर है चैप्टर नंबर 8, सर्वे एंड बाउंड्रीज। सर्वे एंड बाउंड्रीज, सेक्शन 100, पावर ऑफ फाइनेंशियल कमिश्नर टू मेक रूल्स फॉर द डिमार्केशन ऑफ बाउंड्रीज एंड इरेक्शन ऑफ सर्वे मार्क्स। सेक्शन 100 दस्या गया है भी कमिश्नर FCR कोई पावर हैगी है, ठीक है, डिमार्केशन दी रूल्स बनाने दी ਤੇ ਬਾਉਂਡਰੀਜ਼ ਦੇ ਉੱਪਰ ਜਿਹੜੇ ਕੋਈ ਪਿਲਰ ਵਗੈਰਾ ਲਗਾਉਣੇ ਹੁੰਦੇ ਨੇ, ਸਰਵੇ ਮਾਰਕ ਲਗਾਉਣੇ ਹੁੰਦੇ ਨੇ, ਉਹਦੇ ਸਾਈਜ਼ ਵਗੈਰਾ ਦੇ ਸੰਬੰਧ ਵਿੱਚ, ਕੋਈ ਲੈਂਥ ਦੇ ਸੰਬੰਧ ਵਿੱਚ ਜਿਹੜੇ ਕੋਈ ਵੀ ਰੂਲਸ ਹੈਗੇ ਆ FCR ਬਣਾ ਸਕਦੇ ਆ। ਕਿਸ ਕਿਸਮ ਦਾ ਮਟੀਰੀਅਲ ਲੱਗੇਗਾ, ਕੰਕਰੀਟ ਲੱਗੇਗੀ, ਇੱਟਾਂ ਦਾ ਬਣੇਗਾ, ਪੱਥਰ ਦਾ, ਸੀਮੈਂਟ ਦਾ ਬਣੇਗਾ, ਜਾਂ ਪੱਥਰ ਨੂੰ ਘੜ ਕੇ, ਲਾਲ ਪੱਥਰ ਵਗੈਰਾ ਜਿਹੜੇ ਹੁੰਦੇ ਨੇ ਸਿੰਗਲ ਪੀਸ ਦੇ ਵਿੱਚ ਉਹਨੂੰ ਘੜ ਕੇ ਲਗਾਇਆ ਜਾਏਗਾ। ਇਹ ਸਾਰੇ ਜਿਹੜੇ ਰੂਲ ਨੇ ਇਹ FCR ਕੋਲ ਬਣਾਏ ਜਾਂਦੇ ਆ। ਨੈਕਸਟ ਹੈ ਸੈਕਸ਼ਨ 101, ਇੰਪੋਰਟੈਂਟ ਸੈਕਸ਼ਨ ਹੈ, पावर ऑफ रेवेन्यू ऑफिसर टू डिफाइन द बाउंड्रीज। रेवेन्यू ऑफिसर को पावर हैगी है किसी खेत दी बाउंड्रीज जिहड़ियां हैगियां ने वो मिट चुकियां ने किसी कारण, फ्रेमिंग चाहे रिकॉर्ड तैयार करना होवे, रिकॉर्ड तैयार करने दे मकसद लई कोई बाउंड्री लगानी होवे, जां किसी बंदे दी एप्लीकेशन दे मुताबक वो कहंदा भी मेरी जिहड़ी बाउंड्री हैगी निशानदेही कीती जावे। रेवेन्यू ऑफिसर मे फॉर द पर्पस ऑफ framing any record or making any assessment under this act or on the application of a person interested, define the limits of the estate, holding field or portion। किसी भी खेत का कोई पासा, ठीक है, कोई पूरी ਚੱਕ ਦੀ ਬਾਉਂਡਰੀ ਜਾਂ ਕਿਸੇ ਖੇਤ ਦੀ ਕਿਸੇ ਹੋਰ ਦੇ ਵਿਅਕਤੀ ਦੇ ਨਾਲ ਲੱਗਦੀ ਜਿਹੜੀ ਬਾਉਂਡਰੀ ਹੈਗੀ ਹੈ ਉਹਨੂੰ ਜਿਹੜਾ ਹੈਗਾ ਉਹਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ। ਰਿਕੁਆਇਰ ਸਰਵੇ ਮਾਰਕਸ ਟੂ ਬੀ ਇਰੈਕਟ ਔਰ ਰਿਪੇਅਰਡ, ਜਾਂ ਫਿਰ ਜੇ ਕੋਈ ਸਰਵੇ ਮਾਰਕ ਦੇ ਜਿਹੜੇ ਨਿਸ਼ਾਨ ਹੈਗੇ ਉਹ ਦੁਬਾਰਾ ਲਗਾਉਣੇ ਨੇ ਜਾਂ ਉਹਦੀ ਕੋਈ ਰਿਪੇਅਰ ਕਰਨੀ ਹੈ ਤਾਂ ਰੈਵਨਿਊ ਆਫੀਸਰ ਕਰਵਾ ਸਕਦੇ ਹੈਗੇ। ਇਨ ਡਿਫਾਈਨਿੰਗ ਦਾ ਲਿਮਿਟਸ ਆਫ ਐਨੀ ਲੈਂਡ ਅੰਡਰ ਸਬਸੈਕਸ਼ਨ 1, ਸਰਵੇ ਮਾਰਕਸ ਟੂ ਬੀ ਇਰੈਕਟਡ ਔਨ ਐਨੀ ਬਾਉਂਡਰੀ ਆਲਰੇਡੀ ਡਿਟਰਮਾਈਨਡ। ਯਾਨੀ ਕਿ ਸਬਸੈਕਸ਼ਨ 2 ਦੇ ਵਿੱਚ ਕਿਹਾ ਗਿਆ ਹੈਗਾ ਵੀ ਰੀਸਟੋਰ ਐਨੀ ਸਰਵੇ ਮਾਰਕਸ। ਜੇ ਕੋਈ ਜਿਹੜਾ ਸਰਵੇ ਮਾਰਕ ਹੈ ਕਿਸੇ ਕੋਰਟ ਨੇ ਆਰਡਰ ਕਰ ਦਿੱਤਾ, ਰੈਵਨਿਊ ਕੋਰਟ ਨੇ ਆਰਡਰ ਕਰ ਦਿੱਤਾ, ਜਾਂ ਫੋਰੈਸਟ ਡਿਪਾਰਟਮੈਂਟ ਨੇ ਕੋਈ ਆਰਡਰ ਕੀਤਾ ਹੈਗਾ, ਕਿਸੇ ਵੀ ਸਰਵੇ ਮਾਰਕ ਨੂੰ ਅਸੀਂ ਯਾਨੀ ਕਿ ਰੀਸਟੋਰ ਕਰ ਸਕਦੇ ਹਾਂ। ਕੋਈ ਟੁੱਟ ਭੰਜ ਗਿਆ, ਕੋਈ ਕਿਸੇ ਨੇ ਪੱਟ ਦਿੱਤਾ ਹੈਗਾ, ਐਨੀ ਸਰਵੇ ਮਾਰਕ ਆਲਰੇਡੀ ਸੈਟ ਅਪ ਔਰ ਬਾਈ ਆਰਡਰ ਆਫ ਐਨੀ ਕੋਰਟ ਔਰ ਐਨੀ ਸੱਚ ਆਫੀਸਰ। ਕਿਸੇ ਵੀ ਸਾਡੇ ਕੋਲ ਕੋਈ ਆਰਡਰ ਆਉਂਦਾ ਹੈਗਾ, ਕਿਸੇ ਆਰਡਰ ਦੇ ਤਹਿਤ ਜਿਹੜਾ ਵੀ ਸਰਵੇ ਮਾਰਕ ਦੁਬਾਰਾ ਲਗਾਇਆ ਜਾ ਸਕਦਾ ਤੇ ਉਹਦੀ ਰਿਪੇਅਰ ਵੀ ਕਰਾਈ ਜਾ ਸਕਦੀ ਹੈ। ਨੈਕਸਟ ਚਲੋ, सेक्शन 102, सेक्शन 102 ਤੇ ਆ ਜਾਓ। ਕਾਸਟ ਆਫ ਇਰੈਕਸ਼ਨ ਐਂਡ ਰਿਪੇਅਰ ਆਫ ਸਰਵੇ ਮਾਰਕਸ। ਜਿਹੜੀ ਦੀ ਕਾਸਟ ਹੈਗੀ ਹੈ ਇਹ ਸਰਕਾਰ ਫੈਸਲਾ ਕਰ ਸਕਦੀ ਹੈ ਵੀ ਜਿਹੜੀ ਕਾਸਟ ਹੈਗੀ ਹੈ ਕਲੈਕਟਰ ਨੇ ਪੇ ਕਰਨੀ ਹੈ ਜਾਂ ਉਹ ਜਿਹੜੇ ਕੰਸਰਨ ਮਾਲਕ ਹੈਗੇ ਨੇ ਉਹ ਮਾਲਕਾਂ ਤੋਂ ਲਈ ਜਾਣੀ ਹੈ। ਕਿਸੇ ਵੇਲੇ ਗਵਰਨਮੈਂਟ ਆਰਡਰ ਕਰ ਦਿੰਦੀ ਹੈ ਵੀ ਸਰਕਾਰ ਪੈਸੇ ਜਮ੍ਹਾਂ ਕਰਾਏਗੀ ਸਾਰੇ ਦੇ ਸਾਰੇ, ਜਾਂ ਫਿਰ ਸਰਕਾਰ ਮਾਲਕਾਂ ਦੇ ਵੀ ਕਈ ਵਾਰੀ ਕਾਸਟ ਪਾ ਦਿੰਦੀ ਹੈਗੀ ਹੈ। ਸੈਕਸ਼ਨ 103 ਚ ਕੀ ਕਿਹਾ ਗਿਆ, ਰਿਕਵਰੀ ਆਫ ਕਾਸਟ ਇਨਕਰਡ ਬਾਈ ਦਾ ਗਵਰਨਮੈਂਟ। ਜੇਕਰ ਸਰਕਾਰ ਨੇ ਫੈਸਲਾ ਕੀਤਾ ਹੋਵੇ ਕਿ ਜਿਹੜੇ ਸਰਵੇ ਮਾਰਕ ਨੇ ਦੀ ਰਿਪੇਅਰ ਵਗੈਰਾ ਜਿਹੜੀ ਕਰਾਈ ਜਾਣੀ ਹੈ ਇਹ ਖੇਤ ਮਾਲਕਾਂ ਵੱਲੋਂ ਕਰਾਈ ਜਾਣੀ ਹੈ, ਠੀਕ ਹੈ, ਪਰ ਖੇਤ ਮਾਲਕ ਕੋਈ ਖੇਤ ਮਾਲਕ ਇਸ ਆਰਡਰ ਦੀ ਪਾਲਣਾ ਨਹੀਂ ਕਰਦਾ ਤਾਂ ਫਿਰ ਰੈਵਨਿਊ ਆਫਿਸਰ ਵੱਲੋਂ ਕਰਾ ਦਿੱਤੀ ਜਾਂਦੀ ਹੈ। ਤਾਂ ਜਿਹੜੀ ਉਹਦੇ ਉੱਪਰ ਕਾਸਟ ਪਈ ਹੈਗੀ ਹੈ 30 ਡੇਜ਼ ਦਾ ਸਮਾਂ ਬੀਤਣ ਉਪਰੰਤ ਜੇ ਕੋਈ ਰੈਵਨਿਊ ਆਫਿਸਰ ਕਰਵਾਉਂਦਾ ਹੈਗਾ ਉਹਦੀ ਰਿਪੇਅਰ ਕਿਸੇ ਪਿਲਰ ਦੀ, ਤਾਂ ਉਸ ਮਾਲਕ ਤੋਂ ਜਿਹੜੀ ਇਹ ਅਮਾਊਂਟ ਹੈਗੀ ਹੈ ਰਿਕਵਰੀ ਕੀਤੀ ਜਾ ਸਕਦੀ ਹੈ। ਏਰੀਆਜ਼ ਆਫ ਲੈਂਡ ਰੈਵਨਿਊ ਦੀ ਤਰ੍ਹਾਂ ਰਿਕਵਰੀ ਕੀਤੀ ਜਾ ਸਕਦੀ ਹੈ ਅਮਾਊਂਟ। ਨੈਕਸਟ ਸੈਕਸ਼ਨ 104 ਹੈਗੇ ਆ, ਪਾਵਰ ਆਫ ਰੈਵਨਿਊ ਆਫਿਸਰ ਟੂ ਐਂਟਰ ਔਨ ਦਾ ਲੈਂਡ ਫਾਰ ਦਾ ਪਰਪਸ ਆਫ ਸਰਵੇ ਐਂਡ ਡਿਮਾਰਕੇਸ਼ਨ। ਬਹੁਤ ਇੰਪੋਰਟੈਂਟ ਸੈਕਸ਼ਨ ਹੈਗੀ ਹੈ। ਤੁਹਾਡੇ ਕੋਲ ਕਿਸੇ ਦੇ ਖੇਤ ਦੇ ਵਿੱਚ ਐਂਟਰ ਕਰਨ ਦੀ ਪਾਵਰ, ਇਹ ਜਿਹੜਾ ਸੈਕਸ਼ਨ ਹੈਗਾ 104, ਪਟਵਾਰੀ ਹਲਕਾ, ਕਾਨੂੰਗੋ ਹਲਕਾ, ਰੈਵਨਿਊ ਆਫਿਸਰਸ, ਠੀਕ ਹੈ, ਜਦੋਂ ਵੀ ਕਿਸੇ ਜ਼ਿਮੀਂਦਾਰ ਦੇ ਖੇਤ 'ਚ ਵੜਦੇ ਹੈਗੇ ਆ, ਇਹ ਜਿਹੜਾ ਕਈ ਵਾਰੀ ਕਹਿੰਦਾ ਵੀ ਤੁਹਾਡੇ ਕੋਲ ਕੀ ਅਧਿਕਾਰ ਹੈ, ਤੁਸੀਂ ਕਿਵੇਂ ਮੇਰੇ ਖੇਤ 'ਚ ਵੜ ਕੇ ਦਿਖਾਓ, ਠੀਕ ਹੈ। ਸੈਕਸ਼ਨ 104 ਇੰਪਾਵਰ ਕਰਦਾ, ਤੁਹਾਨੂੰ ਪਾਵਰ ਦਿੰਦਾ ਹੈਗਾ
ਰੈਵਨਿਊ ਆਫੀਸਰਸ ਨੂੰ, ਰੈਵਨਿਊ ਡਿਪਾਰਟਮੈਂਟ ਦੇ ਸਾਰੇ ਵੀ ਇੰਪਲਾਈਜ਼ ਨੂੰ, ਕਿਸੇ ਵੀ ਵਿਅਕਤੀ ਦੇ ਐਨੀ ਰੈਵਨਿਊ ਆਫੀਸਰ, any person acting under the orders of the revenue officer may in discharge of any duty under the sect enter upon the survey land, enter upon and survey ਦਾ land, ਕਿਸੇ ਖੇਤ 'ਚ ਅਸੀਂ ਐਂਟਰ ਵੀ ਕਰ ਸਕਦੇ ਹਾਂ ਤੇ ਉਹਦਾ ਸਰਵੇ ਵੀ ਕਰ ਸਕਦੇ ਹਾਂ। erect survey marks, ਕਿਸੇ ਪਿੱਲਰ ਨੂੰ ਅਸੀਂ ਲਗਾ ਸਕਦੇ ਹਾਂ thereon and demarcate the boundaries thereof do all other acts। ਜਿਸ ਤਰ੍ਹਾਂ ਵੀ ਸਾਨੂੰ ਨਿਸ਼ਾਨਦੇਹੀ ਦੇ ਸੰਬੰਧ ਵਿੱਚ ਕੋਈ ਵੀ ਕੰਮ ਕਰਨਾ ਪੈਂਦਾ ਹੈਗਾ, ਅਸੀਂ ਸੈਕਸ਼ਨ 104 ਦੇ ਤਹਿਤ ਕਿਸੇ ਵੀ ਖੇਤ ਦੇ ਵਿੱਚ ਐਂਟਰ ਕਰ ਸਕਦੇ ਹਾਂ। ਸੈਕਸ਼ਨ 105 ਕੀ ਕਹਿੰਦਾ? ਸਰਵੇ ਫਾਰ ਦਾ ਪਰਪਸ ਆਫ ਪ੍ਰੈਪਰੇਸ਼ਨ ਆਫ ਦਾ ਰਿਕਾਰਡ। ਜਦੋਂ ਕੋਈ ਨਵੇਂ ਰਿਕਾਰਡ ਦੀ ਪ੍ਰੈਪਰੇਸ਼ਨ ਹੋ ਰਹੀ ਹੁੰਦੀ ਹੈ, ਜਿਵੇਂ ਆਪਾਂ ਪੜ੍ਹ ਕੇ ਗਏ ਸੀ ਪਿੱਛੇ ਸੈਕਸ਼ਨ 46 ਪੜ੍ਹਿਆ ਸੀਗਾ, ਜਾਂ ਫਿਰ ਅਸੈਸਮੈਂਟ ਦੇ ਸੈਕਸ਼ਨ ਪੜ੍ਹੇ ਸੀਗੇ, ਠੀਕ ਹੈ। ਤਾਂ ਜਦੋਂ ਕੋਈ ਸਰਵੇ ਇੱਦਾਂ ਦਾ ਕਰਨਾ ਹੈਗਾ ਤਾਂ ਉਹਦੇ ਲਈ ਕੀ ਹੈਗਾ, ਰਿਕਾਰਡ ਤਿਆਰ ਕਰਨ ਲਈ ਕੋਈ ਸਰਵੇ ਕਰਨਾ ਹੈ ਤਾਂ ਉਹਦੇ ਲਈ ਪਹਿਲਾਂ ਪਿੰਡ ਦੇ ਵਿੱਚ ਮਨਾਦੀ ਕਰਾਈ ਜਾਂਦੀ ਹੈ, ਨੋਟਿਸ ਜਾਰੀ ਕੀਤਾ ਜਾਂਦਾ ਹੈ, ਨੋਟਿਸ ਆਫ ਦਾ ਡਿਮਾਰਕੇਸ਼ਨ ਵੀ ਇਸ ਫਲਾਣੇ ਏਰੀਆ ਦੇ ਵਿੱਚ ਜਿਹੜੀ ਹੈਗੀ ਹੈ ਇਹ ਡਿਮਾਰਕੇਸ਼ਨ ਕੀਤੀ ਜਾਵੇਗੀ। ਇਹ ਪਰਸਨ ਟੂ ਹੂਮ ਦਾ ਨੋਟਿਸ ਆਫ ਪ੍ਰੋਕਲੇਮੇਸ਼ਨ, ਜੇਕਰ ਕਿਸੇ ਵਿਅਕਤੀ ਨੂੰ ਨੋਟਿਸ ਮਿਲ ਜਾਂਦਾ ਹੈ, ਪ੍ਰੋਕਲੇਮੇਸ਼ਨ ਮਨਾਦੀ ਦਾ ਪਤਾ ਚੱਲ ਜਾਂਦਾ ਵੀ ਹਾਂ ਫਲਾਣੇ ਖੇਤਾਂ ਦੇ ਵਿੱਚ ਜਿਹੜੀ ਰੈਵਨਿਊ ਡਿਪਾਰਟਮੈਂਟ ਨੇ ਅੱਗੇ ਉਹ ਕਰਨੀ ਹੈ, ਡਿਮਾਰਕੇਸ਼ਨ ਕਰਨੀ ਹੈ, ਰਿਕਾਰਡ ਦੀ ਸੋਧ ਲਈ ਕੀਤੀ ਜਾਣੀ ਹੈ, ਤਾਂ ਫਿਰ ਵੀ ਕੋਈ ਵਿਅਕਤੀ ਉਹ ਉੱਥੇ ਕੰਸਰਨਡ ਪਰਸਨ ਕੋਈ ਨਹੀਂ ਆਉਂਦਾ ਤਾਂ ਉਸ ਨੂੰ ਕੀ ਹੈਗਾ, ਫਾਈਨ ਲਗਾਇਆ ਜਾ ਸਕਦਾ ਹੈ, ਮੇ ਬੀ ਐਕਸਟੈਂਡ ਟੂ 10 ਰੁਪੀਜ਼ ਤੱਕ ਜਿਹੜਾ ਫਾਈਨ ਹੈ ਕੀਤਾ ਜਾ ਸਕਦਾ ਹੈਗਾ। ਸੈਕਸ਼ਨ 106 ਹੈ ਪ੍ਰੋਵੀਜ਼ਨ ਆਫ ਫਲੈਗ ਹੋਲਡਸ ਐਂਡ ਚੇਨਮੈਨ ਫॉर ਦੋਜ਼ ਸਰਵੇ। ਇਹ ਸੈਕਸ਼ਨ 106 ਚ ਦੱਸਿਆ ਗਿਆ ਵੀ ਝੰਡੀਆਂ ਲਿਆਉਣ ਦੀ ਕਿਹਦੀ ਜ਼ਿੰਮੇਵਾਰੀ ਬਣਦੀ ਹੈ, ਝੰਡੀਆਂ ਲਿਆਉਣ ਦੀ ਜ਼ਿੰਮੇਵਾਰੀ ਕਿਹਦੀ ਬਣਦੀ ਹੈ, ਤੇ ਜਿਹੜੇ ਹੈਗੇ ਆ ਫਲੈਗ ਹੋਲਡਸ, ਜਿਹੜੇ ਬੰਦੇ ਝੰਡੀਆਂ ਫੜਨਗੇ ਜਾਂ ਚੇਨ ਖਿੱਚਣਗੇ, ਜਿਹੜੀ ਖਿੱਚਣਗੇ, ਉਹਦੀ ਜ਼ਿੰਮੇਵਾਰੀ ਕਿਹਦੀ ਬਣਦੀ ਹੈਗੀ ਹੈ। ਲੈਂਡ ਓਨਰਸ ਬਾਉਂਡ ਟੂ ਪ੍ਰੋਵਾਈਡ, ਜਿਹੜੇ ਪਰਸਨ ਨੇ ਲੈਂਡ ਓਨਰ ਨੇ ਪ੍ਰੋਵਾਈਡ ਕਰਨੇ ਹੈਗੇ ਆ, ਦਾ ਲੈਂਡ ਓਨਰਸ ਸ਼ੈਲ ਬੀ ਬਾਉਂਡ ਟੂ ਪ੍ਰੋਵਾਈਡ ਫਿਟ ਪਰਸਨਸ ਟੂ ਐਕਟ ਐਜ਼ ਫਲੈਗ ਹੋਲਡਰਸ ਐਂਡ ਚੇਨਮੈਨ। ਫਲੈਗ ਹੋਲਡਰ ਝੰਡੀਆਂ ਫੜਨ ਵਾਲੇ ਬੰਦੇ ਤੇ ਚੇਨ ਖਿੱਚਣ ਵਾਲੇ ਜਿਹੜੇ ਬੰਦੇ ਹੈਗੇ ਆ ਉਹ ਲੈਂਡ ਹੋਲਡਰਸ ਨੇ, ਜਿਹੜੇ ਲੈਂਡ ਓਨਰਸ ਨੇ ਪ੍ਰੋਵਾਈਡ ਕਰਨੇ ਹੁੰਦੇ ਆ। ਸੈਕਸ਼ਨ 106 ਦੇ ਵਿੱਚ ਇਹ ਪ੍ਰੋਵੀਜ਼ਨ ਦਿੱਤੀ ਗਈ ਹੈ। ਕਈ ਵਾਰੀ ਆਪਾਂ ਦੇਖਦੇ ਹਾਂ ਨਿਸ਼ਾਨਦੇਹੀ ਕਰਨ ਲਈ ਜਾਂਦੇ ਹਾਂ, ਕੋਈ ਵਿਅਕਤੀ ਕਹਿੰਦਾ ਵੀ ਮੈਂ ਤਾਂ ਮੇਰੇ ਕੋਲ ਤਾਂ ਕੋਈ ਬੰਦਾ ਹੈ ਨਹੀਂ ਜਿਹੜੀ ਖਿੱਚਣ ਵਾਲਾ, ਤਾਂ ਜਿਹੜਾ ਬੰਦਾ ਐਪਲੀਕੇਸ਼ਨ ਦਿੰਦਾ ਹੈਗਾ ਉਹਦੀ ਰਿਸਪੌਂਸਿਬਿਲਿਟੀ ਬਣਦੀ ਹੈ ਉਹ ਬੰਦੇ ਪ੍ਰੋਵਾਈਡ ਕਰੇ ਉੱਥੇ ਸਟਾਫ ਨੂੰ। ਜੇਕਰ ਕੋਈ ਵਿਅਕਤੀ ਸਬਸੈਕਸ਼ਨ 2 ਦੇ ਵਿੱਚ ਕੀ ਕਿਹਾ ਗਿਆ, ਜੇਕਰ ਕੋਈ ਵਿਅਕਤੀ ਉਸ ਵੇਲੇ ਜਿਹੜੇ ਆਪਣਾ ਬੰਦੇ ਪ੍ਰੋਵਾਈਡ ਨਹੀਂ ਕਰਦਾ, ਠੀਕ ਹੈ, ਜਾਂ ਬੰਦੇ ਘੱਟ ਪ੍ਰੋਵਾਈਡ ਕਰਦਾ ਹੈ, ਤਾਂ ਜੇਕਰ ਰੈਵਨਿਊ ਆਫੀਸਰ ਆਪਦੇ ਪੱਧਰ ਤੇ ਕੋਈ ਇੰਤਜ਼ਾਮ ਕਰਦਾ ਇਸ ਗੱਲ ਦਾ, ਤਾਂ ਉਹਦੀ ਜਿਹੜੀ ਰਿਕਵਰੀ ਹੈਗੀ ਹੈ ਉਹਦੀ ਕੀਤੀ ਜਾ ਸਕਦੀ ਹੈ ਉਸ ਵਿਅਕਤੀ ਤੋਂ। ਸੈਕਸ਼ਨ 107 ਹੈ ਪ੍ਰੋਫੈਸ਼ਨਲ ਸਰਵੇ। ਦੇਖੋ ਉੱਪਰਲੇ ਜਿਹੜਾ ਸੈਕਸ਼ਨ ਸੀ 104, 5, 6 ਇਹਦੇ ਵਿੱਚ ਤਾਂ ਹੈਗਾ ਸੀ ਰੈਵਨਿਊ ਆਫੀਸਰ ਵੱਲੋਂ, ਰੈਵਨਿਊ ਸਟਾਫ ਵੱਲੋਂ, ਰੈਵਨਿਊ ਇੰਪਲਾਈਜ਼ ਵੱਲੋਂ ਜਿਹੜਾ ਸਰਵੇ ਕੀਤਾ ਜਾ ਰਿਹਾ ਸੀ, ਉਹਦੇ ਵਿੱਚ ਜਾਣੀ ਕਿ ਐਂਟਰ ਕਰਨ ਦੀ ਪਾਵਰ ਸੀ 104 ਦਿੱਤੀ ਗਈ ਹੈ, ਠੀਕ ਹੈ। 107 ਕੀ ਹੈ? ਕੋਈ ਪ੍ਰੋਫੈਸ਼ਨਲ ਸਰਵੇ ਹੋਣਾ, ਕਿਸੇ ਹੋਰ ਡਿਪਾਰਟਮੈਂਟ ਤੋਂ ਸਰਵੇ ਹੋਣਾ ਹੈ, ਗਵਰਨਮੈਂਟ ਨੇ ਕਿਸੇ ਕੰਮ ਨੂੰ ਲੈ ਕੇ ਕੋਈ ਸਰਵੇ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਹੈ, ਠੀਕ ਹੈ। ਤਾਂ ਕੀ ਹੋਏਗਾ, ਸਟੇਟ ਗਵਰਨਮੈਂਟ ਕੀ ਕਰੇਗੀ, ਨੋਟੀਫਿਕੇਸ਼ਨ ਜਾਰੀ ਕਰੇਗੀ, ਪਹਿਲਾਂ ਤਾਂ ਪਬਲਿਸ਼ ਕਰੇਗੀ। ਜਨਰਲ ਆਰਡਰ ਦੇਖੋ ਰੈਵਨਿਊ ਸਟਾਫ ਨੂੰ ਹੈਗਾ ਐਂਟਰ ਕਰਨ ਦਾ, ਹਰ ਵਿਅਕਤੀ ਨੂੰ ਕਿਸੇ ਦੇ ਖੇਤ ਦੇ ਵਿੱਚ ਐਂਟਰ ਕਰਨ ਦੀ ਪਾਵਰ ਨਹੀਂ ਹੈਗੀ। ਜੇਕਰ ਕੋਈ ਬਾਹਰਲੀ ਕਿਸੇ ਏਜੰਸੀ ਤੋਂ ਸਰਕਾਰ ਨੇ ਕੋਈ ਸਰਵੇ ਕਰਵਾਉਣਾ ਹੈਗਾ ਤਾਂ ਉਹਦੇ ਲਈ ਸਰਕਾਰ ਵੱਲੋਂ ਗਵਰਨਮੈਂਟ ਵੀ ਪਬਲਿਸ਼ ਏ ਨੋਟੀਫਿਕੇਸ਼ਨ ਸਟੇਟਿੰਗ, ਕੀ ਸਟੇਟ ਕਰੇਗਾ ਨੋਟੀਫਿਕੇਸ਼ਨ, ਲੋਕਲ ਏਰੀਆ, ਕਿਹੜੇ ਏਰੀਆ 'ਚ ਸਰਵੇ ਹੋਣਾ ਹੈਗਾ, ਨੇਮ ਐਂਡ ਆਫੀਸ਼ੀਅਲ, ਕਿਹੜੇ ਵਿਅਕਤੀ ਸਰਵੇ ਕਰਨਗੇ, ਉਹਨਾਂ ਦੇ ਨਾਮ ਕੀ ਨੇ, ਡੈਜਿਗਨੇਸ਼ਨ ਕੀ ਨੇ, ਕਾइंड ऑफ ਸਰਵੇ, ਇਹ ਸਰਵੇ ਕਿਹੜਾ ਹੈਗਾ, ਕੀ ਕਿਸਮ ਦਾ ਸਰਵੇ, ਕੀ ਕੀਤਾ ਜਾਣਾ ਹੈ, ਠੀਕ ਹੈ ਜੀ। ਫਿਰ ਪਾਵਰ ਆਫ ਰੈਵਨਿਊ ਆਫੀਸਰ ਅੰਡਰ ਸੈਕਸ਼ਨ 104 ਫਰੋਮ ਦਾ ਡੇਟ ਆਫ ਦਾ ਨੋਟੀਫਿਕੇਸ਼ਨ, ਜਦੋਂ ਹੀ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ, ਜਿਵੇਂ 104 ਸੈਕਸ਼ਨ ਦੇ ਵਿੱਚ ਰੈਵਨਿਊ ਆਫੀਸਰਸ ਨੂੰ, ਰੈਵਨਿਊ ਅਧਿਕਾਰੀਆਂ ਨੂੰ ਪਾਵਰ ਹੈਗੀ ਹੈ ਕਿਸੇ ਦੇ ਖੇਤ 'ਚ ਐਂਟਰ ਕਰਨ ਦੀ, ਤਾਂ ਇਹਨਾਂ ਵਿਅਕਤੀਆਂ ਨੂੰ ਵੀ ਜਿਹੜੇ ਹੈਗਾ 107 ਦਾ ਜਿਹੜਾ ਪਾਰਟ 2 ਹੈਗਾ, ਉਸ ਡੇਟ ਤੋਂ, ਜਿਸ ਡੇਟ ਨੂੰ ਨੋਟੀਫਿਕੇਸ਼ਨ ਜਾਰੀ ਹੋ ਗਿਆ, ਉਹਨਾਂ ਵਿਅਕਤੀਆਂ ਨੂੰ ਜਿਹੜੇ ਸਰਵੇ ਕਰਨਗੇ ਉਹਨਾਂ ਵਿਅਕਤੀਆਂ ਨੂੰ ਵੀ ਸੈਕਸ਼ਨ 104 ਦੇ ਤਹਿਤ ਜਿਹੜੀ ਹੈਗੀ ਹੈ ਉਹ ਪਾਵਰ ਮਿਲ ਜਾਂਦੀ ਹੈ, ਕਿਸੇ ਵੀ ਖੇਤ ਦੇ ਵਿੱਚ ਉਹ ਸਰਵੇ ਕਰਨ ਦੇ ਲਈ ਐਂਟਰ ਕਰ ਸਕਦੇ ਆ। ਸੈਕਸ਼ਨ 108 'ਚ ਕੀ ਹੈ, ਪੈਨਲਟੀ ਫਾਰ ਦਾ ਡਿਸਟਰਕਸ਼ਨ, ਇੰਜਰੀ ਔਰ ਰਿਮੂਵਲ ਆਫ ਦਾ ਸਰਵੇ ਮਾਰਕਸ।
रेवेन्यू ऑफिसर ने या रेवेन्यू स्टाफ ने या किसी भी सर्वे डिपार्टमेंट ने कोई सर्वे लगाया है, निशान लगाए ने, बुर्जियां लगाई हैं जिन्होंने कोई नुकसान करता है, ठीक है, बर्बाद करता है, मतलब कि ਢਾ ਦਿੰਦਾ बुर्जियां ਨੂੰ ਜਾਂ ਰਿਮੂਵ ਕਰ ਦਿੰਦਾ ਹੈ, ਤਾਂ ਉਹਨੂੰ ਕੀ ਹੈਗਾ ਫਾਈਨ ਕੀਤਾ ਜਾ ਸਕਦਾ ਹੈ, ਜੁਰਮਾਨਾ ਕੀਤਾ ਜਾ ਸਕਦਾ ਹੈ, ਜਿਹੜਾ ਕਿ 50 ਰੁਪਏ ਤੱਕ ਦਾ ਹੋ ਸਕਦਾ ਹੈ। ਜਿਹੜਾ ਕੋਈ ਇਹ ਜਿਹੜਾ ਜੁਰਮਾਨਾ ਹੈਗਾ ਜਾਂ ਤਾਂ ਉਹ ਸਰਵੇ ਨਿਸ਼ਾਨ ਨੂੰ ਦੁਬਾਰਾ ਲਗਾਉਣ ਵਾਸਤੇ ਯੂਜ਼ ਕੀਤਾ ਜਾ ਸਕਦਾ ਹੈ, ਜਾਂ ਜਿਹੜੇ ਵਿਅਕਤੀ ਨੇ ਕੋਈ ਇਨਫੋਰਮੇਸ਼ਨ ਦਿੱਤੀ ਹੈ ਉਸ ਵਿਅਕਤੀ ਨੂੰ ਵੀ ਪੇਮੈਂਟ ਕੀਤੀ ਜਾ ਸਕਦੀ ਹੈ। ਫਿਰ ਸਬ ਸੈਕਸ਼ਨ 2 ਦੇ ਵਿੱਚ ਕੀ ਕਿਹਾ ਗਿਆ ਹੈ? ਸੈਕਸ਼ਨ 108 ਦਾ ਸਬ ਸੈਕਸ਼ਨ 2 ਦੇ ਵਿੱਚ ਕੀ ਕਿਹਾ ਗਿਆ ਹੈ? ਆਈਪੀਸੀ ਧਾਰਾ 434 ਦੇ ਅਧੀਨ, ਆਈਪੀਸੀ ਧਾਰਾ 434 ਦੇ ਅਧੀਨ ਉਸ ਵਿਅਕਤੀ ਦੇ ਖਿਲਾਫ ਜਿਹੜੀ ਹੈਗੀਆਂ ਨੇ ਕ੍ਰਿਮੀਨਲ ਕਾਰਵਾਈ ਜਿਹੜੀ ਹੈਗੀ ਆ ਉਹ ਵੀ ਕੀਤੀ ਜਾ ਸਕਦੀ ਹੈ। ਉਸ ਦੇ ਵਿੱਚ ਜਿਹੜਾ ਹੈਗਾ ਪਰਚਾ ਦਰਜ ਕਰਾਇਆ ਜਾ ਸਕਦਾ ਉਸ ਵਿਅਕਤੀ ਦੇ ਖਿਲਾਫ ਜਿਹੜਾ ਬੁਰਜਿਆਂ ਨੂੰ ਢਾਏਗਾ। ਸੈਕਸ਼ਨ 108 ਸਬ ਸੈਕਸ਼ਨ 2 ਵੈਰੀ ਇੰਪੋਰਟੈਂਟ ਹੈ ਜੀ, ਅਕਸਰ ਮਤਲਬ ਪ੍ਰੈਕਟੀਕਲ ਦੇ ਵਿੱਚ ਆਉਂਦੀ ਹੈਗੀ ਹੈ। ਕੋਈ ਵਿਅਕਤੀ ਜਦੋਂ ਤੁਹਾਨੂੰ ਨਿਸ਼ਾਨਦੇਹੀ ਕਰਦੇ ਵੇਲੇ ਜਾਂ ਕਬਜ਼ਾ ਕਾਰਵਾਈ ਕਰਦੇ ਵੇਲੇ ਕੋਈ ਬੁਰਜੀਆਂ ਬਰਜੀਆਂ ਲਗਾਉਂਦੇ ਵੇਲੇ ਕੋਈ ਜਦੋਂ ਮਤਲਬ ਕਿ ਹਰਾਸ਼ ਕਰਨ ਦੀ ਕੋਸ਼ਿਸ਼ ਕਰਦਾ ਜਾਂ ਸੈਕਸ਼ਨ ਕ੍ਰੀਏਟ ਕਰਦਾ ਹੈ ਤਾਂ 108 ਦੇ ਸਬ ਸੈਕਸ਼ਨ 2 ਦੇ ਤਹਿਤ ਕੀ ਹੈ ਉਹਦੇ ਖਿਲਾਫ ਕ੍ਰਿਮੀਨਲ ਕਾਰਵਾਈ ਪਰਚਾ ਦਰਜ ਕੀਤਾ ਜਾ ਸਕਦਾ ਹੈ। ਨੈਕਸਟ ਹੈ 108 109 ਰਿਪੋਰਟ ਆਫ restriction or removal or injury to survey marks। every village officer ਯਾਨੀ ਕਿ ਜਿਹੜਾ ਪਿੰਡ ਦਾ ਨੰਬਰਦਾਰ ਹੁੰਦਾ ਹੈ ਉਹਦੀ ਰਿਸਪੌਂਸਿਬਿਲਿਟੀ ਦਰਸਾਈ ਗਈ ਹੈ ਇਹਦੇ ਵਿੱਚ 109 ਦੇ ਵਿੱਚ। ਜਦੋਂ ਵੀ ਕੋਈ ਵਿਅਕਤੀ ਕਿਸੇ ਬੁਰਜੀ ਨੂੰ ਕਿਸੇ ਹੋਰ ਨੂੰ ਨੁਕਸਾਨ ਕਰਦਾ ਢਾਂਦਾ ਕਰਦਾ ਹੈਗਾ ਤਾਂ ਜਿਹੜੀ ਉਹਦੀ ਰਿਪੋਰਟ ਹੈਗੀ ਆ ਉਹ ਪਟਵਾਰੀ ਹਲਕਾ ਦੇ ਰਾਹੀਂ ਰੈਵਨਿਊ ਆਫਿਸਰ ਕੋਲ ਦਿੱਤੀ ਜਾਂਦੀ ਹੈ ਨੰਬਰਦਾਰ ਵੱਲੋਂ। ਨੈਕਸਟ ਹੈਗਾ ਚੈਪਟਰ ਨੰਬਰ 9 ਪਾਰਟੀਸ਼ਨ ਤਕਸੀਮ, ਬਹੁਤ ਇੰਪੋਰਟੈਂਟ ਚੈਪਟਰ ਹੈ ਜੀ। ਇਹ ਜਿਹੜੀ ਗ੍ਰੀਨ ਬੁੱਕ ਜੋ ਤੁਹਾਡੇ ਪਾਸ ਸ਼ਾਇਦ ਹੋਏਗੀ ਕਿਸੇ ਕੋਲੇ, ਤੇ ਇਹਦੇ ਵਿੱਚ ਜਿਹੜਾ ਪਾਰਟੀਸ਼ਨ ਦੇ ਪੂਰਾ ਚੈਪਟਰ ਦਿੱਤਾ ਗਿਆ, ਚੈਪਟਰ ਨੰਬਰ 26 ਪੇਜ ਨੰਬਰ 171 ਤੋਂ ਲੈ ਕੇ 186 ਇਹ ਵਾਲੀ ਗ੍ਰੀਨ ਬੁੱਕ ਦੇਖਦੇ ਇੱਥੋਂ ਹੈ, ਇਹ ਵਾਲੀ ਗ੍ਰੀਨ ਬੁੱਕ ਦੇਖ ਲਓ ਜੀ, ਇਹ ਤੁਹਾਡੇ ਕੋਲ ਕਿਸੇ ਕੋਲ ਹੈਗੀ ਇਹਦਾ ਚੈਪਟਰ ਨੰਬਰ 26 ਹੈਗਾ, ਇਹਦੇ ਵਿੱਚ ਤਕਸੀਮ ਦਾ ਪੂਰਾ ਵੇਰਵਾ ਦਿੱਤਾ ਗਿਆ ਹੈ पेज नंबर 171 ਤੋਂ ਲੈ ਕੇ 186 ਤੱਕ। ਹੁਣ ਆਪਾਂ हाँ जी सर रिक्वेस्ट ये ग्रीन बुक बारे करना पा रहा जी ਤੁਸੀਂ ਇਹ ਗ੍ਰੀਨ ਬੁੱਕ ਮੇਰੇ ਵੱਲੋਂ ਲਿਖੀ ਹੋਈ ਹੈ। ਇਹਦੇ ਵਿੱਚ ਇਹ ਜਿਹੜਾ ਤੁਸੀਂ ਹੁਣ ਇੱਕ ਇਦੋਂ ਪਹਿਲਾਂ ਚੈਪਟਰ ਪੜ੍ਹਿਆ ਉਹ ਵੀ ਸਾਰਾ ਡਿਟੇਲ ਦੇ ਵਿੱਚ ਹੈਗਾ ਪੰਜਾਬੀ ਦੇ ਵਿੱਚ, ਤੇ ਜਿਹੜਾ ਪਾਰਟੀਸ਼ਨ ਦਾ ਇਹ ਚੈਪਟਰ ਹੁਣ ਅਸੀਂ ਪੜ੍ਹਨ ਜਾ ਰਹੇ ਹਾਂ ਇਹ ਵੀ ਡਿਟੇਲ ਦੇ ਵਿੱਚ ਚੈਪਟਰ ਨੰਬਰ 26 ਦੇ ਉੱਪਰ ਹੈਗਾ, ਇਹ ਸਾਰੀ ਡਿਟੇਲ ਦਿੱਤੀ ਹੈ, ਪੂਰਾ ਚੈਪਟਰ ਪਾਰਟੀਸ਼ਨ ਦਾ ਹੈਗਾ ਇਹਦੇ ਵਿੱਚ। ਇਹ ਬੁੱਕ ਦਿਖ ਰਹੀ ਹੈ ਤੁਹਾਨੂੰ? ਜੀ ਸਰ ਦੇਖ ਰਹੇ ਹਾਂ ਜੀ। ਇਹ ਐਮਾਜ਼ੋਨ ਤੇ ਵੀ ਉਪਲਬਧ ਹੈਗੀ ਹੈ, ਐਮਾਜ਼ੋਨ ਤੋਂ ਮੰਗਾ ਸਕਦੇ ਹੋ। ਇਹਦਾ ਲਿੰਕ ਮੇਰੇ ਖਿਆਲ ਵਿੱਚ ਪਾਇਆ ਹੋਇਆ ਹੈਗਾ ਆਪਾਂ ਆਨਲਾਈਨ ਦੇ ਵਿੱਚ, ਆਨਲਾਈਨ ਗਰੁੱਪ 'ਚ ਦੁਬਾਰਾ ਇੱਕ ਲਿੰਕ ਫਿਰ ਪਵਾ ਦਿੰਦੇ, ਉਸ ਲਿੰਕ ਤੇ ਤੁਸੀਂ ਆਰਡਰ ਕਰਕੇ ਮੰਗਵਾ ਸਕਦੇ ਹੋ ਐਮਾਜ਼ੋਨ ਤੋਂ। ਪੇਪਰਾਂ ਵਿੱਚ ਕਿੰਨੀ ਮਦਦ ਹੈਲਪ ਕਰਦੀ ਜੀ ਇਹ ਪੇਪਰ ਨੰਬਰ 2 ਮੈਕਸਿਮਮ ਹੈਲਪ ਕਰਦੀ ਹੈ। ਪੇਪਰ ਨੰਬਰ 2 ਦਾ ਚ ਕਾਫੀ ਸਾਰਾ ਆ ਜਾਂਦਾ ਹੈਗਾ, ਪੇਪਰ ਨੰਬਰ 1 ਦੇ ਵਿੱਚ ਵੀ ਕਾਫੀ ਪਾਰਟ ਇਹਦੇ 'ਚ ਹੈਗਾ, ਜਿਵੇਂ ਆ ਪਾਰਟੀਸ਼ਨ ਹੈ, ਰਿਕਵਰੀ ਆਫ ਏਰੀਅਸ ਆਫ ਲੈਂਡ ਰੈਵਨਿਊ ਹੈ, ਠੀਕ ਹੈ, ਇਹ ਕਾਫੀ ਸਾਰੇ ਚੈਪਟਰ ਦੇ ਵਿੱਚ ਆ ਜਾਂਦੇ ਨੇ। ਠੀਕ ਹੈ ਸਰ, ਥੈਂਕ ਯੂ ਜੀ। ਚੈਪਟਰ ਨੰਬਰ 9 ਪਾਰਟੀਸ਼ਨ, ਸੈਕਸ਼ਨ 110 ਇਫੈਕਟ ਆਫ ਪਾਰਟੀਸ਼ਨ ਆਫ ਦਾ ਸਟੇਟਸ ਐਂਡ ਟੈਨੈਂਸੀਜ਼। मतलब ਇਹਦੇ ਵਿੱਚ ਕਿਹਾ ਗਿਆ ਹੈਗਾ, ਇਹ ਕੋਈ ਨੋਟ ਇੰਪੋਰਟੈਂਟ ਜ਼ਿਆਦਾ ਸੈਕਸ਼ਨ ਨਹੀਂ ਹੈਗਾ 110, ਇਹਦੇ ਵਿੱਚ ਕਿਹਾ ਹੈਗਾ ਵੀ ਇਫੈਕਟ ਪਾਰਟੀਸ਼ਨ ਦਾ ਇਫੈਕਟ ਕੀ ਪੈਂਦਾ ਹੈ। ਪਾਰਟੀਸ਼ਨ ਦੇ ਇਫੈਕਟ ਦਾ ਕੀ ਪਿਆ, ਪਾਰਟੀਸ਼ਨ ਦੇ ਨਾਲ ਜਿਹੜਾ ਮਾਲਕ ਹੈ ਮਾਲਕੀ ਰਹੇਗਾ, ਪਰ ਜਿਹੜੀ ਉਹਦੀ ਹੈਗੇ ਜਿਹੜੀ ਖੇਪਟਾਂ ਅਲੱਗ-ਅਲੱਗ ਬਣ ਜਾਂਦੀਆਂ ਹੈਗੀਆਂ ਨੇ, ਠੀਕ ਹੈ, ਤੇ ਜਿਹੜੀ ਇੰਟਾਈਟਲਮੈਂਟ ਹੈ ਉਹਦੀ ਲੈਂਡ ਰੈਵਨਿਊ ਪੇ ਕਰਨ ਦੀ ਉਹ ਉੱਦੀ ਰਹਿੰਦੀ ਹੈ, ਯਾਨੀ ਕਿ ਲੈਂਡ ਰੈਵਨਿਊ ਵਗੈਰਾ ਜਿਹੜਾ ਹੈਗਾ ਉਹ ਮਾਫ ਨਹੀਂ ਕੀਤਾ ਜਾ ਸਕਦਾ। ਇਹਦਾ ਪਾਰਟੀਸ਼ਨ ਦਾ ਇਫੈਕਟ ਹੁੰਦਾ, ਖੇਪਟਾਂ ਅਲੱਗ-ਅਲੱਗ ਬਣ ਜਾਂਦੀਆਂ, ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਜਵਾਨੀ ਪਤਾ ਤੁਹਾਨੂੰ, ਠੀਕ ਹੈ। ਪਰ ਜਿਹੜੀ ਟੈਨੈਂਸੀ ਦੀ ਗੱਲ ਕੀਤੀ ਗਈ ਹੈ,
ਟੇਨੈਂਟਸ ਦੀ ਜਿਹੜੀ ਪਾਰਟੀਸ਼ਨ ਹੈ ਉਹ ਅੱਗੇ ਜਿਹੜੀ ਅਮੈਂਡਮੈਂਟ ਹੋ ਚੁੱਕੀ ਹੈ ਨਵੀਂ, ਉਹਦੇ ਵਿੱਚ ਜਿਹੜੀ ਟੇਨੈਂਟਸ ਹੈ ਉਹ ਪਾਰਟੀਸ਼ਨ ਨਹੀਂ ਕਰਵਾ ਸਕਦੇ। ਠੀਕ ਹੈ। ਅੱਗੇ ਸੈਕਸ਼ਨ 111 ਐਪਲੀਕੇਸ਼ਨ ਫਾਰ ਦਾ ਪਾਰਟੀਸ਼ਨ। ਐਪਲੀਕੇਸ਼ਨ ਕੌਣ ਦਿੰਦਾ ਪਾਰਟੀਸ਼ਨ ਦੀ? ਆਪਾਂ ਨੂੰ ਉਹ ਵੀ ਸਾਰਿਆਂ ਨੂੰ ਤੁਹਾਨੂੰ ਪਤਾ ਹੈਗਾ ਵੀ ਜਿਹੜਾ ਕੋਈ ਜੁਆਇੰਟ ਹੋਲਡਰ ਹੈਗਾ। ਅੱਗੇ ਇਹਦੇ ਵਿੱਚ ਕਿਹਾ ਹੈਗਾ ਜੁਆਇੰਟ ਟੇਨੈਂਟ ਆਫ ਏ ਟੈਨੈਂਸੀ ਇਟ ਇਜ਼ ਡਿਲੀਟਡ। ਇਹ ਜਿਹੜਾ ਜੁਆਇੰਟ ਟੇਨੈਂਟ ਹੈਗਾ ਇਹ ਐਪਲੀਕੇਸ਼ਨ ਨਹੀਂ ਦੇ ਸਕਦਾ। ਠੀਕ ਹੈ। ਜਿਹੜਾ ਜੁਆਇੰਟ ਓਨਰ ਹੈਗਾ ਜਮ੍ਹਾਂਬੰਦੀ ਦੇ ਵਿੱਚ ਉਹੀ ਜਿਹੜੀ ਪਾਰਟੀਸ਼ਨ ਦੀ ਜਿਹਦੀ ਅਰਜ਼ੀ ਦੇ ਸਕਦਾ ਹੈ। ਜਦੋਂ ਅਰਜ਼ੀ ਦੇਣੀ ਹੈ ਉਹਦਾ ਜਿਹੜਾ ਨਾਮ ਹੈ ਰਿਕਾਰਡ ਹੋਇਆ ਜਮ੍ਹਾਂਬੰਦੀ ਦੇ ਵਿੱਚ ਰਿਕਾਰਡਡ ਹੋਣਾ ਚਾਹੀਦਾ ਹੈ, ਜਾਂ ਉਹਦੇ ਕੋਲ ਕੋਈ ਡਿਗਰੀ ਹੋਣੀ ਚਾਹੀਦੀ ਹੈ। ਠੀਕ ਹੈ। ਇੱਕ ਰਿਟਨ ਐਕਨੋਲਜਮੈਂਟ ਮਤਲਬ ਕਿ ਕਹਿਣ ਦਾ ਭਾਵ ਹੈ ਜਿਹੜਾ ਮਾਲਕ ਹੈ ਸ਼ੇਅਰ ਹੋਲਡਰ ਹੈ ਕਿਸੇ ਕੇਵਟ ਦੇ ਵਿੱਚ ਉਹ ਹੀ ਜਿਹੜੀ ਜਮ੍ਹਾਂ ਦੀ ਨਿਸ਼ਾਨਦੇਹੀ ਦੀ ਦਰਖਾਸਤ ਦੇ ਸਕਦਾ ਹੈਗਾ। ਚਲੋ ਸੈਕਸ਼ਨ 112 ਸੈਕਸ਼ਨ 112 ਕੀ ਕਹਿੰਦੀ? ਰਿਸਟ੍ਰਿਕਸ਼ਨਸ ਐਂਡ ਲਿਮਿਟੇਸ਼ਨਸ ਔਨ ਦਾ ਪਾਰਟੀਸ਼ਨ। ਕਿਹੜੀਆਂ ਜ਼ਮੀਨਾਂ ਹੈਗੀਆਂ ਨੇ ਜਿਨ੍ਹਾਂ ਦੀ ਪਰ ਅਸੀਂ ਜਿਹੜੀ ਪਾਰਟੀਸ਼ਨ ਨਹੀਂ ਕਰਵਾ ਸਕਦੇ? ਉਹ ਹੈਗੀ ਆ ਪਲੇਸਿਸ ਆਫ ਦਾ ਵਰਸ਼ਿਪ। ਸੈਕਸ਼ਨ 112 ਬਹੁਤ ਇੰਪੋਰਟੈਂਟ ਹੈ ਜੀ, ਪੇਪਰ 'ਚ ਅਕਸਰ ਆਉਂਦਾ ਰਹਿੰਦਾ ਹੈ ਵੀ ਕਿਹੜੀਆਂ ਲੈਂਡ ਦੀ ਜਿਹੜੀ ਪਾਰਟੀਸ਼ਨ ਨਹੀਂ ਹੋ ਸਕਦੀ। ਠੀਕ ਹੈ। ਪਲੇਸਿਸ ਆਫ ਵਰਸ਼ਿਪ, ਕੋਈ ਪੂਜਾ ਦੇ ਸਥਾਨ ਨੇ, ਕਿਸੇ ਖੇਤ ਦੇ ਵਿੱਚ ਕੋਈ ਧਾਰਮਿਕ ਸਥਾਨ ਬਣਿਆ ਹੋਇਆ ਹੈਗਾ ਜਾਂ ਕੋਈ ਬਰੀਅਲ ਗਰਾਊਂਡ ਬਣਿਆ ਹੋਇਆ ਹੈ। ਵੀ ਲੋਕ ਖੇਤਾਂ ਦੇ ਵਿੱਚ ਬਣਾ ਲੈਂਦੇ ਨੇ ਬਰੀਅਲ ਗਰਾਊਂਡ, ਮੜੀਆਂ ਵਗੈਰਾ ਬਣਾ ਲੈਂਦੇ ਨੇ, ਕਈ ਆਪਣੀਆਂ ਪਰਸਨਲ ਮੜੀਆਂ ਵੀ ਬਣਾ ਲੈਂਦੇ ਕਈ ਲੋਕ। ਜਿਵੇਂ ਇੱਦਾਂ ਦੇ ਜਿਹੜੇ ਸਥਾਨ ਹੈਗੇ ਆ ਉਹਦੀ ਜਿਹੜੀ ਹੈਗੀ ਹੈ ਪਾਰਟੀਸ਼ਨ ਨਹੀਂ ਹੋ ਸਕਦੀ, ਉਹ ਸਾਂਝੇ ਰੱਖੇ ਜਾਂਦੇ ਨੇ। ਸਬਸੈਕਸ਼ਨ 2 ਦੇ ਵਿੱਚ ਕੀ ਕਿਹਾ ਗਿਆ? ਕੋਈ ਕਾਮਨ ਪਾਥ ਹੋਵੇ, ਕੋਈ ਖਾਲ ਹੋਵੇ, ਠੀਕ ਹੈ, ਕੋਈ ਖੂਹ ਹੋਵੇ, ਜਾਂ ਕੋਈ ਐਸੀ ਜਗ੍ਹਾ ਹੋਵੇ ਜਿੱਥੋਂ ਪਾਣੀ ਲੰਘ ਕੇ ਜਾਂਦਾ ਹੋਵੇ ਸਾਰੇ ਖੇਤਾਂ ਨੂੰ। ਠੀਕ ਹੈ। ਕੋਈ ਇੰਬੈਕਮੈਂਟ ਹੁੰਦਾ ਹੈ ਤਾਂ ਉਹਦੀ ਵੀ ਜਿਹੜੀ ਪਾਰਟੀਸ਼ਨ ਹੈ ਉਹ ਉਹਨੇ ਪੋਰਸ਼ਨ ਨੂੰ, ਜਿਵੇਂ ਖੂਹ ਹੈ, ਖੂਹ ਦੇ ਆਲੇ ਦੁਆਲੇ ਦਾ ਕੁਛ ਏਰੀਆ ਹੈਗਾ ਜਿੱਥੋਂ ਖਾਲਾਂ ਲੰਘ ਕੇ ਜਾਂਦੀਆਂ ਨੇ, ਜਾਂ ਰਸਤੇ ਹੈਗੇ ਆ, ਜਾਂ ਆਪਣਾ ਵਾਟਰ ਕੋਰਸ ਨੂੰ ਕਹਿ ਲਈਏ ਆਪਾਂ, ਜਿਹਦੇ ਉੱਪਰ ਖੇਤੀਬਾੜੀ ਨਿਰਭਰ ਕਰਦੀ ਹੈ, ਸਪਲਾਈ ਆਫ ਵਾਟਰ ਟੂ ਐਨੀ ਵਰਕ ਮੇ ਡਿਪੈਂਡ, ਜਾਂ ਕੋਈ ਗ੍ਰੇਜ਼ਿੰਗ ਗਰਾਊਂਡ ਹੈਗੀ ਆ, ਕੋਈ ਚਰਾਗਾਹ ਰੱਖੀ ਹੋਈ ਹੈ ਖੇਤ ਦੇ ਵਿੱਚ, ਜਾਂ ਕੋਈ ਆਬਾਦੀ ਹੈਗੀ, ਮੰਨ ਲਓ 4 ਭਰਾ 5 ਭਰਾ ਹੈਗੇ ਆ, ਉਹਨਾਂ ਨੇ ਇਕੱਠੇ ਹੋ ਕੇ ਖੇਤ 'ਚ ਫਾਰਮ ਹਾਊਸ ਬਣਾ ਲਿਆ ਆਪਣਾ, ਆਬਾਦੀ ਘਰ ਦੇ ਵਿੱਚ 4 ਕੋਠੀਆਂ ਪਾ ਲਈਆਂ, ਖੇਤ ਦੇ ਵਿੱਚ ਪਾ ਲਈਆਂ, ਉਹਨਾਂ ਨੂੰ ਵੀ ਸਾਂਝੇ ਤੌਰ ਤੇ ਰੱਖਿਆ ਜਾਏਗਾ। ਅਸੀਂ ਜਿੰਨਾ ਸ਼ੇਅਰ ਕਿਸੇ ਕੋਲ ਹੈਗਾ ਉਹਨਾਂ ਸ਼ੇਅਰ 'ਚ ਕਾਇਮ ਕਰਕੇ ਹਿੱਸੇ ਦੇ ਮੁਤਾਬਕ ਉਹ ਜਿਹੜੀ ਆਬਾਦੀ ਹੈਗੀ ਆ ਉਹ ਸਾਰੀ ਸਾਂਝੀ ਰੱਖੀ। ਸਾਈਟ ਆਫ ਏ ਟਾਊਨ ਔਰ ਵਿਲੇਜ ਐਂਡ ਇਨ ਅਸੈਸਡ ਟੂ ਲੈਂਡ ਰੈਵਨਿਊ ਮੇ ਬੀ ਰਿਫਿਊਜ਼ਡ। ਤਾਂ ਰੈਵਨਿਊ ਆਫਿਸਰ ਉਸ ਜਿਹੜੀ ਜਗ੍ਹਾ ਹੈਗੀ ਆ ਉਹਦੀ ਜਿਹੜੀ ਪਾਰਟੀਸ਼ਨ ਤੋਂ ਜਿਹੜਾ ਹੈਗਾ ਰਿਫਿਊਜ਼ ਕਰ ਸਕਦਾ ਹੈਗਾ। ਸਬਸੈਕਸ਼ਨ 3 ਤੇ ਸਬਸੈਕਸ਼ਨ 4 ਜਿਹੜੇ ਹੈਗੇ ਨੇ ਇਹ ਮਿਟ ਹੋ ਚੁੱਕੇ ਨੇ। ਇਹ ਟੈਨੈਂਸੀ ਨਾਲ ਸੰਬੰਧਿਤ ਸੀਗੇ। ਟੈਨੈਂਸੀ ਜਿਹੜਾ ਟੇਨੈਂਟ ਹੈਗਾ ਹੁਣ ਇਹ ਨਿਸ਼ਾਨਦੇਹੀ ਟੇਨੈਂਟ ਜਿਹੜਾ ਹੈਗਾ ਹੁਣ ਇਹ ਪਾਰਟੀਸ਼ਨ ਨਹੀਂ ਕਰਵਾ ਸਕਦਾ। ਠੀਕ ਹੈ। ਇਸ ਕਰਕੇ ਜਿਹੜਾ 3 ਦੇ 4 ਸੈਕਸ਼ਨ ਸੀਗੇ ਇਹ ਮਿਟ ਹੋ ਚੁੱਕੇ ਨੇ, ਇਹ ਹੁਣ ਆਪਣੇ ਸਿਲੇਬਸ 'ਚ ਨਹੀਂ ਹੈਗੇ। ਨੈਕਸਟ ਹੈ ਸੈਕਸ਼ਨ 113 ਨੋਟਿਸ ਆਫ ਐਪਲੀਕੇਸ਼ਨ ਫਾਰ ਦਾ ਪਾਰਟੀਸ਼ਨ। ਜਦੋਂ ਵੀ ਕੋਈ ਵਿਅਕਤੀ ਅਰਜ਼ੀ ਦਿੰਦਾ ਹੈ ਤਕਸੀਮ ਕਰਾਉਣ ਦੀ ਖਾਤਰ ਤਾਂ ਦੂਜੀਆਂ ਪਾਰਟੀਆਂ ਨੂੰ ਸਾਰੀਆਂ ਨੂੰ ਜਿਹੜਾ ਹੈਗਾ ਨੋਟਿਸ ਜਾਰੀ ਕੀਤਾ ਜਾਂਦਾ ਹੈ। ਠੀਕ ਹੈ ਜੀ। ਓਪਨ ਟੂ ਆਬਜੈਕਸ਼ਨਸ ਔਨ ਦਾ ਫੇਸ, ਜਦੋਂ ਅਰਜ਼ੀ ਬਿਲਕੁਲ ਠੀਕ ਹੋਵੇ ਰੈਵਨਿਊ ਆਫਿਸਰ ਜਨਰਲ ਆਪਣੀ ਜਿਹੜੀ ਉਹ ਦੇਖੇਗਾ ਵੀ ਹਾਂ ਇਹ ਜਿਹੜੀ ਐਪਲੀਕੇਸ਼ਨ ਦਿੱਤੀ ਗਈ ਹੈ ਅੰਡਰ ਰੂਲਸ ਦਿੱਤੀ ਗਈ ਹੈ, ਇਹਦੇ ਨਾਲ ਜਮ੍ਹਾਂਬੰਦੀ ਦੀ ਨਕਲ ਲੱਗੀ ਵੀ ਹੈਗੀ, ਸਭ ਕੁਛ ਹੈਗਾ। ਫਿਰ ਕੀ ਹੋਏਗਾ, ਉਹਦੀ ਇੱਕ ਡੇਟ ਫਿਕਸ ਕੀਤੀ ਜਾਂਦੀ ਹੈ ਹੀਅਰਿੰਗ ਵਾਸਤੇ। ਪਾਰਟੀਆਂ ਨੂੰ ਦੂਜਿਆਂ ਨੂੰ ਸਾਰੀਆਂ ਨੂੰ ਨੋਟਿਸ ਜਾਰੀ ਕੀਤਾ ਜਾਂਦਾ, ਇੱਕ ਡੇਟ ਫਿਕਸ ਕਰ ਦਿੱਤੀ ਜਾਂਦੀ ਹੈ ਹੀਅਰਿੰਗ ਦੇ ਲਈ। ਜਿਹੜਾ ਹੈਗਾ ਸਬਸੈਕਸ਼ਨ 2 ਨਵਾਂ ਅਮੈਂਡ ਹੋਇਆ ਇਹਦੇ ਵਿੱਚ, ਤੁਹਾਡੇ ਬੁੱਕਸ ਦੇ ਵਿੱਚ ਹੈਗਾ ਤਾਂ ਨਹੀਂ ਤਾਂ ਨੋਟ ਕਰ ਲਓ। ਰਿਪਲਾਈ 30 ਡੇਜ਼, 30 ਦਿਨ ਦਾ ਸਮਾਂ ਦਿੱਤਾ ਗਿਆ। ਦੂਜੀਆਂ ਪਾਰਟੀਆਂ ਨੇ 30 ਦਿਨ ਦੇ ਅੰਦਰ ਜਿਹੜੀ ਹੈਗੀ ਰਿਪਲਾਈ ਦੇਣੀ ਹੁੰਦੀ ਹੈ। ਤੁਹਾਡੀ ਬੁੱਕਸ ਦੇ ਵਿੱਚ ਹੈਗਾ ਸਬਸੈਕਸ਼ਨ 2 ਜੀ। ਸੈਕਸ਼ਨ 113 ਦਾ ਸਬਸੈਕਸ਼ਨ 2 ਹੈਗਾ ਜੀ ਤੁਹਾਡੀ ਬੁੱਕਸ ਦੇ ਵਿੱਚ? ਨਹੀਂ ਸਰ, ਨਹੀਂ ਹੈਗਾ ਜੀ। ਨੋਟ ਕਰ ਲਓ, ਇੱਥੇ ਲਿਖ ਲਓ ਇਹਦੇ ਨਾਲ ਹੀ ਸਬਸੈਕਸ਼ਨ 2 ਨੋਟ ਕਰਕੇ ਰਿਪਲਾਈ 30 ਡੇਜ਼,
ਜਿਹੜੀਆਂ ਦੂਜੀਆਂ ਪਾਰਟੀਆਂ ਹੈਗੀਆਂ ਨੇ ਉਹ 30 ਦਿਨ ਦੇ ਅੰਦਰ ਰਿਪਲਾਈ ਦੇਣਗੀਆਂ। ਬਸ ਇੰਨੀ ਨੋਟ ਕਰ ਲਓ, ਰਿਪਲਾਈ 30 ਡੇਜ਼। ਫਿਰ ਸਬ ਸੈਕਸ਼ਨ 3 ਵੀ ਹੋਏਗਾ ਨਹੀਂ ਤੁਹਾਡੀ ਬੁੱਕਸ ਦੇ ਵਿੱਚ, 113(3) ਇਹ ਵੀ ਨਵਾਂ ਇਨਸਰਟ ਹੋਇਆ ਜੀ, ਇਹਦੇ ਵੀ ਨੋਟ ਕਰ ਲਓ। ਐਕਸ ਪਾਰਟੀ ਮੇ ਵੀ ਜੁਆਇਨ ਐਟ ਦ ਸਟੇਜ, ਜਦੋਂ ਕੋਈ ਪਾਰਟੀ ਐਕਸ ਪਾਰਟੀ ਹੋ ਜਾਂਦੀ ਹੈ ਤਾਂ ਉਹ ਕਿਸੇ ਵੀ ਸਟੇਜ ਤੇ ਜਿਸ ਵੇਲੇ ਜੁਆਇਨ ਕਰਦੀ ਹੈ ਤਾਂ ਉਸੇ ਸਟੇਜ ਤੇ ਉਸਨੂੰ ਜੁਆਇਨ ਕਰਾਇਆ ਜਾ ਸਕਦਾ ਹੈ। ਤਾਂ ਜਿਹੜਾ ਮੁੱਢਲੇ ਨਵੇਂ ਸਿਰੇ ਤੋਂ ਜਿਹੜਾ ਪ੍ਰੋਸੈਸ ਹੈ ਅਡਾਪਟ ਨਹੀਂ ਕੀਤਾ ਜਾਵੇਗਾ। ਜਿਸ ਵੇਲੇ ਕੋਈ ਪਾਰਟੀ ਜੁਆਇਨ ਕਰਦੀ ਹੈ ਜਿਹੜੀ ਐਕਸ ਪਾਰਟੀ ਪਹਿਲਾਂ ਹੋ ਚੁੱਕੀ ਹੋਵੇ, ਜਿਸ ਸਮੇਂ ਉਹ ਪਾਰਟੀ ਜੁਆਇਨ ਕਰਦੀ ਹੈ ਤਾਂ ਉਸਨੂੰ ਉਸੇ ਸਟੇਜ ਤੇ ਹੀ ਜੁਆਇਨ ਕਰਾਇਆ ਜਾ ਸਕਦਾ ਹੈ। ਇਹ ਸਬ ਸੈਕਸ਼ਨ 3 ਹੈਗਾ 113 ਦਾ, ਇਹ ਵੀ ਐਡ ਕਰ, ਨਵਾਂ ਇਨਸਰਟ ਹੋਇਆ, ਵੀ ਐਡ ਕਰ ਲਓ ਤੁਸੀਂ। ਨੈਕਸਟ ਹੈ ਸੈਕਸ਼ਨ 114। ਸਰ ਐਕਸ ਪਾਰਟੀ ਕਿੰਨੇ ਚਿਰ ਵਿੱਚ ਜੁਆਇਨ ਕਰ ਸਕਦੀ ਹੈ? ਐਕਸ ਪਾਰਟੀ ਕਿਸੇ ਵੀ ਸਟੇਜ ਤੇ ਜੁਆਇਨ ਕਰ ਸਕਦੀ ਹੈ, ਇਹਦੇ ਲਈ ਕੋਈ ਟਾਈਮ ਲਿਮਿਟ ਨਹੀਂ ਹੁੰਦੀ, ਪਰ ਉਹ ਉਸੇ ਸਟੇਜ ਤੇ ਜੁਆਇਨ ਕਰੇਗੀ ਜਿਸ ਸਟੇਜ ਤੇ ਕੇਸ ਚੱਲ ਰਿਹਾ ਹੋਵੇ। ਓਕੇ, ਹਾਂ, ਕੇਸ ਚੱਲਦੇ ਦੌਰਾਨ ਕਿਸੇ ਵੀ ਸਟੇਜ ਤੇ ਜਿਹੜਾ ਐਕਸ ਪਾਰਟੀ ਹੈਗਾ ਉਹ ਜੁਆਇਨ ਕਰ ਸਕਦਾ ਹੈ, ਪਰ ਉਸੇ ਸਟੇਜ ਤੇ ਜੁਆਇਨ ਕਰੇਗਾ ਜੋ ਕਾਰਵਾਈ ਚੱਲ ਰਹੀ ਹੈ। ਇਹ ਨਹੀਂ ਕਹੇਗਾ ਮੇਰੇ ਤਾਂ ਜੀ ਨਕਸ਼ਾ ਆੜਾ ਦੁਬਾਰਾ ਬਣਵਾਓ, ਮੇਰਾ ਤਾਂ ਜੀ ਨਕਸ਼ਾ ਊੜੇ ਦਾ ਜਵਾਬ ਮੇਰੇ ਤੋਂ ਦੁਬਾਰਾ ਲਓ, ਨਹੀਂ। ਐਡੀਸ਼ਨ ਆਫ ਦਾ ਪਾਰਟੀ ਟੂ ਦਾ ਐਪਲੀਕੇਸ਼ਨ, ਜਦੋਂ ਪਹਿਲੀ ਵਾਰੀ ਐਪਲੀਕੇਸ਼ਨ ਆਈ, ਪਾਰਟੀਆਂ ਨੂੰ ਨੋਟਿਸ ਗਿਆ, ਨੋਟਿਸ ਦੇਣ ਤੋਂ ਬਾਅਦ ਜਦੋਂ ਪਾਰਟੀਆਂ ਹਾਜ਼ਰ ਹੁੰਦੀਆਂ ਨੇ ਤਾਂ ਹਾਜ਼ਰ ਹੋ ਕੇ ਕੋਈ ਪਾਰਟੀ ਇਹ ਕਹਿ ਸਕਦੀ ਹੈ ਵੀ ਮੈਨੂੰ ਵੀ ਜੁਆਇਨ ਕਰਾਓ ਜੀ, ਮੈਂ ਵੀ ਐਪਲੀਕੈਂਟ ਬਣਦਾ, ਮੈਂ ਵੀ ਤਿਆਰ ਹਾਂ, ਨਿਸ਼ਾਨ ਜਿਹੜੀ ਪਾਰਟੀਸ਼ਨ ਹੈ ਹੋ ਜਾਵੇ। ਤਾਂ ਉਹ ਜਿਹੜੇ ਵਿਅਕਤੀ ਹੈਗੇ ਆ ਉਹਨਾਂ ਨੂੰ ਅਸੀਂ ਐਜ਼ ਏ ਐਪਲੀਕੈਂਟ additions of the parties to the application on the day fixed for hearing or on any day to which the hearing may be adjourned, the revenue officer shall ascertain whether any of the co-sharers desire the partition of their share also, and if any of them so desire, he shall add them as the applicant. ਉਹ ਜਿਹੜਾ ਵਿਅਕਤੀ ਹੈਗਾ ਜਿਹੜਾ ਕਿ ਐਪਲੀਕੇਸ਼ਨ ਦੇਵੇਗਾ ਜੀ ਹਾਂ ਮੈਨੂੰ ਵੀ ਨਿਸ਼ਾਨ ਜਿਹੜੀ ਪਾਰਟੀਸ਼ਨ ਹੋਣੀ ਚਾਹੀਦੀ ਹੈ, ਤਾਂ ਫਿਰ ਉਹ ਰਿਸਪੋਂਡੈਂਟ ਦੀ ਜਗ੍ਹਾ ਤੇ ਉਹ ਐਪਲੀਕੈਂਟ ਬਣ ਜਾਏਗਾ। ਉਹਦਾ ਨਾਮ ਵੀ ਐਪਲੀਕੇਸ਼ਨ ਦੇ ਵਿੱਚ ਐਪਲੀਕੈਂਟਸ ਦੇ ਵਿੱਚ ਆ ਜਾਏਗਾ, ਤਾਂ ਕਿ ਜਦੋਂ ਜਿਹੜਾ ਟੱਕ ਬਣਦੇ ਨੇ ਤਾਂ ਐਪਲੀਕੈਂਟ ਦੇ ਟੱਕ ਬਣਦੇ ਨੇ, ਤੇ ਜਿਹੜੇ ਰਿਸਪੋਂਡੈਂਟ ਹੁੰਦੇ ਆ ਉਹਨਾਂ ਦਾ ਟੱਕ ਸਾਰਾ ਇਕੱਠਾ ਰਹਿ ਜਾਂਦਾ ਹੈ। ਪਰ ਜੇ ਕੋਈ ਵਿਅਕਤੀ ਆ ਕੇ ਕਹਿੰਦਾ ਵੀ ਹਾਂ ਪਾਰਟੀਸ਼ਨ ਕਰ ਦਿੱਤੀ ਜਾਵੇ, ਮੇਰੀ ਵੀ ਪਾਰਟੀਸ਼ਨ ਹੋ ਜਾਵੇ, ਤਾਂ ਉਹ ਐਪਲੀਕੈਂਟ ਬਣ ਜਾਂਦਾ। ਸੈਕਸ਼ਨ 115 ਹੈਗਾ ਜੀ ਐਬਸੋਲੂਟ ਡਿਸਅਲਾਊਂਸ ਆਫ ਦਾ ਪਾਰਟੀਸ਼ਨ। ਜੇਕਰ ਰੈਵਨਿਊ ਆਫੀਸਰ ਦਾ ਇਹ ਵਿਚਾਰ ਹੋਵੇ, ਠੀਕ ਹੈ, if he is of the opinion that there is a good and sufficient cause why partition should be absolutely disallowed, ਇਹ ਲੱਗਦਾ ਉਹਨੂੰ ਜਿਹੜੀ ਐਪਲੀਕੇਸ਼ਨ ਹੈ ਇਹ ਗਲਤ ਹੈ, ਰੈਵਨਿਊ ਆਫੀਸਰ ਨੂੰ ਰਿਫਿਊਜ਼ ਦਾ ਐਪਲੀਕੇਸ਼ਨ ਰਿਕਾਰਡਿੰਗ ਦਾ ਗਰਾਊਂਡਸ ਆਫ ਦਾ ਰਿਫਿਊਜ਼ਲ। ਜਿਵੇਂ ਕਿ ਆਪਾਂ ਪਹਿਲਾਂ ਪੜ੍ਹ ਕੇ ਗਿਆ ਸੈਕਸ਼ਨ 112 ਸੀਗੀ, ਇਦਾਂ ਦੀ ਕੋਈ ਕਲੌਜ਼ ਆ ਜਾਂਦੀ ਇਹਦੇ ਵਿੱਚ, ਠੀਕ ਹੈ, ਰੈਵਨਿਊ ਆਫੀਸਰ ਨੂੰ ਲੱਗਦਾ ਵੀ ਇਹ ਨਿਸ਼ਾਨ ਜਿਹੜੀ ਪਾਰਟੀਸ਼ਨ ਨਹੀਂ ਹੋ ਸਕਦੀ, ਨਹੀਂ ਹੋਣੀ ਚਾਹੀਦੀ, ਤਾਂ ਉਸ ਨੂੰ ਜਿਹੜਾ ਹੈਗਾ ਉਹ ਗਰਾਊਂਡ ਪਾ ਕੇ ਦਰਸਾਉਂਦੇ ਹੋਏ ਵੀ ਇਹ ਕਾਮਨ ਪਾਥ ਹੈ, ਵਾਟਰ ਕੋਰਸ ਹੈ, ਠੀਕ ਹੈ, ਜਾਂ ਇਹ ਖੂਹ ਦੀ ਥਾਂ ਹੈਗੀ ਹੈ, ਰਸਤੇ ਦੀ ਥਾਂ ਹੈਗੀ ਹੈ, ਉਹਦੀ ਕੋਈ ਪਾਰਟੀਸ਼ਨ ਕਰਾਉਣਾ ਚਾਹੁੰਦਾ ਹੈ, ਜਾਂ ਇੱਥੇ ਕੋਈ ਸਾਂਝੀਆਂ ਧਾਰਮਿਕ ਸਥਾਨ ਹੈਗਾ, ਇਦਾਂ ਦੀ ਗੱਲ ਜੇ ਕੋਈ ਲੱਗਦੀ ਹੈ ਤਾਂ ਉਸ ਨੂੰ ਡਿਸਅਲਾਉ ਕੀਤਾ ਜਾ ਸਕਦਾ ਹੈ ਸੈਕਸ਼ਨ 115 ਦੇ ਤਹਿਤ, ਠੀਕ ਹੈ ਜੀ। ਨੈਕਸਟ ਹੈ ਸੈਕਸ਼ਨ 116 ਪ੍ਰੋਸੀਜਰ ਫਾਰ ਐਡਮਿਸ਼ਨ ਆਫ ਦਾ ਐਪਲੀਕੇਸ਼ਨ। ਜਦੋਂ ਕੋਈ ਐਪਲੀਕੇਸ਼ਨ ਐਡਮਿਟ ਹੋ ਗਈ, ਡਿਸਅਲਾਉ ਨਹੀਂ ਹੋਈ, ਮੰਨ ਲਓ, ਠੀਕ ਹੈ, ਡਿਸਅਲਾਉ ਨਹੀਂ ਹੋਈ, ਤਾਂ ਜੇ ਡਿਸਅਲਾਉ ਨਹੀਂ ਹੋਈ ਤਾਂ ਐਡਮਿਟ ਹੋ ਗਈ ਐਪਲੀਕੇਸ਼ਨ ਪਾਰਟੀਸ਼ਨ ਦੀ, ਤਾਂ ਜਿਹੜੀ ਕਾਰਵਾਈ ਸਟਾਰਟ ਹੋਏਗੀ। he shall ascertain the question if any in dispute between the any of the persons interested, ਤਾਂ ਇਹ ਦੇਖਿਆ ਜਾਵੇਗਾ ਜਦੋਂ ਪਾਰਟੀਆਂ ਹਾਜ਼ਰ ਹੋ ਗਈਆਂ ਇੱਕ ਵਾਰੀ ਸਾਰੀਆਂ, ਠੀਕ ਹੈ, ਫਿਰ ਇਹ ਦੇਖਿਆ ਜਾਵੇਗਾ ਵੀ ਇਹ ਇਹਨਾਂ ਦਾ ਝਗੜਾ ਕੀ ਹੈ, ਡਿਸਪਿਊਟ ਕੀ ਹੈ, ਪਾਰਟੀਆਂ ਕੀ ਚਾਹੁੰਦੀਆਂ ਨੇ। question of he shall ascertain the questions if any in dispute between any of the persons interested, distinguish between question as to title, ਕੀ ਇਹਦਾ ਮਾਲਕੀ ਨੂੰ ਲੈ ਕੇ ਕੋਈ ਝਗੜਾ ਹੈਗਾ ਇਸ ਖੇਵੜ ਦੇ ਵਿੱਚ, ਕੀ ਕਿਸੇ ਮਾਲਕ ਦਾ ਘਾਟਾ ਵਾਧਾ ਹੈਗਾ, ਕੋਈ ਮਾਲਕ ਸਾਰੇ ਕਹਿੰਦੇ ਨੇ ਸਾਡਾ ਰਕਬਾ ਅਸੀਂ 1/4 ਦੇ ਸ਼ੇਅਰ ਹੋਲਡਰ ਹਾਂ ਜੀ, ਠੀਕ ਹੈ ਜੀ, ਓਕੇ ਹੈ,
ਜੇ ਕੋਈ ਮਾਲਕ ਕਹਿੰਦਾ ਮੇਰਾ ਤਾਂ ਜੀ ਰਿਕਾਰਡ ਦੇ ਵਿੱਚ ਜਿਹੜਾ ਹੈਗਾ 1/4 ਸ਼ੇਅਰ ਦਿਖਾਇਆ ਗਿਆ, ਮੇਰਾ ਤਾਂ ਐਕਚੁਅਲੀ 1/3 ਸ਼ੇਅਰ ਹੈ ਸਕੇਵਟ ਦੇ ਵਿੱਚ, ਤਾਂ ਇਹ ਕੀ ਹੋ ਗਿਆ, ਕੁਐਸਚਨ ਆਫ ਟਾਈਟਲ ਦਾ ਡਿਸਪਿਊਟ ਹੋ ਗਿਆ। ਜੇ ਕੁਐਸਚਨ ਆਫ ਟਾਈਟਲ ਦਾ ਡਿਸਪਿਊਟ ਹੈ, ਇੱਕ ਪਾਰਟੀ ਕਹਿੰਦੀ ਹੈ ਮੇਰਾ ਤਾਂ ਚੌਥਾ ਤੀਜਾ ਹਿੱਸਾ ਹੈ ਤੇ ਰਿਕਾਰਡ ਕਹਿੰਦਾ ਚੌਥਾ ਹਿੱਸਾ ਹੈ, ਤੇ ਫਿਰ ਪਾਰਟੀਸ਼ਨ ਕਰਨ ਦਾ ਕੋਈ ਲਾਭ ਨਹੀਂ, ਨਾ ਹੀ ਪਾਰਟੀਸ਼ਨ ਕਰਨੀ ਚਾਹੀਦੀ ਹੈ। ਪਹਿਲਾਂ ਕੁਐਸਚਨ ਆਫ ਟਾਈਟਲ ਡਿਸਾਈਡ ਹੋਏਗਾ, ਠੀਕ ਹੈ। ਕੁਐਸਚਨ ਆਫ ਟਾਈਟਲ ਡਿਸਾਈਡ ਹੋਗਾ ਵੀ ਕੀ ਵਿਅਕਤੀ 1/4 ਦਾ ਹੀ ਸ਼ੇਅਰ ਹੋਲਡਰ ਹੈ ਜਾਂ 1/3 ਦਾ ਸ਼ੇਅਰ ਹੋਲਡਰ ਹੈ, ਕਿੱਥੇ ਕਿਤੇ ਕੋਈ ਮਿਸਟੇਕ ਹੋਈ ਵੀ ਹੈ ਜਾਂ ਨਹੀਂ ਹੋਈ, ਜਾਂ ਉਹ ਗਲਤ ਕਲੇਮ ਕਰਦਾ ਹੈ ਜਾਂ ਸਹੀ ਕਲੇਮ ਕਰਦਾ ਹੈਗਾ। ਪਹਿਲਾਂ ਇਸ ਗੱਲ ਦਾ ਜਿਹੜਾ ਹੈਗਾ ਫੈਸਲਾ ਹੋਏਗਾ। ਹੁਣ ਕੁਐਸਚਨ ਆਫ ਟਾਈਟਲ ਨੂੰ ਆਪਾਂ ਗੱਲ ਕਰੀਏ, ਕੁਐਸਚਨ ਆਫ ਟਾਈਟਲ ਨੂੰ ਡਿਸਾਈਡ ਕੀਤਾ ਜਾ ਸਕਦਾ ਹੈ ਜਾਂ ਤਾਂ ਇਹ ਕਿਹਾ ਜਾ ਸਕਦਾ ਵੀ ਸਿਵਲ ਕੋਰਟ ਜਾ ਕੇ ਤੁਸੀਂ ਆਪਦਾ ਇਹ ਕੁਐਸਚਨ ਆਫ ਟਾਈਟਲ ਨੂੰ ਡਿਸਾਈਡ ਕਰਕੇ ਆਓ, ਉਥੋਂ ਡਿਗਰੀ ਲੈ ਕੇ ਆਓ, ਤੇ ਰੈਵਨਿਊ ਆਫੀਸਰ ਕੇਸ ਨੂੰ ਬੰਦ ਕਰ ਸਕਦਾ ਹੈਗਾ ਫॉर द टाइम बीइंग ਸਬਜੈਕਟ ਦਾ ਆਰਡਰ ਆਫ ਦਾ ਸਿਵਲ ਕੋਰਟ। ਜਾਂ ਫਿਰ ਜੇ ਰੈਵਨਿਊ ਆਫੀਸਰ ਚਾਹੇ ਐਜ ਏ ਸਿਵਲ ਕੋਰਟ ਉਹਦੀ ਪ੍ਰੋਸੀਡਿੰਗ ਸਟਾਰਟ ਕਰ ਸਕਦਾ ਹੈ ਆਪਣੇ ਪੱਧਰ ਤੇ ਐਜ ਏ ਸਿਵਲ ਕੋਰਟ ਉਸ ਕੇਸ ਦਾ ਫੈਸਲਾ ਕਰ ਸਕਦਾ ਹੈ। ਤਾਂ ਫਿਰ ਕੀ ਹੋਏਗਾ, ਉਹਦੇ ਚ ਉਹਨੂੰ ਪ੍ਰੋਪਰ ਪ੍ਰੋਸੈਸ, ਜਿਵੇਂ ਸਿਵਲ ਜੱਜ ਜਿਹੜਾ ਪ੍ਰੋਸੈਸ ਹੈ ਅਡਾਪਟ, ਸਿਵਲ ਜੱਜ ਵੱਲੋਂ ਜਿਹੜਾ ਪ੍ਰੋਸੈਸ ਹੈ ਅਡਾਪਟ ਕੀਤਾ ਜਾਂਦਾ ਹੈ, ਉਹੀ ਪ੍ਰੋਸੈਸ ਅਡਾਪਟ ਕਰਨਾ ਪਏਗਾ। ਇੱਕ ਡਿਗਰੀ ਪਾਸ ਕਰਨੀ ਹੋਏਗੀ ਰੈਵਨਿਊ ਆਫੀਸਰ ਨੂੰ, ਡਿਗਰੀ ਰੈਵਨਿਊ ਆਫੀਸਰ ਵੱਲੋਂ ਪਾਸ ਕੀਤੀ ਜਾ ਸਕਦੀ ਹੈ ਐਜ ਏ ਸਿਵਲ ਜੱਜ ਦੀ ਤਰ੍ਹਾਂ। ਫਿਰ ਜੇ ਡਿਗਰੀ ਰੈਵਨਿਊ ਆਫੀਸਰ ਵੱਲੋਂ ਪਾਸ ਕਰ ਦਿੱਤੀ ਜਾਂਦੀ ਹੈ ਤਾਂ ਜਿਹੜੀ ਉਹਦੀ ਅਪੀਲ ਹੈਗੀ ਹੈ ਫਿਰ ਉਹ ਉਧਰ ਹੀ ਸੈਸ਼ਨ ਜੱਜ ਦੇ ਜਾ ਕੇ ਪੈਂਦੀ ਹੈ, ਰੈਵਨਿਊ ਕੋਰਟ ਦੇ ਵਿੱਚ ਉਹਦੀ ਅਪੀਲ ਵੀ ਨਹੀਂ ਫਾਈਲ ਹੁੰਦੀ ਹੈਗੀ, ਠੀਕ ਹੈ। ਪਰ ਐਸਾ ਕਦੀ ਅਸੀਂ ਦੇਖਿਆ ਨਹੀਂ ਹੈਗਾ ਕਿ ਕਿਸੇ ਰੈਵਨਿਊ ਆਫੀਸਰ ਨੇ ਐਜ ਏ ਸਿਵਲ ਕੋਰਟ ਦੀ ਤਰ੍ਹਾਂ ਕੋਈ ਕੁਐਸਚਨ ਆਫ ਟਾਈਟਲ ਨੂੰ ਡਿਸਾਈਡ ਕੀਤਾ ਹੋਵੇ, ਮੇਰੀ ਨੌਲੇਜ ਨਹੀਂ ਹੈਗਾ। ਪਰ ਇਹ ਲਾਅ ਕਹਿੰਦਾ ਹੈਗਾ ਵੀ ਰੈਵਨਿਊ ਆਫੀਸਰ ਕਰ ਸਕਦਾ ਹੈ। ਉਹਦੀ ਫਿਰ ਜਿਹੜੀਆਂ ਅਪੀਲਾਂ ਨੇ ਫਿਰ ਉਹ ਸਿਵਲ ਕੋਰਟ 'ਚ ਹੀ ਪੈਂਦੀਆਂ, ਸੈਸ਼ਨ ਕੋਰਟ 'ਚ, ਫਿਰ ਹਾਈ ਕੋਰਟ 'ਚ ਇੱਦਾਂ ਚੱਲਦੀਆਂ ਹੈਗੀਆਂ ਨੇ, ਠੀਕ ਹੈ। ਜਾਂ ਫਿਰ ਦੂਜਾ ਤਰੀਕਾ ਇਹ ਹੈ ਜਿਹੜਾ ਅਕਸਰ ਅਸੀਂ ਰੈਵਨਿਊ ਆਫੀਸਰਾਂ ਵੱਲੋਂ ਵਰਤਿਆ ਜਾਂਦਾ ਵੀ ਸਿਵਲ ਕੋਰਟ ਜਾਓ ਪਾਰਟੀਆਂ, अब तक क्वेश्चन ऑफ टाइटल डिसाइड करके आओ। पर ऐसा नहीं कोई एवं व्यक्ति कह दे किसी गल तो लगता हो रेवन्यू ऑफिसर को हाँ वाकई इन्हों का क्वेश्चन ऑफ टाइटल का डिस्प्यूट हैगा, किते पुरानी इहदी कोल रजिस्ट्री हैगी है, रजिस्ट्री के मुताबिक लगता है हाफ का मालक सीगा जां 1/3 का मालक सीगा, फिर कोई ना कोई डिस्प्यूट क्रिएट हो गया किसी कारण रेवन्यू रिकॉर्ड के विच, कोई गलती हुई है जां जे आप सुधार सकते हैं रेवन्यू की गलती तो फर्दर बना के जां किसी भी प्रोसैस अडॉप्ट करके रिकॉर्ड ਨੂੰ ਸੋਧਿਆ ਵੀ ਜਾ ਸਕਦਾ ਹੈਗਾ ਜੇਕਰ ਰੈਵਨਿਊ ਆਫੀਸਰ ਆਪਣੇ ਪੱਧਰ ਤੇ ਕਰ ਸਕਦਾ ਹੋਵੇ। ਦੈਨ ਦੂਜਾ ਪੁਆਇੰਟ ਕੀ ਆ ਜਾਂਦਾ ਹੈ, ਕੁਐਸਚਨ ਐਜ਼ ਟੂ ਦ ਪ੍ਰਾਪਰਟੀ ਟੂ ਬੀ ਡਿਵਾਈਡਡ, ਮੋਡ ਆਫ ਮੇਕਿੰਗ ਦ ਪਾਰਟੀਸ਼ਨ, ਐਮਓਪੀ ਆ ਜਾਂਦਾ ਹੈ ਵੀ ਪਾਰਟੀਸ਼ਨ ਦਾ ਤਰੀਕਾ ਕੀ ਹੋਏਗਾ, ਮੋਡ ਆਫ ਪਾਰਟੀਸ਼ਨ ਦਾ ਤਰੀਕਾ ਕੀ ਹੋਏਗਾ, ਕਿਵੇਂ, ਠੀਕ ਹੈ। ਦੋ ਤਰੀਕੇ ਹੁੰਦੇ ਆ, ਪਹਿਲਾਂ ਇੰਪੋਰਟੈਂਟ ਕੁਐਸਚਨ ਆਫ ਟਾਈਟਲ, ਫਿਰ ਮੋਡ ਆਫ ਪਾਰਟੀਸ਼ਨ। देखो सैक्शन 117 च की कहा गया है, डिस्पोजल ऑफ क्वेश्चंस एज टू द टाइटल इन प्रॉपर्टी टू बी डिवाइडेड, यदि प्रॉपर्टी डिवाइड होनी है ਉਹਦਾ ਜੇ क्वेश्चन ऑफ टाइटल हैगा डिक्लाइन टू द ग्रांट द एप्लीकेशन, ਤਾਂ ਰੈਵਨਿਊ ਆਫੀਸਰ ਐਪਲੀਕੇਸ਼ਨ ਨੂੰ ਡਿਕਲਾਈਨ ਵੀ ਕਰ ਸਕਦਾ ਹੈ ਲਿਖ ਕੇ, ਠੀਕ ਹੈ। ਜਾਂ ਰੈਵਨਿਊ ਆਫੀਸਰ ਐਜ਼ ਏ ਸਿਵਲ ਕੋਰਟ ਫੈਸਲਾ ਵੀ ਕਰ ਸਕਦਾ ਹੈ, ਜਿਵੇਂ ਮੈਂ ਆਪਾਂ ਦੱਸ ਚੁੱਕਿਆ ਤੁਹਾਨੂੰ ਪਹਿਲਾਂ। ਫਿਰ ਉਹਦੀ ਜਿਹੜੀ ਅਪੀਲ ਹੈਗੀ ਅੱਗੇ ਚੱਲਣਾ, ਸੈਕਸ਼ਨ 117 ਦਾ 2 ਦੇ ਵਿੱਚ ਕਿਹਾ ਗਿਆ ਰੈਵਨਿਊ ਆਫੀਸਰ ਐਜ਼ ਏ ਸਿਵਲ ਕੋਰਟ ਡਿਗਰੀ ਪਾਸ ਕਰ ਸਕਦਾ, ਫਿਰ ਉਹਦੀ ਜਿਹੜੀ ਡਿਗਰੀ ਹੈਗੀ ਹੈ ਉਹਦੀ ਜਿਹੜੀ ਅਪੀਲ ਹੈਗੀ ਹੈ ਸਬਸੈਕਸ਼ਨ ਸੀ ਦੇ ਵਿੱਚ ਦੱਸਿਆ ਗਿਆ ਨਾ, ਅਪੀਲ ਸ਼ੈਲ ਲਾਈ ਰੈਵਨਿਊ ਆਫੀਸਰ ਸਬਆਰਡੀਨੇਟ ਜੱਜ ਦੀ ਤਰ੍ਹਾਂ, ਜਿਹੜੀ ਡਿਗਰੀ ਉਹਦੀ ਅਪੀਲ ਹੈਗੀ ਹੈ ਕਲੌਜ਼ ਜੀ ਦੇ ਵਿੱਚ ਦੱਸਿਆ ਗਿਆ ਹੈਗਾ ਸੈਸ਼ਨ ਜੱਜ ਦੇ ਪਏਗੀ, ਠੀਕ ਹੈ। ਮੇਸ਼ਮੈਨ ਇੰਜੈਕਸ਼ਨਸ ਹਾਈ ਕੋਰਟ ਵੀ ਜਾ ਸਕਦੀ ਹੈਗੀ ਹੈ, ਤੇ ਫਰੋਮ ਅਪੀਲ ਐਂਡ ਡਿਗਰੀ ਡਿਸਟ੍ਰਿਕਟ ਜੱਜ further appeal lie to the high court, further appeal is out। next है section 118, ਇਹਦਾ ਜਿਹੜਾ ਪੁੱਲਾ ਆਪਾਂ 117 ਪੜ੍ਹਿਆ, 117 ਦੇ ਵਿੱਚ ਤਾਂ ਆਪਾਂ ਪਹਿਲਾਂ ਦੱਸ ਚੁੱਕੇ ਤੁਹਾਨੂੰ ਵੀ ਐਜ ਏ ਸਿਵਲ ਜੱਜ ਤੁਸੀਂ ਡਿਸਾਈਡ ਵੀ ਕਰ ਸਕਦੇ ਹੋ ਜਾਂ ਸਿਵਲ ਕੋਰਟ ਦੀ ਪਾਰਟੀ ਨੂੰ ਭੇਜ ਵੀ ਸਕਦੇ ਹੋ ਤੇ ਉਹ ਤੋਂ ਡਿਸਾਈਡ ਕਰਾ ਕੇ ਆਓ, ਠੀਕ ਹੈ। ਨੈਕਸਟ ਜੇ ਤੁਸੀਂ ਆਪ ਕਰਦੇ ਹੋ ਤਾਂ ਜਿਹੜੀ ਤੁਹਾਡੇ ਆਰਡਰ ਦੀ ਜਿਹੜੀ ਅਪੀਲ ਹੈ ਫਿਰ ਉਹ ਐਡਮਿਨਿਸਟ੍ਰੇਸ਼ਨ ਕੋਰਟ ਜਾਏਗੀ, ਫਿਰ ਉਹ ਹਾਈ ਕੋਰਟ ਜਾਏਗੀ, ਜਿੱਥੇ ਵੀ ਜਿਵੇਂ ਵੀ ਅਪੀਲਾਂ ਸਿਵਲ ਕੋਰਟ ਦੀਆਂ ਹੁੰਦੀਆਂ ਨੇ ਉਸ ਤਰੀਕੇ ਨਾਲ। ਸੈਕਸ਼ਨ ਹੈਗਾ 118 ਡਿਸਪੋਜ਼ਲ ਆਫ ਅਦਰ ਕੁਐਸਚਨਸ, when there is a question as to the property to be divided or mode of making partition, the revenue officer shall after such inquiry as he deems necessary record an order stating his decision on the question and his reasons for that decision।
जो भी फैसला रेवन्यू ऑफिसर करेगा वो ਆਪਦੀ ਰੀਜ਼ਨ ਦਿੰਦੇ ਹੋਏ ਜਿਹੜਾ ਹੈਗਾ ਆਰਡਰ ਕੀਤਾ ਜਾਵੇਗਾ। ਐਨ ਅਪੀਲ ਮੇ ਬੀ ਪ੍ਰੈਫਰਡ ਵਿਦਿਨ 15 days from the date thereof। ਪਹਿਲਾਂ ਜਿਹੜੀ ਮੋਡ ਆਫ ਪਾਰਟੀਸ਼ਨ ਦੀ ਜਿਹੜੀ ਅਪੀਲ ਸੀ ਉਹ ਖਤਮ ਕਰ ਦਿੱਤੀ ਸੀਗੀ ਵੀ ਮੋਡ ਆਫ ਪਾਰਟੀਸ਼ਨ ਦੀ ਕੋਈ ਅਪੀਲ ਫਾਈਲ ਨਹੀਂ ਹੋਏਗੀ, ਪਰ ਹੁਣ ਦੁਬਾਰਾ ਸਰਕਾਰ ਨੇ ਫਿਰ ਅਮੈਂਡਮੈਂਟ ਕਰਕੇ ਜਿਹੜੀ ਹੈਗੀ ਇਹਦੀ ਅਪੀਲ ਹੈ ਉਹ ਕੀਤੀ ਜਾ ਸਕਦੀ ਹੈ। ਕਲੈਕਟਰ ਦੀ ਅਪੀਲ ਕਰਨੀ ਹੋਵੇ ਤਾਂ 15 ਦਿਨ 'ਚ ਕੀਤੀ ਜਾ ਸਕਦੀ ਹੈ। ਦੇਖੋ ਇਹਦੇ ਵਿੱਚ ਥੋੜਾ ਅਮੈਂਡਮੈਂਟ ਹੋਈ ਹੈ, ਅਦਰਵਾਈਜ਼ ਤੁਸੀਂ ਸੈਕਸ਼ਨ 13 ਪੜ੍ਹੋਗੇ, 13 14 ਪੜ੍ਹੋਗੇ, ਸੈਕਸ਼ਨ 13 14 'ਚ ਜਿਹੜਾ ਅਪੀਲ ਦਾ ਸਮਾਂ ਹੈਗਾ 30 60 ਤੇ 90 ਦਿੱਤਾ ਗਿਆ ਹੈ। ਜੇ ਕਲੈਕਟਰ ਦੀ ਅਪੀਲ ਫਾਈਲ ਕਰਨੀ ਹੋਵੇ ਤਾਂ 30 ਡੇਜ਼ ਦਿੱਤੇ ਗਏ ਹੈ, ਕਮਿਸ਼ਨਰ ਦੀ ਅਪੀਲ ਫਾਈਲ ਕਰਨੀ ਹੋਵੇ ਤਾਂ 60 ਡੇਜ਼ ਦਿੱਤੇ ਗਏ ਹੈ, ਤੇ ਜੇਕਰ ਐਫਸੀਆਰ ਦੀ ਅਪੀਲ ਫਾਈਲ ਕਰਨੀ ਹੋਵੇ ਤਾਂ 90 ਡੇਜ਼ ਦਿੱਤੇ ਗਏ ਹੈ। ਠੀਕ ਹੈ, ਪਰ ਇੱਥੇ ਜੇ ਤਰੀਕਾ ਤਕਸੀਮ ਰੈਵਨਿਊ ਆਫਿਸਰ ਵੱਲੋਂ ਪਾਸ ਕੀਤਾ ਜਾਂਦਾ ਹੈ ਤੇ ਜੇਕਰ ਕੋਈ ਵਿਅਕਤੀ ਉਹਦੀ ਅਪੀਲ ਕਰਨੀ ਚਾਹੁੰਦਾ ਹੈ ਤਾਂ ਉਹ ਹੁਣ 15 ਦਿਨ ਦੇ ਅੰਦਰ ਅੰਦਰ ਅਪੀਲ ਕਰਨੀ ਪਏਗੀ ਉਸਨੂੰ। ਜੇ ਕਲੈਕਟਰ ਦੀ ਅਪੀਲ ਕਰੇਗਾ ਤਾਂ 50 ਡੇਜ਼ ਕਰੇਗਾ, ਜੇ ਕਮਿਸ਼ਨਰ ਦੇ ਕਰੇਗਾ ਤਾਂ 30 ਡੇਜ਼ ਕਰੇਗਾ। एफसीआर ਦੇ ਕਿੰਨੇ ਦਿਨ ਕਰੇਗਾ ਜੀ? एफसीआर ਦੇ 90 ਡੇਜ਼ ਦਿੱਤੇ ਗਏ ਹੈ। रिवीजन जे फाइल करनी है 60 डेज, डिसीजन 120 डेज ओनली अगेंस्ट फाइनल ऑर्डर। थोड़ी थोड़ी अमेंडमेंट्स हुई ने दियां समय दियां, यानी कि 30 दिन तो 15 दिन कर दिते। ठीक है, ते 60 दिन तो 30 दिन कर दिते। एफसीआर का मेरे ख्याल इत्थे किते डिसाइड नहीं लिखा नहीं हैगा, ਉਹ ਮੈਂ ਦੇਖ ਕੇ ਫਰਕ ਦੱਸ ਦਾਂਗਾ ਤੁਹਾਨੂੰ। ਮੇਰੇ ਖਿਆਲ ਹੈ ਐਫਸੀਆਰ ਦਾ ਜਿਹੜਾ ਸਮਾਂ ਹੈਗਾ ਉਹ ਵੀ ਪਹਿਲਾਂ 30 60 90 ਸੀ, ਸ਼ਾਇਦ 45 ਦਿਨ ਦਾ ਕੀਤਾ ਹੋਵੇ। ਦੇਖੋ ਸਬਸੈਕਸ਼ਨ 3 ਇੱਕ ਨਵੀਂ ਐਡ ਹੋਈ ਹੈ ਇਹਦੇ ਵਿੱਚ, ਸੈਕਸ਼ਨ 118 ਦੇ ਵਿੱਚ ਸਬਸੈਕਸ਼ਨ 3 ਨਵੀਂ ਐਡ ਹੋਈ ਹੈ, ਇਹ ਨੋਟ ਕਰ ਲਓ ਤੁਸੀਂ। ਪਹਿਲਾਂ ਪ੍ਰੋਸੀਜਰ ਕੀ ਸੀਗਾ, ਜੇ ਕੋਈ ਵਿਅਕਤੀ ਪਾਰਟੀਸ਼ਨ ਦੀ ਐਪਲੀਕੇਸ਼ਨ ਦਿੰਦਾ ਸੀਗਾ ਤਾਂ ਉਹ ਕਿਸੇ ਸਟੇਜ ਤੇ ਜਿਹਦੀ ਐਪਲੀਕੇਸ਼ਨ ਸੀ ਆਪਦੀ ਵਾਪਸ ਲੈ ਸਕਦਾ ਸੀਗਾ। ਠੀਕ ਹੈ, ਤਾਂ ਹੁਣ ਜਿਹੜੀ ਹੈਗੀ ਹੈ ਇਹ ਸੈਕਸ਼ਨ 3 ਤੇ 4 ਜਿਹੜੀ ਹੈਗੀਆਂ ਨੇ ਇਹ ਖਤਮ ਹੋ ਚੁੱਕੀਆਂ ਨੇ। ਇਹਦੇ ਵਿੱਚ ਨਵੀਂ ਜਿਹੜੀ ਸੈਕਸ਼ਨ 3 ਐਡ ਕੀਤੀ ਗਈ ਹੈ। ਇਹਦੇ ਵਿੱਚ ਕੀ ਹੈਗਾ, ਐਪਲੀਕੈਂਟ ਕੈਨ ਨਾਟ ਵਿਦਡਰਾ ਹਿਸ ਐਪਲੀਕੇਸ਼ਨ। ਐਪਲੀਕੇਸ਼ਨ ਜਿਹੜਾ ਐਪਲੀਕੈਂਟ ਹੈਗਾ ਉਹ ਜੇ ਉਹਨੂੰ ਲੱਗਦਾ ਹੁਣ ਮੇਰਾ ਨੁਕਸਾਨ ਹੋਏਗਾ, ਜੇ ਮੇਰੇ ਕੋਲ ਤਾਂ ਪਹਿਲਾਂ ਹੀ ਜ਼ਮੀਨ ਜ਼ਿਆਦਾ ਹੈਗੀ ਹੈ ਤੇ ਕਹੇ ਮੈਂ ਤਾਂ ਨਿਸ਼ਾਨ ਤਕਸੀਮ ਕਰਾਉਣੀ ਨਹੀਂ ਹੈਗੀ, ਤੇ ਜਿਹੜਾ ਐਪਲੀਕੈਂਟ ਹੈਗਾ सबसेक्शन 3 ਦੇ ਮੁਤਾਬਕ ਐਪਲੀਕੈਂਟ ਕੈਨ ਨਾਟ ਵਿਦਡਰਾ ਹਿਸ ਐਪਲੀਕੇਸ਼ਨ, ਉਹ ਆਪਣੀ ਜਿਹੜੀ ਅਰਜ਼ੀ ਹੈ ਉਸਨੂੰ ਵਾਪਸ ਨਹੀਂ ਲੈ ਸਕਦਾ। ਇਹ ਤੁਸੀਂ ਨਵਾਂ ਨੋਟ ਕਰ ਲਓ, ਇੱਥੇ ਲਿਖ ਲਓ ਆਪਦੇ ਹੱਥ ਨਾਲ सबसेक्शन 3 ਪਾ ਕੇ ਐਪਲੀਕੈਂਟ ਕੈਨ ਨਾਟ ਵਿਦਡਰਾ ਹਿਸ ਐਪਲੀਕੇਸ਼ਨ। ਤੇ ਮੁੱਢਲੀ ਸਟੇਜ ਵਿੱਚ ਵੀ ਵਾਪਸ ਨਹੀਂ ਲੈ ਸਕਦਾ ਜੀ? ਜਦੋਂ ਅਪੀਲ ਫਾਈਲ ਕਰ ਦਿੱਤੀ ਇੱਕ ਵਾਰੀ, ਜਦੋਂ ਐਪਲੀਕੇਸ਼ਨ ਫਾਈਲ ਕਰ ਦਿੱਤੀ ਉਹਨੇ, ਜਦੋਂ ਤੱਕ ਐਡਮਿਟ ਨਹੀਂ ਹੋ ਜਾਂਦੀ, ਜਦੋਂ ਐਡਮਿਟ ਹੋ ਗਈ, ਠੀਕ ਹੈ, ਜਦੋਂ ਐਡਮਿਟ ਹੋ ਗਈ ਇੱਕ ਵਾਰੀ ਪਾਰਟੀਆਂ ਨੂੰ ਸਮਨਿੰਗ ਹੋ ਗਈ, ਸਮਨਿੰਗ ਹੋਣ ਤੋਂ ਬਾਅਦ ਐਡਮਿਟ ਹੋ ਗਈ, ਰਿਫਿਊਜ਼ਲ ਨਹੀਂ ਕੀਤੀ ਡੀਸੀ ਕਲੈਕਟਰ ਰੈਵਨਿਊ ਆਫਿਸਰ ਨੇ ਰਿਫਿਊਜ਼ ਨਹੀਂ ਕੀਤੀ ਹੈਗੀ, ਯਾਨੀ ਕਿ ਐਡਮਿਟ ਹੋ ਗਈ। ਜਦੋਂ ਐਡਮਿਟ ਹੋ ਗਈ ਫਿਰ ਉਹ ਵਾਪਸ ਨਹੀਂ ਹੋ ਸਕਦੀ। ਇੱਕ ਹੈਗਾ ਹੋਰ ਦਿੱਤਾ ਹੈਗਾ ਨਵੀਂ ਅਮੈਂਡਮੈਂਟ ਹੈ, ਇਫ ਏ ਰਿਵੀਜ਼ਨ ਪਟੀਸ਼ਨ ਹੈਜ਼ ਬੀਨ ਫਾਈਲਡ ਅਗੇਂਸਟ ਐਨ ਆਰਡਰ ਅੰਡਰ ਸੈਕਸ਼ਨ 118 ਚ ਕੋਈ ਆਰਡਰ ਕੀਤਾ ਰੈਵਨਿਊ ਆਫਿਸਰ ਨੇ, ਯਾਨੀ ਕਿ ਮੋਡ ਆਫ ਪਾਰਟੀਸ਼ਨ ਦੇ ਰਿਗਾਰਡਿੰਗ। ठीक है, if a revision petition has been filed against an order under section 118 passed in appeal, no such petition shall lie against an instrument of partition issued under section 121। चलो ज्यादा इंपॉर्टेंट नहीं। नेक्स्ट सेक्शन 119 एडमिनिस्ट्रेशन ऑफ प्रॉपर्टी एक्सक्लूडेड फ्रॉम द पार्टीशन। ਇਹ ਦੱਸਿਆ ਗਿਆ ਵੀ ਜਿਹੜੀ ਪ੍ਰੋਪਰਟੀ ਸਾਂਝੀ ਰੱਖੀ ਜਾਂਦੀ ਹੈ, ਕੋਈ ਧਾਰਮਿਕ ਸਥਾਨ ਰੱਖਿਆ ਜਾਂਦਾ ਸਾਂਝਾ, ਕੋਈ ਪਾਣੀ ਦਾ ਕੋਈ ਸੋਰਸਸ ਹੈਗਾ ਉਹਨੂੰ ਸਾਂਝਾ ਰੱਖਿਆ ਜਾਂਦਾ, ਉਹਦੀ ਐਡਮਿਨਿਸਟ੍ਰੇਸ਼ਨ ਕੌਣ ਕਰੇਗਾ? ਇਹ ਜਦੋਂ ਕੋਈ ਰੈਵਨਿਊ ਆਫਿਸਰ ਨੇ ਪਾਰਟੀਸ਼ਨ ਕਰਨੀ ਹੈ,
ठीक है। ਤਾਂ ਰੈਵਨਿਊ ਆਫਿਸਰ ਨੂੰ ਦੱਸਾਇਆ ਜਾਏਗਾ ਵੀ ਕਿਹੜੇ ਸ਼ੇਅਰ ਹੋਲਡਰ ਇਸ ਜਿਹੜੇ ਲੈਂਡ ਹੈਗੀ ਦੀ ਸਾਂਝੀ ਰੱਖੀ ਗਈ ਆ, ਉਹ 'ਚ ਕਿਹੜੇ ਸ਼ੇਅਰ ਹੋਲਡਰ ਨੇ, ਕਿੰਨਾ ਉਹਨਾਂ ਦਾ ਸ਼ੇਅਰ ਹੈਗਾ, ਕੌਣ ਉਸ ਨੂੰ ਉਹਦੀ ਐਡਮਿਨਿਸਟਰ ਕਰੇਗਾ, ਕੌਣ ਉਹਦੀ ਸਾਂਭ ਸੰਭਾਲ ਕਰੇਗਾ। ਨੈਕਸਟ ਹੈ ਸੈਕਸ਼ਨ 120 ਡਿਸਟ੍ਰੀਬਿਊਸ਼ਨ ਆਫ ਰੈਵਨਿਊ ਐਂਡ ਰੈਂਟ ਆਫਟਰ ਦਾ ਪਾਰਟੀਸ਼ਨ। ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ, ਜਦੋਂ ਅਸੀਂ ਪਾਰਟੀਸ਼ਨ ਕਰ ਦਿੰਦੇ ਹਾਂ, ਜਦੋਂ ਖੇਵਟਾਂ ਅਲੱਗ-ਅਲੱਗ ਬਣਦੀਆਂ ਨੇ, ਪ੍ਰਪੋਰਸ਼ਨਲੀ ਕਿੰਨਾ ਲੈਂਡ ਰੈਵਨਿਊ ਕਿਸ ਪ੍ਰਾਪਰਟੀ ਦਾ ਬਣਦਾ ਹੈਗਾ ਕਿ ਠੀਕ ਹੈ। ਅੱਧੀ ਕਿਸੇ ਖੇਵਟ ਦਾ 50% ਬਣ ਗਿਆ, ਕਿਸੇ ਦਾ 25% ਬਣ ਗਿਆ। ਜੇ ਖੇਵਟਾਂ 4 ਬਣ ਗਈਆਂ ਤਾਂ ਚੌਥਾ ਹਿੱਸਾ ਜਿਹੜਾ ਮਾਮਲਾ ਹੈਗਾ ਉਹ ਸਾਰੇ ਖੇਵਟਾਂ ਤੇ ਲਗਾ ਦਿੱਤਾ ਜਾਂਦਾ ਹੈ। ਇਹ ਦੱਸਿਆ ਗਿਆ ਜੀ। नेक्स्ट है सेक्शन 121 इंस्ट्रूमेंट ऑफ पार्टीशन संदर्भ। When a partition is completed, the revenue officer shall cause an instrument of partition to be prepared and the date on which the partition is to take effect to be recorded therein। ਜਦੋਂ ਵੀ ਤਕਸੀਮ ਫਾਈਨਲ ਹੋ ਜਾਂਦੀ ਹੈ, ਯਾਨੀ ਕਿ ਨਕਸ਼ਾ ਆਈਡੀ ਪਾਸ ਹੋ ਜਾਂਦਾ ਹੈ, ਠੀਕ ਹੈ, ਉਸ ਤੋਂ ਬਾਅਦ ਕੀ ਹੈ, ਸਨਦ ਤਕਸੀਮ ਜਾਰੀ ਕੀਤੀ ਜਾਂਦੀ ਹੈ। ਦੇਖੋ ਰੂਟੀਨ ਦੇ ਵਿੱਚ ਆਪਾਂ ਕਹਿੰਦੇ ਹਾਂ 30 ਡੇਜ਼ ਦੇ ਤੋਂ ਬਾਅਦ ਸਨਦ ਜਾਰੀ ਕਰਨੀ ਚਾਹੀਦੀ ਹੈ, ਪਰ ਕਿਤੇ ਲਾਅ ਦੇ ਵਿੱਚ ਨਹੀਂ ਪ੍ਰੋਵਾਈਡ ਕੀਤਾ ਗਿਆ ਵੀ 30 ਡੇਜ਼ ਦਾ ਸਾਰਾ ਸਮਾਂ ਹੈਗਾ। ਪਰ ਹੁਣ ਜਿਹੜੀ ਅਮੈਂਡਮੈਂਟ ਹੋ ਚੁੱਕੀ ਹੈ ਇਹਦੇ ਵਿੱਚ, ਠੀਕ ਹੈ, ਅਮੈਂਡਮੈਂਟ ਕਰਕੇ ਕੀ ਹੈ, ਸਬਸੈਕਸ਼ਨ 1 ਬਣਾਈ ਗਈ ਹੈ। ਪਹਿਲਾਂ ਇਹ ਪੈਰਾ ਸਿੰਪਲ 121 ਪੈਰਾ ਹੈਗਾ ਇੰਸਟਰੂਮੈਂਟ ਆਫ ਪਾਰਟੀਸ਼ਨ ਦਾ, ਇੱਥੇ ਤੁਸੀਂ ਨੋਟ ਕਰ ਲਓ। ਸਬਸੈਕਸ਼ਨ 1 ਦੇ ਵਿੱਚ ਇਹਨੂੰ ਸਬਸੈਕਸ਼ਨ 1 ਕਰ ਲਓ। ਇਹਦੇ ਵਿੱਚ ਜਿਹੜਾ ਸਮਾਂ ਹੈਗਾ 90 ਡੇਜ਼ ਦਾ ਬਣਾ ਦਿੱਤਾ ਗਿਆ। 90 ਦਿਨ ਦੇ ਅੰਦਰ ਜਿਹੜੀ ਹੈਗੀ ਹੈ ਪਾਰਟੀਸ਼ਨ ਦੀ, ਜਿਹੜੀ 90 ਦਿਨ ਬਾਅਦ ਹੀ ਜਿਹੜੀ ਸਨਦ ਜਾਰੀ ਕੀਤੀ ਜਾ ਸਕਦੀ ਹੈ। 1 ਮਹੀਨੇ ਦੇ ਵਿੱਚ 1 ਮਹੀਨਾ ਪਾਸ ਹੋਣ ਤੋਂ ਬਾਅਦ ਨਹੀਂ, 90 ਦਿਨ ਪਾਸ ਹੋਣ ਤੋਂ ਬਾਅਦ ਸਨਦ ਜਾਰੀ ਕੀਤੀ ਜਾ ਸਕਦੀ ਹੈ, ਤਾਂ ਕਿ ਹਰ ਵਿਅਕਤੀ ਨੂੰ ਉਸ ਜਿਹੜਾ ਆਰਡਰ ਹੈਗਾ ਉਹਦੇ ਅਗੇਂਸਟ ਅਪੀਲ ਕਰਨ ਦਾ ਜਿਹੜਾ ਮੌਕਾ ਹੈ ਉਹ ਮਿਲ ਸਕੇ, ਅਪੀਲ ਕਰਨ ਦਾ, ਰਿਵਿਊ ਕਰਨ ਦਾ ਜਿਹੜਾ ਮੌਕਾ ਉਹ ਮਿਲ ਸਕੇ। ਇਸ ਕਰਕੇ ਜਿਹੜੀ ਸਨਦ ਜਾਰੀ ਕਰਨੀ ਹੈ ਉਹ ਅਸੀਂ ਹੁਣ 90 ਡੇਜ਼ ਤੋਂ ਬਾਅਦ ਜਾਰੀ ਕਰਨੀ ਹੈ। ਨੋਟ ਕਰ ਲਓ ਤੁਸੀਂ ਆਪਣੀ ਬੁੱਕ ਦੇ ਵਿੱਚ, ਇੱਥੇ ਕੋਈ ਸਮਾਂ ਨਹੀਂ ਦਿੱਤਾ ਗਿਆ, ਪਰ ਨਵੀਂ ਅਮੈਂਡਮੈਂਟ ਜਿਹੜੀ ਹੋਈ ਹੈ ਉਹਦੇ ਮੁਤਾਬਕ ਜਿਹੜਾ ਸਮਾਂ ਹੈਗਾ ਇਹ 90 ਡੇਜ਼ ਦਾ ਹੈਗਾ। ਤੇ ਨਾਲ ਹੀ ਸਬਸੈਕਸ਼ਨ 2 ਨਵਾਂ ਐਡ ਕਰ ਲਓ ਇੱਥੇ ਤੁਸੀਂ। ਹੁਣ ਸਨਦ ਤਕਸੀਮ ਨੂੰ ਤੁਸੀਂ ਅਮੈਂਡ ਵੀ ਕਰ ਸਕਦੇ ਹੋ, ਮੋਡੀਫਾਈ ਵੀ ਕਰ ਸਕਦੇ ਹੋ। ਪਹਿਲਾਂ ਤੁਹਾਡੇ ਕੋਲ ਇਦਾਂ ਦੀ ਕੋਈ ਪ੍ਰੋਵੀਜ਼ਨ ਨਹੀਂ ਸੀ। ਸਨਦ ਤਕਸੀਮ ਨੂੰ ਨਾ ਤਾਂ ਅਮੈਂਡ ਕੀਤਾ ਜਾ ਸਕਦਾ ਸੀਗਾ, ਨਾ ਮੋਡੀਫਾਈ ਕੀਤਾ ਜਾ ਸਕਦਾ ਸੀਗਾ। ਹੁਣ ਸਬਸੈਕਸ਼ਨ 2 ਨਵੀਂ ਐਡ ਹੋ ਗਈ ਇਹਦੇ ਵਿੱਚ, ਸੈਕਸ਼ਨ 121 ਦੇ ਵਿੱਚ। ਜਿਹਦੇ ਬੇਸਿਸ ਤੇ ਜੇਕਰ ਕਿਸੇ ਅਪੀਲ ਦੇ ਵਿੱਚ, ਕਿਸੇ ਰਿਵੀਜ਼ਨ ਦੇ ਵਿੱਚ ਤੁਹਾਡਾ ਜਿਹੜਾ ਤਰੀਕਾ ਤਕਸੀਮ ਹੈ, ਠੀਕ ਹੈ, ਮੋਡ ਆਫ ਪਾਰਟੀਸ਼ਨ ਹੈ, ਉਹ 'ਚ ਕੋਈ ਅਮੈਂਡਮੈਂਟ ਹੋ ਜਾਂਦੀ ਹੈ, ਜੇ ਉਹ 'ਚ ਕੋਈ ਅਮੈਂਡਮੈਂਟ ਹੋ ਗਈ, ਉਹਦੀ ਅਮੈਂਡਮੈਂਟ ਕਰਨ ਦੇ ਨਾਲ ਤੁਸੀਂ ਫਿਰ ਜਿਹੜੇ ਸਨਦ ਤਕਸੀਮ ਹੈ ਉਹ ਉਲਟ ਗਈ, ਠੀਕ ਹੈ, ਫਿਰ ਤੁਸੀਂ ਸਨਦ ਤਕਸੀਮ ਦੇ ਵਿੱਚ ਵੀ ਜਿਹੜੀ ਹੈਗੀ ਹੈ ਅਮੈਂਡਮੈਂਟ ਕਰ ਸਕਦੇ ਹੋ, ਮੋਡੀਫਾਈ ਕਰ ਸਕਦੇ ਹੋ ਸਨਦ ਤਕਸੀਮ ਨੂੰ ਵੀ। ਇਹ ਸੈਕਸ਼ਨ 121 ਦਾ ਸਬਸੈਕਸ਼ਨ ਜਿਹੜਾ 2 ਹੈ ਇਹ ਨਵਾਂ ਬਣ ਚੁੱਕਿਆ ਹੈ। ਹਾਂਜੀ ਸਰ ਟਾਈਮ ਹੋ ਗਿਆ 2:30। ਓਕੇ ਮੈਨੂੰ ਤਾਂ ਪਤਾ ਨਹੀਂ ਚੱਲਦਾ ਟਾਈਮ ਦਾ। ਸਰ ਜਾਣਾ ਸੰਗਰੂਰ ਜਾਣਾ ਸਰ। ਹਾਂ ਠੀਕ ਹੈ। ਅੱਜ ਦੀ ਕਲਾਸ ਜਿਹੜੀ ਅਸੀਂ ਇੱਥੇ ਖਤਮ ਕਰਾਂਗੇ। ਬਹੁਤ ਅੱਛਾ ਰਿਹਾ ਸਰ। ਸਰ ਇੱਕ ਜਾਣਕਾਰੀ ਦਿਓ ਜੀ। ਹਾਂਜੀ, ਜਦੋਂ ਕੋਈ ਆਬਾਦੀ ਵਾਲਾ ਜਿਵੇਂ ਆਪਾਂ ਕੱਢਦੇ ਆ ਤਕਸੀਮ ਦੇ ਵਿੱਚ ਆਬਾਦੀ ਵਿੱਚ, ਉਹਨੂੰ ਆਬਾਦੀ ਵਾਲੀ ਜਿਹੜੀ ਉਹ ਸਾਂਝੀ ਛੱਡ ਦਿੰਦੇ ਆ। ਹਾਂਜੀ, ਉਹ ਸਰ ਆਪਾਂ ਨੰਬਰ ਹੀ ਛੱਡਦੇ ਆ ਜਾਂ ਆਪਾਂ ਆਬਾਦੀ ਵਾਲਾ ਏਰੀਆ ਮਿਲ ਕੇ ਉਹਨਾਂ ਹੀ ਛੱਡਣਾ ਸਾਂਝਾ? ਆਬਾਦੀ ਵਾਲਾ ਏਰੀਆ ਛੱਡਣਾ, ਨੰਬਰ ਤੇ ਨਹੀਂ ਕੋਈ ਪ੍ਰੋਵੀਜ਼ਨ ਹੈਗੀ। ਜਿੰਨਾ ਕਿ ਏਰੀਆ ਸਾਂਝੇ ਤੌਰ ਤੇ ਪਾਰਟੀਆਂ ਵਰਤ ਰਹੀਆਂ ਨੇ, ਠੀਕ ਹੈ, ਉਹਨਾਂ ਦੀ ਕੰਸੈਂਟ ਲੈ ਕੇ ਤੁਸੀਂ ਜੇ ਨਾਲ ਪਾਰਟੀਆਂ ਕਹਿੰਦੀਆਂ ਨੇ ਵੀ ਹੋਰ 2 ਕਰਮਾਂ 4 ਕਰਮਾਂ ਛੱਡ ਦਿਓ, ਠੀਕ ਹੈ, ਛੱਡ ਸਕਦੇ ਹੋ। ਜਸਟੀਫਾਈ ਮਤਲਬ ਕਹਿ ਲਈ ਆਪਾਂ, ਜਸਟੀਫਾਈ ਜਿੰਨਾ ਕੁ ਲੱਗਦਾ ਹੋਵੇ ਮੌਕੇ ਤੇ, ਤੁਹਾਨੂੰ ਜਸਟੀਫਾਈ ਲੱਗਦਾ ਹੋਵੇ, ਪਾਰਟੀਆਂ ਨੂੰ ਜਸਟੀਫਾਈ ਲੱਗਦਾ ਹੋਵੇ। ਜੇ ਪਾਰਟੀਆਂ ਆਪਣੀ ਸਹੂਲਤ ਵਾਸਤੇ ਹੋਰ 4 ਕਰਮਾਂ 5 ਕਰਮਾਂ ਛੱਡਣਾ ਚਾਹੁੰਦੀਆਂ ਤਾਂ ਛੱਡ ਸਕਦੇ ਆ, ਠੀਕ ਹੈ ਜੀ। ਹਾਂ, ਉਹਦੀ ਲੈਂਡ ਕਾਮਨ ਰੱਖ ਸਕਦੇ ਆ, ਉਹ 'ਚ ਉਹਨਾਂ ਦੇ ਸ਼ੇਅਰ ਹੋਲਡਰ ਸ਼ੇਅਰਿੰਗ ਬਣ ਜਾਏਗੀ। ਜੇ ਕਿਸੇ ਨੇ ਮਕਾਨ ਕਨਾਲ 'ਚ ਪਾਇਆ ਹੋਇਆ ਉਹਦਾ ਉਹਨਾਂ ਹਿੱਸਾ ਬਣ ਜਾਏਗਾ, ਕਿਸੇ ਨੇ 10 ਮਰਲਿਆਂ 'ਚ ਪਾਇਆ ਹੋਇਆ ਉਹਦਾ ਉਹਨਾਂ ਹਿੱਸਾ ਬਣ ਜਾਏਗਾ। ਸਾਂਝੀ ਲੈਂਡ ਜਿਹਦੀ ਜਿੰਨੀ ਕੁ ਜਿਹਦੇ ਕਬਜ਼ੇ 'ਚ ਹੈਗੀ ਹੈ, ਕੋਈ ਬਾੜੇ ਛੱਡੇ ਹੋਏ ਵਾਲੇ ਨੇ ਕੋਈ ਰੂੜੀ ਥਾਂ ਛੱਡ ਰੱਖੀ ਹੈ, ਠੀਕ ਹੈ, ਕਿੰਨਾ ਸ਼ੇਅਰ ਹੈਗਾ, ਬਿਠਾ ਕੇ ਪਾਰਟੀਆਂ ਨੂੰ ਸੁਣ ਕੇ ਆਪਾਂ ਉਹਦੇ ਵਿੱਚ ਸ਼ੇਅਰਿੰਗ ਕਰ ਸਕਦੇ ਹਾਂ ਉਨੀ। ਮਤਲਬ ਉਹ ਨੰਬਰ ਤਕਸੀਮ ਹੋ ਜਾਏਗਾ ਹੈ ਜੀ। ਹਾਂ, ਹੋ ਸਕਦੇ ਆ। ਜੇ ਹੁਣ ਨੰਬਰ ਹੀ ਕੋਈ ਵੱਡਾ ਹੋਵੇ, ਮੰਨ ਲਓ
ਤੁਹਾਡਾ ਨੰਬਰ ਹੀ 20 ਵਿਗਿਆਂ ਦਾ ਹੈ, ਠੀਕ ਹੈ, 5 ਵਿਗੇ 'ਚ ਆਬਾਦੀ ਬਣੀ ਹੋਈ ਹੈ, ਤਾਂ ਬਾਕੀ ਜਿਹੜੀ ਐਗਰੀਕਲਚਰ ਲੈਂਡ ਹੈਗੀ ਹੈ ਉਹਦੇ ਵਿੱਚ ਮਤਲਬ ਕਿ ਜਿੱਥੇ ਆਬਾਦੀ ਹੈਗੀ ਆ ਉਹਨੇ ਪੋਰਸ਼ਨ ਨੂੰ ਛੱਡ ਕੇ ਬਾਕੀ ਦੀ ਪਾਰਟੀਸ਼ਨ ਕਰ ਸਕਦੇ ਹੋ। ਪਰ ਜੇ ਸਾਰੇ ਇੱਕ ਤੇ ਸਾਰੇ 'ਚ ਹੀ ਆਬਾਦੀ ਹੋ ਗਈ ਫਿਰ ਸਿਵਲ ਕੋਡ ਦੀ ਜੁਰਿਸਡਿਕਸ਼ਨ ਆ ਜਾਂਦੀ ਹੈ, ਠੀਕ ਹੈ। ਜੇ 75% ਤੋਂ ਵੱਧ ਏਰੀਆ ਆਬਾਦੀ ਵਾਲਾ ਆ ਗਿਆ, ਇਹ ਅਲੱਗ-ਅਲੱਗ ਜੱਜਮੈਂਟ ਸਹੀ ਨੇ, ਆਪਣੇ ਇਹਦੇ ਕਿਤੇ ਨਹੀਂ ਨੌਲੇਜ ਆਉਂਦਾ ਹੈਗਾ, ਪਰ ਜੇਕਰ ਆਬਾਦੀ ਆ ਗਈ ਸਾਰੇ ਕਿਤੇ ਏਰੀਏ 'ਚ ਫਿਰ ਜਿਹੜੀ ਸਿਵਲ ਕੋਡ ਦੀ ਜੁਰਿਸਡਿਕਸ਼ਨ ਬਣ ਜਾਂਦੇ, ਫਿਰ ਅਸੀਂ ਪਾਰਟੀਸ਼ਨ ਨਹੀਂ ਕਰਨੀ। ਰੈਵਨਿਊ ਆਫੀਸਰ ਜਿਹੜੀ ਪਾਰਟੀਸ਼ਨ ਕਰ ਸਕਦਾ, ਐਗਰੀਕਲਚਰ ਲੈਂਡ ਦੀ ਕਰ ਸਕਦਾ, ਗੈਰ ਮੁਮਕਿਨ ਏਰੀਆ ਜਿਹੜੀ ਪਾਰਟੀਸ਼ਨ ਹੈ ਰੈਵਨਿਊ ਆਫੀਸਰ ਨੇ ਨਹੀਂ ਕਰਨੀ ਹੈਗੀ, ਠੀਕ ਹੈ ਨਾ ਜੀ। ਪਲਾਟਿੰਗ ਹੋ ਗਈ, ਕਿਤੇ ਪਲਾਟਿੰਗ ਹੋਈ, then we are not entitled to make the partition, ठीक है जी। Any question more? Okay then, class is over. Thank you very much.